ਅੱਜ ਦਾ ਜਿਹੜਾ ਨਾਰਮਲੀ ਸਾਡਾ ਸਕੀਮ ਆਫ ਵਰਕ ਹੁੰਦੀ ਹੈ ਵੀ ਅਸੀਂ ਪਹਿਲਾਂ ਹਰਮੰਦਰ ਸਾਹਿਬ ਜਿਹੜਾ ਅੱਜ ਵਾਕ ਆਇਆ ਸਵੇਰੇ, ਅਸੀਂ ਉਹਦੇ ਬਾਰੇ ਕੁਝ ਡਿਸਕਸ ਕਰਦੇ ਹਾਂ, ਟਰਾਂਸਲੇਸ਼ਨ ਕਰਦੇ ਹਾਂ, ਜਿਸ ਤਰ੍ਹਾਂ ਵਜ਼ੀਰ ਜੀ ਨੇ ਕਿਹਾ ਕਿ ਜੇ ਉਹਦੇ ਅੰਦਰ ਕੋਈ ਹਿਸਟੋਰੀਕਲ ਨੇਮਸ ਹੈ ਨੇ, ਕੋਈ ਹਿਸਟੋਰੀਕਲ ਫਿਗਰ ਹੈ ਤੇ ਵੀ ਟਰਾਈ ਟੂ ਐਕਸਪਲੇਨ ਦੈਟ। ਦੂਸਰਾ ਜਿਹੜਾ ਅੰਡਰ ਕਰੰਟ ਹੈ ਉਸ ਪਾਰਟਿਕੂਲਰ ਸ਼ਬਦ ਦਾ, ਉਹਦੇ ਬਾਰੇ ਵੀ ਅਸੀਂ ਚਰਚਾ ਕਰਦੇ ਹਾਂ। ਤੇ ਜਿਹੜੇ ਗੁਰੂ ਸਾਹਿਬਾਨ ਦਾ ਉਹ ਸ਼ਬਦ ਹੈ, ਅਸੀਂ ਸਭ ਤੋਂ ਪਹਿਲਾਂ ਉਸ ਗੁਰੂ ਸਾਹਿਬਾਨ ਦੇ ਬਾਰੇ ਕੁਝ ਰਿਵਾਈਜ਼ ਕਰਦੇ ਹਾਂ। ਮੈਨੂੰ ਪਤਾ ਮੇਰੀ ਕਲਾਸ ਨੂੰ ਤਕਰੀਬਨ ਹਰ ਚੀਜ਼ ਆਉਂਦੀ ਹੈ, ਪਰ ਫਿਰ ਵੀ ਰਿਵਾਈਜ਼ ਕਰਨਾ ਬਹੁਤ ਜ਼ਰੂਰੀ ਹੈ ਹਰ ਚੀਜ਼ ਦਾ। ਔਰ ਇਹ ਰਿਵੀਜ਼ਨ ਜਿਹੜਾ ਸਾਡਾ ਇਹ ਪਰਮਜੀਤ ਤੋਂ ਸ਼ੁਰੂ ਹੁੰਦਾ, ਕਿਉਂਕਿ ਸਾਡੀ ਸਭ ਤੋਂ ਯੰਗ ਜਿਹੜਾ ਇਸ ਵੇਲੇ ਸਟੂਡੈਂਟ ਹੈ ਇੱਥੇ ਉਹ ਪਰਮਜੀਤ ਹੈ, ਔਰ ਸਭ ਤੋਂ ਲਾਇਕ ਕੁੜੀ ਹੋਈ ਹੈ। ਅੱਜ ਪਰਮਜੀਤ ਤੇਰੇ ਕੋਲ ਅੱਜ ਦਾ ਹੁਕਮਨਾਮਾ ਹੈ? ਹਾਂਜੀ ਡਾਕਟਰ ਜੀ। ਹੁਕਮਨਾਮੇ ਦਾ ਕੋਈ ਹੈਡਿੰਗ ਪੜ੍ਹ ਸਕਦੀ ਹੈ? ਹਾਂਜੀ, ਰਾਗ ਸੂਰਤ ਮਹਿਲਾ ਪੰਜਵਾਂ ਗਰ ਦੂਜਾ ਅਸ਼ਪਤੀ। ਸੋ ਕਿਹੜੇ ਗੁਰੂ ਸਾਹਿਬ ਦਾ? ਇਹ ਹੈਗਾ ਗੁਰੂ ਅਰਜਨ ਦੇਵ ਜੀ ਦਾ। ਓਕੇ, ਮੈਂ ਤੈਨੂੰ ਕੁਝ ਗੁਰੂ ਅਰਜਨ ਦੇਵ ਜੀ ਦੇ ਬਾਰੇ ਕੁਐਸਚਨ ਪੁੱਛਾਂਗਾ ਔਰ ਉਸੇ ਸੰਬੰਧ ਵਿੱਚ ਵੀ ਸਾਰੀ ਕਲਾਸ ਨੂੰ ਮੈਂ ਕੁਝ ਪੁੱਛਾਂਗਾ। ਓਕੇ ਠੀਕ ਹੈ। ਗੁਰੂ ਅਰਜਨ ਦੇਵ ਜੀ ਦੀ ਉਮਰ ਕਿੰਨੀ ਸੀ? 18 ਸਾਲ, ਜਦੋਂ ਉਹਨਾਂ ਨੇ ਗੁਰੂਸ਼ਿਪ ਮਿਲੀ। ਗੁਰੂ ਅਰਜਨ ਦੇਵ ਜੀ ਦੀ ਟੋਟਲ ਆਯੂ ਕਿੰਨੀ ਸੀ? ਟੋਟਲ ਉਮਰ ਕਿੰਨੀ ਸੀ? ਟੋਟਲ ਉਮਰ ਉਹਨਾਂ ਦੀ 43 ਸੀ। ਓਕੇ, ਨਵਤੇਜ, ਪਰਮਜੀਤ ਨੇ ਕਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਉਮਰ 43 ਈਅਰ ਸੀ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ 40s ਦੇ ਵਿੱਚ ਏਜ ਕਿਹੜੇ ਗੁਰੂ ਸਾਹਿਬ ਦੀ ਸੀ? ਅਗਰ ਅਸੀਂ ਸ਼ੁਰੂ ਕਰੀਏ ਇਸ ਤਰ੍ਹਾਂ, ਮੈਂ ਨਾ ਲਵਾਂਗਾ, ਤੁਸੀਂ ਦੱਸੋਗੇ ਕਿ ਉਹ 40 ਚ ਹੈ ਨੇ ਕਿ ਨਹੀਂ। ਗੁਰੂ ਨਾਨਕ, ਯੈਸ ਕਿ ਨੋ? ਗੁਰੂ ਅੰਗਦ ਜੀ ਯੈਸ। ਕਿੰਨੀ ਸੀ ਉਹਨਾਂ ਦੀ? 48। ਗੁਰੂ ਅਮਰਦਾਸ, ਯੈਸ ਕਿ ਨੋ? नो। ਗੁਰੂ ਰਾਮਦਾਸ, ਯੈਸ ਕਿ ਨੋ? ਹਾਂਜੀ ਯੈਸ। ਕਿੰਨੀ? 47। ਗੁਰੂ ਹਰਗੋਬਿੰਦ, ਯੈਸ ਕਿ ਨੋ? ਯੈਸ। ਕਿੰਨੀ? 49। ਗੁਰੂ ਹਰ ਰਾਏ? नो। ਕਿੰਨੀ ਸੀ? ਉਹਨਾਂ ਦੀ 31। ਗੁਰੂ ਤੇਗ ਬਹਾਦਰ 40 ਦੇ ਵਿੱਚ ਸਨ, ਯੈਸ ਕਿ ਨੋ? नो। ਗੁਰੂ ਗੋਬਿੰਦ ਸਿੰਘ ਜੀ 54 ਸੀ ਉਹਨਾਂ ਦੀ ਏਜ। ਤੇ ਗੁਰੂ ਗੋਬਿੰਦ ਸਿੰਘ ਜੀ? ਹਾਂਜੀ, he is yes 40s ਵਿੱਚ 42 years। Okay. 42 years old। ਸੋ ਕਲਾਸ ਨੂੰ ਮੇਰੇ ਖਿਆਲ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ 70, ਗੁਰੂ ਅੰਗਦ ਦੇਵ ਜੀ 48, ਗੁਰੂ ਅਮਰਦਾਸ 95, ਗੁਰੂ ਰਾਮਦਾਸ 47, ਗੁਰੂ ਅਰਜਨ 43। ਅਸੀਂ ਇੱਥੋਂ ਸ਼ੁਰੂ ਕੀਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਏਜ 43 ਸੀ, ਔਰ 40 ਜਿਹੜੇ ਉਹਨਾਂ ਦੇ ਬਿਲਕੁਲ ਨੇੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਨੇ, ਉਹ 42 ਨੇ। ਓਕੇ ਪਰਮਜੀਤ, ਉਹ ਕਿਹੜੀ, ਜਿਹੜਾ ਤੂੰ ਪਹਿਲਾਂ ਜਵਾਬ ਦੇ ਦਿੱਤਾ ਸੀ ਪਰ ਜਿਹੜਾ ਮੈਂ ਨਹੀਂ ਸੀ ਪੁੱਛਿਆ, ਉਹ ਕਿੰਨੀ ਏਜ ਵਿੱਚ ਗੁਰੂ ਬਣੇ ਸਨ? 18 ਸਾਲ। ਵੈਰੀ ਗੁੱਡ, ਕਿ 18 ਸਾਲ ਦੀ ਏਜ ਵਿੱਚ ਗੁਰੂ ਅਰਜਨ ਦੇਵ ਜੀ ਗੁਰੂ ਬਣੇ ਨੇ। ਔਰ ਮੈਂ ਅਗਰ ਇਹ ਕਹਾਂ ਤੁਹਾਨੂੰ ਕਿ ਪਹਿਲੇ 5 ਗੁਰੂਆਂ ਵਿੱਚੋਂ ਸਭ ਤੋਂ ਛੋਟੀ ਏਜ ਵਿੱਚ ਜਿਹੜੇ ਗੁਰੂ ਬਣੇ ਨੇ ਉਹ ਗੁਰੂ ਅਰਜਨ ਦੇਵ ਜੀ ਹੀ ਸਨ। ਗੁਰਦੀਪ, ਜੋ ਮੈਂ ਕਿਹਾ ਉਹ ਰਾਈਟ ਹੈ ਕਿ ਰੋਂਗ ਹੈ? ਜੀ ਬਿਲਕੁਲ ਠੀਕ ਹੈ। ਹੋਰ ਜਿਹੜੇ ਗੁਰੂ ਸਾਹਿਬਾਨ ਛੋਟੀ ਏਜ ਵਿੱਚ ਗੁਰੂ ਬਣੇ ਨੇ ਉਹਨਾਂ ਦੇ ਨਾਂ ਦੱਸੋ ਤੇ ਏਜ ਦੱਸੋ। ਹਾਂਜੀ, ਗੁਰੂ ਹਰਗੋਬਿੰਦ ਜੀ 11 ਸਾਲ ਦੀ, ਗੁਰੂ ਹਰ ਰਾਏ ਜੀ 14 ਸਾਲ ਦੀ, ਹਰਕ੍ਰਿਸ਼ਨ ਜੀ 5 ਸਾਲ ਦੀ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ। ਐਕਸੀਲੈਂਟ, ਬਿਲਕੁਲ ਠੀਕ ਹੈ। ਅੱਜ ਮੈਂ ਵੈਰੀ ਹੈਪੀ ਹਾਂ ਕਿ ਸਾਡੇ ਸਾਰਿਆਂ ਦੇ ਜਵਾਬ ਬਹੁਤ ਵਧੀਆ ਆ ਰਹੇ ਨੇ। ਸੋ ਅਗਰ ਅਸੀਂ, ਵੈਸੇ ਟੈਸਟ ਨਹੀਂ ਹੈ, ਇਹ ਸਿਰਫ ਅਸੀਂ ਮੈਮੋਰਾਈਜ਼ ਕਰ ਰਹੇ ਹਾਂ, ਰਿਵਾਈਜ਼ ਕਰ ਰਹੇ ਹਾਂ ਕਿ ਸਾਨੂੰ ਕੁਝ ਬੇਸਿਕ ਚੀਜ਼ਾਂ ਸਿੱਖ ਧਰਮ ਦੇ ਬਾਰੇ ਪਤਾ ਹੈਗੀਆਂ। ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਅਰਜਨ ਦੀ ਗੱਲ ਕਰਦੇ ਹਾਂ ਕਿ ਅੱਜ ਗੁਰੂ ਸਾਹਿਬ ਦਾ ਵਾਕ ਹੈ, ਔਰ ਅਗਰ ਸਾਨੂੰ ਇਹ ਪਤਾ ਹੋਵੇ ਕਿ ਉਹਨਾਂ ਦੀ ਏਜ ਸਿਰਫ 43 ਸੀ ਔਰ ਇੰਨਾ ਮਹਾਨ ਉਹਨਾਂ ਨੇ ਗ੍ਰੰਥ ਰਚਿਆ, ਔਰ ਅੱਜ ਦੀ ਜਿਹੜੀ
ਅੱਜ ਜਦੋਂ ਤੁਸੀਂ ਇਹਨੂੰ ਟਰਾਂਸਲੇਟ ਕਰੋਗੇ, ਜਿਸ ਤਰ੍ਹਾਂ ਵਜ਼ੀਰ ਜੀ ਨੇ ਕਿਹਾ ਹੈ ਟਰਾਂਸਲੇਸ਼ਨ ਦੇ ਮੇਨਲੀ, ਤੇ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਕਿੰਨੀ ਡੈਪਥ ਹੈ। ਔਰ ਅੱਜ ਕੱਲ੍ਹ ਦੇ ਮੁਕਾਬਲੇ ਵਿੱਚ ਤੁਸੀਂ ਫਿਰ ਸੋਚੋਗੇ 43 ਦੇ ਕੋਈ ਏਜ ਹੀ ਨਹੀਂ ਸੀ। ਔਰ ਜਦੋਂ ਅਸੀਂ ਉਹਨਾਂ ਦੇ ਬਾਕੀ ਕੰਮਾਂ ਤੇ ਆਵਾਂਗੇ, ਇਟ ਵਿਲ ਗਿਵ ਅਸ ਅ ਵੰਡਰ, ਰੀਅਲੀ ਵੰਡਰ। ਹੁਣ ਮੈਂ ਗੱਲ ਕਰਦਾ ਗੁਰੂ ਪੀਰੀਅਡ ਦੀ। ਕਿੰਨੀ ਦੇਰ ਪਰਮਜੀਤ ਜੀ, ਗੁਰੂ ਅਰਜਨ ਦੇਵ ਜੀ ਗੁਰੂ ਰਹੇ ਨੇ? ਕਿੰਨੀ ਏਜ ਉਹਨਾਂ ਦੇ, ਕਿੰਨੀ ਏਜ ਵਿੱਚ ਗੁਰੂ ਸਨ? 25। ਵੈਰੀ ਗੁੱਡ। 18 ਸਾਲ ਦੀ ਏਜ ਵਿੱਚ ਗੁਰੂ ਬਣੇ। 43 ਈਅਰ ਦੀ ਏਜ ਵਿੱਚ ਜੋਤੀ ਜੋਤ ਸਮਾਏ। ਤੇ ਇਸ ਬੇਟੀ ਨੇ ਕਿਹਾ ਕਿ ਉਹ 25 ਈਅਰ ਉਹ ਗੁਰੂ ਰਹੇ ਨੇ। ਅਗਰ ਅਸੀਂ ਦੇਖੀਏ ਗੁਰੂ ਪੀਰੀਅਡ, ਗੁਰੂ ਨਾਨਕ ਸਾਹਿਬ ਤੇ ਸਾਰੀ ਜ਼ਿੰਦਗੀ ਗੁਰੂ ਸਨ, ਸੋ ਉਹਨਾਂ ਬਾਰੇ ਅਸੀਂ ਕੁਐਸਚਨ ਪੁੱਛ ਹੀ ਨਹੀਂ ਸਕਦੇ। ਬਬਲੀ, ਤੂੰ ਦੱਸ ਸਕਦੀ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਗੁਰੂ ਪੀਰੀਅਡ ਕਿੰਨਾ ਸੀ? ਉਹਨਾਂ ਦਾ 14 ਨਹੀਂ ਯਾਦ ਨਹੀਂ, ਸੌਰੀ ਮੈਨੂੰ। ਤੂੰ ਪਾਸ ਕਰ ਸਕਦੀ ਹੈ, ਚਲ ਪਾਸ। ਚਲੋ ਓਕੇ। ਮਹਿੰਦਰ ਜੀ, ਗੁਰੂ ਅੰਗਦ ਦੇਵ ਜੀ ਦਾ ਗੁਰੂ ਪੀਰੀਅਡ? ਵਜ਼ੀਰ ਜੀ? 13 ਸਾਲ ਜੀ। 13 ਸਾਲ, ਬਿਲਕੁਲ ਠੀਕ ਹੈ। ਗੁਰੂ ਅੰਗਦ ਦੇਵ ਜੀ 35 ਸਾਲ ਦੀ ਏਜ ਵਿੱਚ ਗੁਰੂ ਬਣੇ। 48 ਦੀ ਏਜ ਵਿੱਚ ਉਹ ਜੋਤੀ ਜੋਤ ਸਮਾਏ। ਸੋ ਉਹਨਾਂ ਦਾ ਗੁਰੂ ਪੀਰੀਅਡ 13 ਸਾਲ ਹੈ। ਹੁਣ ਜੇ ਤੁਸੀਂ ਧਿਆਨ ਨਾਲ ਪੜ੍ਹੋਗੇ, ਜੇ ਤੁਸੀਂ ਗੁਰੂ ਹਰਕ੍ਰਿਸ਼ਨ ਨੂੰ ਛੱਡੋ ਇੱਕ ਮਿੰਟ, ਕਿਉਂਕਿ ਉਹ ਬਹੁਤ ਛੋਟੀ ਉਮਰ 'ਚ ਬਣੇ ਤੇ ਛੋਟੀ ਉਮਰ ਵਿੱਚ ਜੋਤੀ ਜੋਤ ਸਮਾ ਗਏ, ਤੇ ਉਹਨਾਂ ਦਾ ਗੁਰੂ ਪੀਰੀਅਡ ਮੇਰੇ ਖਿਆਲ ਸਿਰਫ 3 ਸਾਲ ਸੀ। ਪਰ ਅਗਰ ਇਹਦੇ ਬਾਅਦ ਜਿਹੜੇ ਤੁਸੀਂ ਗੁਰੂ ਦੇਖੋਗੇ, ਤੇ ਮਹਿੰਦਰ ਜਾਂ ਬਬਲੀ ਜਾਂ ਦਵਿੰਦਰ ਜੀ ਕਲਾਸ ਛਕੇ ਹੋ ਕਿ ਨਹੀਂ? ਹਾਂਜੀ। ਅੱਛਾ, ਇਹ ਦੱਸ ਸਕਦੇ ਹੋ, ਅਸੀਂ ਗੁਰੂ ਪੀਰੀਅਡ ਦੀ ਗੱਲ ਕਰ ਰਹੇ ਹਾਂ, ਕਿਹੜੇ ਕਿਹੜੇ ਗੁਰੂ ਸਾਹਿਬਾਨ ਦਾ ਗੁਰੂ ਪੀਰੀਅਡ 10 ਤੋਂ ਥੱਲੇ ਆ? ਇੱਕ ਗੁਰੂ ਹਰਕ੍ਰਿਸ਼ਨ ਜੀ ਦਾ। ਕਿਹਦਾ? ਗੁਰੂ ਹਰਕ੍ਰਿਸ਼ਨ ਜੀ। ਉਹ ਤੇ ਹੋ ਗਏ ਨਾ, ਕਹਿਤਾ ਮੈਂ ਪਹਿਲਾਂ ਹੀ, ਗੁਰੂ ਹਰਕ੍ਰਿਸ਼ਨ 3 ਸਾਲ। ਹਾਂਜੀ। ਤੇ 10 ਤੋਂ ਥੱਲੇ ਮਹਿੰਦਰ ਦੱਸ ਸਕਦੇ ਹੋ? ਗੁਰੂ ਹਰਰਾਏ ਜੀ। ਗੁਰੂ ਹਰ ਰਾਏ ਦਾ ਜ਼ਿਆਦਾ। ਬਬਲੀ? ਗੁਰਦੀਪ? ਗੁਰੂ ਰਾਮਦਾਸ ਜੀ 7 ਸਾਲ। ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਦਾ ਸਿਰਫ 7 ਸਾਲ ਹੈ। ਸੋ ਗੁਰੂ ਹਰਕ੍ਰਿਸ਼ਨ ਤੋਂ ਬਾਅਦ ਗੁਰੂ ਰਾਮ ਰਾਏ ਹੀ ਨੇ, ਗੁਰੂ ਰਾਮਦਾਸ ਜੀ ਹੀ, ਜਿਨ੍ਹਾਂ ਦਾ ਗੁਰੂ ਪੀਰੀਅਡ ਬਹੁਤ ਸ਼ਾਰਟ ਗੁਰੂ ਪੀਰੀਅਡ ਹੈ। ਔਰ ਫਿਰ ਵੀ ਦੇਖੋ, ਉਹਨਾਂ ਨੇ ਜੋ ਅਸੀਂ ਕਾਊਂਟ ਕੀਤਾ 697 ਉਹਨਾਂ ਦੀ ਕੰਪੋਜੀਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਟ ਇਜ਼ ਰੀਅਲੀ ਰਿਮਾਰਕੇਬਲ। ਔਰ ਉਹਨਾਂ ਦੀ ਗੁਰੂ ਪੀਰੀਅਡ ਸਿਰਫ 7 ਸਾਲ ਹੈ। ਸੋ ਅਸੀਂ ਐਸਟੈਬਲਿਸ਼ ਕੀਤਾ ਹੁਣੇ ਕਿ ਗੁਰੂ ਹਰਕ੍ਰਿਸ਼ਨ ਜਿਹੜੇ ਸਾਨੂੰ ਸਾਰਿਆਂ ਯੂਨੀਵਰਸਲੀ ਪਤਾ ਕਿ ਉਹਨਾਂ ਦਾ ਗੁਰੂ ਪੀਰੀਅਡ 3 ਸਾਲ ਸੀ। ਤੇ ਉਹਦੇ ਬਾਅਦ ਅਸੀਂ ਗੁਰੂ ਰਾਮਦਾਸ ਜੀ ਦਾ ਗੁਰੂ ਪੀਰੀਅਡ ਲਿਆ ਜਿਹੜਾ 7 ਸਾਲ ਹੈ। 7 ਤੋਂ ਬਾਅਦ ਤੁਸੀਂ ਬੋਲਣਾ ਨਹੀਂ, ਦੱਸਣਾ ਹੀ ਹੈ। 7 ਸਾਲ ਤੋਂ ਬਾਅਦ ਅਗਰ ਅਸੀਂ ਹੁਣ ਅਸੈਂਡਿੰਗ ਆਰਡਰ ਤੇ ਜਾਈਏ, ਨੈਕਸਟ ਗੁਰੂ ਕੌਣ ਹੈ? ਗੁਰਦੀਪ ਜੀ ਤੁਸੀਂ ਦੱਸਤਾ। ਨਵਤੇਜ? ਗੁਰੂ ਤੇਗ ਬਹਾਦਰ ਜੀ। ਕਿੰਨੇ ਸਾਲ? 11 ਸਾਲ। ਬਿਲਕੁਲ ਠੀਕ ਹੈ। ਸੋ 3, 7 ਤੇ 11। ਸੋ ਗੁਰੂ ਪੀਰੀਅਡ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ। ਇਮੀਡੀਏਟਲੀ 11 ਤੋਂ ਬਾਅਦ ਕੌਣ ਹੈ? 13 ਗੁਰੂ ਅੰਗਦ ਦੇਵ ਜੀ। ਇਹ ਕੌਣ ਬੋਲਿਆ ਹੁਣ? ਸੌਰੀ, ਨਿੱਕੇ ਨੇ ਕਿਹਾ 13 ਠੀਕ ਹੈ, ਠੀਕ ਹੈ। ਅੰਗਦ ਦੇਵ ਜੀ ਗੁਰੂ, ਉਹ 13 ਸਾਲ ਨੇ। ਸੋ ਤੁਸੀਂ ਦੇਖੋਗੇ ਕਿ ਕਈ ਗੁਰੂ ਸਾਹਿਬ ਦੇ ਗੁਰੂ ਪੀਰੀਅਡ ਬਹੁਤ ਥੋੜੇ ਨੇ। ਗੁਰੂ ਨਾਨਕ ਸਾਹਿਬ ਦਾ ਕਿਉਂਕਿ ਸਾਰਾ ਜੀਵਨ ਹੀ ਗੁਰੂ ਪੀਰੀਅਡ ਹੀ ਕਹਿ ਸਕਦੇ ਹੋ ਤੁਸੀਂ। ਔਰ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ, ਜਿਹੜੇ ਸਾਡੇ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਹਿੰਦੇ ਹੋ, ਉਹਨਾਂ ਦਾ ਵੀ ਗੁਰੂ ਪੀਰੀਅਡ 25 ਈਅਰ ਹੈ। ਔਰ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਸਰਬੰਸ ਦਾਨੀ ਕਹਿੰਦੇ ਹੋ, ਉਹਨਾਂ ਦਾ ਵੀ ਗੁਰੂ ਪੀਰੀਅਡ ਤਕਰੀਬਨ 33 ਈਅਰਸ ਹੈ। ਲੇਕਿਨ ਕੁਝ ਗੁਰੂ ਸਾਹਿਬ ਦੇ ਗੁਰੂ ਪੀਰੀਅਡ ਬਹੁਤ ਥੋੜੇ ਨੇ। ਉਹਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤੋਂ ਬਾਅਦ
it is very short period is Guru Ramdas and very short period is Guru Tegh Bahadur. Place of birth ਸਾਨੂੰ ਸਾਰਿਆਂ ਨੂੰ mostly ਪਤਾ ਹੀ ਨਹੀਂ, ਸਿਰਫ ਮੈਂ ਇਹ ਪੁੱਛਣਾ ਹੈ ਔਰ ਹੁਣ I will go to ਮਹਿੰਦਰ ਜੀ, ਇਹ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਗੁਰੂ ਸਾਹਿਬਾਨ ਦਾ ਜਨਮ ਲਾਹੌਰ ਹੋਇਆ? ਗੁਰੂ ਰਾਮਦਾਸ ਜੀ। ਤੇ ਕਿਹੜੇ, ਬਿਲਕੁਲ ਠੀਕ ਹੈ ਜਵਾਬ ਤੁਹਾਡਾ, ਤੇ ਕਿਹੜੇ ਗੁਰੂ ਸਾਹਿਬ ਲਾਹੌਰ ਜੋਤੀ ਜੋਤ ਸਮਾਏ ਨੇ? ਮਹਿੰਦਰ, ਹੋਰ ਨਹੀਂ ਕੋ ਬੋਲੇਗਾ। ਕਿਹੜੇ ਗੁਰੂ ਸਾਹਿਬ ਲਾਹੌਰ ਜੋਤੀ ਜੋਤ ਸਮਾਏ ਨੇ? ਗੁਰੂ ਰਾਮਦਾਸ ਨਹੀਂ, ਵਜ਼ੀਰ ਜੀ ਗੁਰੂ ਅਰਜਨ ਦੇਵ, ਗੁਰੂ ਅਰਜਨ ਦੇਵ ਜੀ। ਪੰਜਵੇਂ ਗੁਰੂ ਦੀ ਸ਼ਹੀਦੀ ਹੋਈ ਹੈ। ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ, ਗੁਰੂ ਰਾਮਦਾਸ ਜੀ ਉੱਥੇ ਉਹਨਾਂ ਦਾ ਜਨਮ ਹੈ ਔਰ ਗੁਰੂ ਅਰਜਨ ਦੇਵ ਜੀ ਉੱਥੇ ਉਹਨਾਂ ਦੀ ਸ਼ਹੀਦੀ ਹੈ। ਤੇ ਚਲੋ ਮਹਿੰਦਰ ਜੀ, ਇਹ ਚਾਂਸ ਤੁਹਾਨੂੰ ਇੱਕ ਹੋਰ ਹੈ, ਜਸਵੀਰ ਵੀ ਬੋਲ ਸਕਦੇ ਹਾਂ ਕਿ ਗੁਰੂ ਰਾਮਦਾਸ ਤੇ ਗੁਰੂ ਅਰਜਨ ਦਾ ਕੀ ਰਿਲੇਸ਼ਨ ਹੈ? ਗੁਰੂ ਰਾਮਦਾਸ ਜੀ, ਗੁਰੂ ਅਰਜਨ ਫਾਦਰ। ਠੀਕ ਹੈ, ਫਾਦਰ ਸਨ, ਫਾਦਰ से सन, फादर लाहौर पैदा हुए, बेटा जड़ा है वो ज्योति जोत समाया, वो ज्योति जोत समाए, वो बिल्कुल ठीक है। इस वेले प्लेस ऑफ बर्थ की गल करते हैं। एक होर शहर है जिहड़ा दो गुरु साहब वास्ते आउंदा, उन्हां दा बर्थ प्लेस सेम शहर। प्लीज हाथ खड़ा करके दसना, फिर मैं पूछांगा जे तुहानूं पता है। गुरदीप तो अलावा कौन? हाँ जी महेंद्र जी। गोइंदवाल जी। गोइंदवाल दो केड़े केड़े गुरु साहब उत्थे जन्म है उन्हां दा? ठीक है जवाब? नहीं, जवाब ठीक नहीं है। गोइंदवाल दो गुरु साहब नाल रिलेटेड है, बट नॉट फॉर प्लेस ऑफ बर्थ। हाँ परमजीत। Kirtpura and the gurus are Guru Harai Ji and Guru Har Krishna. ਕੀਰਤਪੁਰ ਹੈ ਜਿਹੜੇ ਦੋ ਗੁਰੂ ਸਾਹਿਬ ਦਾ ਸਾਂਝਾ ਬਰਥ ਪਲੇਸ ਹੈ। ਤੇ ਜੋ ਤੁਸੀਂ ਕਹਿਣ ਲੱਗੇ ਸੋ ਮਹਿੰਦਰ ਜੀ, ਦੋ ਗੁਰੂ ਸਾਹਿਬ ਦਾ ਜਿਹੜਾ ਜੋਤੀ ਜੋਤ ਸਮਾਨ ਦਾ ਸ਼ਹਿਰ ਹੈ, ਉਹ ਹੈ ਜੋ ਤੁਸੀਂ ਹੁਣੇ ਕਿਹਾ, ਉਹ ਗੋਇੰਦਵਾਲ ਹੈ। ਗੋਇੰਦਵਾਲ ਸਾਹਿਬ ਕੌਣ, ਕਿਹੜਾ ਗੁਰੂ ਜੋਤੀ ਜੋਤ ਸਮਾਇਆ ਨਾ? ਤੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ। ਬਿਲਕੁਲ ਠੀਕ ਹੈ, 100% ਠੀਕ ਹੈ ਕਿ ਜੋਤੀ ਜੋਤ ਸਮਾਏ ਗੁਰੂ ਅਮਰਦਾਸ ਜੀ ਉੱਥੇ ਤੇ ਜੋਤੀ ਜੋਤ ਸਮਾਏ ਗੁਰੂ ਰਾਮਦਾਸ ਜੀ ਉੱਥੇ। ਵਜ਼ੀਰ ਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਜ਼ਰੂਰ ਬਹੁਤ ਵਧੀਆ ਜਵਾਬ ਦਿਓਗੇ। ਗੁਰੂ ਰਾਮਦਾਸ ਜੀ ਤੇ ਰਹਿ ਰਹੇ ਸਨ ਅੰਮ੍ਰਿਤਸਰ ਸਾਹਿਬ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਜਿਸ ਵੇਲੇ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ ਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਸੀ ਹੁਣ ਤੁਸੀਂ ਉੱਥੇ ਜਾ ਕੇ ਰਹੋ, ਤੇ ਉਹ ਅੰਮ੍ਰਿਤਸਰ ਸਾਹਿਬ ਸਨ ਔਰ ਟਾਈਮ ਪੀਰੀਅਡ ਵੀ ਉਹਨਾਂ ਦਾ ਸਿਰਫ 7 ਸਾਲ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਜੋਤੀ ਜੋਤ ਸਮਾਨ, ਤੇ ਜੋਤੀ ਜੋਤ ਸਮਾਨ ਦੀ ਜਗ੍ਹਾ ਉਹਨਾਂ ਦੀ ਗੋਇੰਦਵਾਲ ਹੈ। ਠੀਕ ਹੈ ਕਿ ਗਲਤ ਹੈ? ਠੀਕ ਹੈ ਜੀ। ਕੋਈ ਵਜ੍ਹਾ ਦੱਸ ਸਕਦੇ ਹੋ? ਵਜ੍ਹਾ ਅਸੀਂ ਤਾਂ ਜਿਹੜੇ ਹਿਸਟੋਰੀਕਲ ਫੈਕਟ ਹੈ ਥੋੜੇ ਜਿਹੇ, ਉਹਨਾਂ ਦੇ ਆਧਾਰ ਤੇ ਕਹਿ ਸਕਦੇ ਕਿ ਅੰਮ੍ਰਿਤਸਰ ਉਹਨਾਂ ਦਾ ਵੱਡਾ ਲੜਕਾ maybe he was creating a bit of a display here, but maybe historical aspect to hai theek hai, par who knows ke unhon nu jani jaan si unhon di marzi si theek, so jehdiya hai forces they can't compel anyone to, especially those personalities। 100% ठीक है। जो भी जिस तरह जो भी तुसी आर्गूमेंट दे के जड़ा जवाब दिता है कि जगह तो डेफिनेट गोइंदवाल ही है। ਹੁਣ ਉਹ ਅੰਮ੍ਰਿਤਸਰ ਤੋਂ ਗੋਇੰਦਵਾਲ ਆਏ, ਇਹ ਤੇ ਗੁਰੂ ਸਾਹਿਬ ਖੁਦ ਹੀ ਦੱਸ ਸਕਦੇ ਸਨ ਕਿਉਂ, ਪਰ ਜੇ ਹਿਸਟੋਰੀਕਲੀ ਕਹੋਗੇ ਉਹਨਾਂ ਨੂੰ ਕੋਈ ਨਾ ਕੋਈ ਤਾਂ ਰੀਜ਼ਨ ਹੋਏਗਾ ਜਿਹੜਾ ਹਿਸਟੋਰੀਅਨਸ ਨੇ ਕੱਢਣਾ, ਜ਼ਰੂਰੀ ਨਹੀਂ ਕੋ ਠੀਕ ਹੀ ਕੱਢਣ। ਜੋ ਅਸੀਂ ਕਹਿੰਦੇ ਹਾਂ ਜੀ, ਕਿਉਂਕਿ ਹੀ ਵਾਂਟਡ ਟੂ ਲੀਵ ਦਿਸ ਪਲੇਸ ਇਨ ਪੀਸ ਐਂਡ ਕੁਆਇਟ, ਔਰ ਉਹ ਆਪਣੇ ਛੋਟੇ ਬੇਟੇ ਨੂੰ ਗੁਰਗੱਦੀ ਵੀ ਦੇਣਾ ਚਾਹੁੰਦੇ ਸਨ ਜਾਣ ਤੋਂ ਪਹਿਲਾਂ। ਔਰ ਚੂੰਕਿ ਪ੍ਰਿਥੀ ਚੰਦ ਨੇ ਕਾਫੀ ਪੰਜਾਬੀ ਦਾ ਅੱਖਰ ਹੈ ਬਖੇੜਾ ਪਾਇਆ ਸੀ, ਸੋ ਹੀ ਵਾਂਟਡ ਟੂ ਗੋ ਅਵੇ ਟੂ ਸਮ ਅਦਰ ਪਲੇਸ ਜਿੱਥੇ ਉਹ
ਗੁਰੂ ਅਰਜਨ ਦੇਵ ਜੀ ਨੂੰ ਗੁਰੂ ਵੀ ਬਣਾ ਸਕਣ। ਔਰ ਕਿਉਂਕਿ ਉਹਨਾਂ ਨੂੰ ਜਿਸ ਜੋ ਵਜ਼ੀਰ ਜੀ ਨੇ ਹੁਣ ਵਰਡ ਯੂਜ਼ ਕੀਤਾ ਕਿ ਉਹ ਜਾਨੀ ਜਾਨ ਸਨ, ਔਰ ਉਹਨਾਂ ਨੂੰ ਦੇਖੋ ਕਿਸੇ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਨਾ ਕੋਈ ਇਲਨੈਸ ਨਹੀਂ ਆਉਂਦੀ, ਪਰ ਐਵਰੀ ਗੁਰੂ ਨਿਊ when they are going to leave this mortal world, ਕਿ ਇੰਨੀ ਛੋਟੀ ਉਮਰ ਵਿੱਚ ਵੀ 47 ਦੀ ਏਜ ਵਿੱਚ ਵੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਹੁਣ ਮੈਂ ਜਾ ਰਿਹਾ। ਇਸ ਕਰਕੇ ਉਹ ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ ਬੇਟੇ ਨੂੰ ਲੈ ਕੇ, ਭਾਨੀ ਨੂੰ ਲੈ ਕੇ ਉੱਥੇ ਆ ਗਏ ਸਨ। ਉੱਥੇ ਉਹਨਾਂ ਨੇ ਤਿਲਕ ਵੀ ਲਗਾਇਆ ਆਪਣੇ ਬੇਟੇ ਨੂੰ, ਗੁਰੂ ਅਰਜਨ ਨੂੰ, ਔਰ ਵਿਦਨ 3 years ਉਹ ਜੋਤੀ ਜੋਤ ਸਮਾ ਗਏ ਨੇ। ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਸਮਝਣ ਵਾਲੀਆਂ, ਕਿ ਕਿਉਂਕਿ ਨੈਚੁਰਲੀ ਜੇ ਤੁਸੀਂ ਫਸਟ ਟਾਈਮ ਪੜ੍ਹੋ ਤਾਂ ਤੁਸੀਂ ਕਹੋਗੇ ਜਾਂ ਇਹ ਤੇ ਗਲਤ ਲਿਖਿਆ ਕੋਈ ਰਾਈਟਰ, ਉਹ ਤੇ ਅੰਮ੍ਰਿਤਸਰ ਸਾਹਿਬ ਰਹਿੰਦੇ ਸਨ ਤੇ ਗੋਇੰਦਵਾਲ ਜਾ ਕੇ ਕਿਸ ਤਰ੍ਹਾਂ ਜੋਤੀ ਜੋਤ ਸਮਾਏ ਹੋਣਗੇ। ਉਹ ਡਾਈਜੈਸਟ ਕਰਨਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ। ਮਾਤਾ ਸੁਲੱਖਣੀ, ਮਾਤਾ ਖੀਵੀ, ਮਾਤਾ ਮਨਸਾ ਦੇਵੀ, ਮਾਤਾ ਪਾਣੀ, ਮਾਤਾ ਗੰਗਾ, ਮਾਤਾ ਸਮੁੰਦਰੀ ਨਾਨਕੀ ਤੇ ਮਾਂ ਦੇਵੀ, ਮਾਤਾ ਕਿਸ਼ਨ ਕੌਰ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾ। ਇਹਨਾਂ ਵਿੱਚੋਂ ਕਿਹੜੀ ਮਾਤਾ ਜੀ ਦਾ ਨਾਂ ਹਿਸਟੋਰੀਕਲੀ ਜ਼ਿਆਦਾ ਆਉਂਦਾ? ਦਵਿੰਦਰ, ਤੁਸੀਂ ਸਾਡੇ ਵੱਲ ਨਹੀਂ ਦੇਖ ਰਹੇ, ਤੁਸੀਂ ਕੁਝ ਪੜ੍ਹ ਰਹੇ ਹੋ। ਸਾਡੇ ਵੱਲ ਦੇਖੋ, ਜਿਸ ਵੇਲੇ ਟਾਈਮ ਆਏਗਾ ਤਾਂ ਪੜ੍ਹ ਲੈਣਾ। ਮਾਤਾ ਗੁਜਰੀ, ਉਹਦੇ ਬਾਰੇ ਥੋੜਾ ਜਿਹਾ ਦੱਸੋਗੇ ਵੀ ਉਹ ਹਿਸਟੋਰੀਕਲੀ ਉਹਨਾਂ ਦਾ ਨਾਂ ਕਿਉਂ ਜ਼ਿਆਦਾ ਮਸ਼ਹੂਰ ਹੈ? ਹਾਂ, ਕਿਉਂਕਿ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਸੀਗੇ, ਤੇ ਉਹਨਾਂ ਨੇ 4 ਸਾਹਿਬਜ਼ਾਦੇ ਉਹਨਾਂ ਦੇ ਨਾਲ ਸੀਗੇ, ਤੇ 4 ਸਾਹਿਬਜ਼ਾਦੇ ਉਹਨਾਂ ਦੇ ਸ਼ਹੀਦ ਹੋਏ, ਕਿ 2 ਸਾਹਿਬਜ਼ਾਦੇ ਉਹਨਾਂ ਦੇ ਨਾਲ ਸੀਗੇ ਜਿਹੜੇ ਚੀਨੀਆਂ ਚ ਚੁਣੇ ਗਏ। ਤੋ ਹਿਸਟੋਰੀਕਲੀ ਮਾਤਾ ਗੁਜਰੀ ਜੀ ਦਾ ਨਾਮ ਹੁੰਦਾ ਹੈ ਕਿ ਜਦੋਂ ਉਹ ਅਨੰਦਪੁਰ ਸਾਹਿਬ ਦਾ ਕਿਲਾ ਵਕੇਟ ਵੀ ਕੀਤਾ, ਤੇ ਬਹੁਤ ਸਾਰੇ ਹਿਸਟੋਰੀਅਨ ਕਹਿੰਦੇ ਨੇ ਕਿ ਮਾਤਾ ਗੁਜਰੀ ਜੀ ਨੇ ਹੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀ ਕਿ ਹੁਣ ਵੇਲਾ ਆ ਗਿਆ when we should leave। ਬਾਕੀ ਜੋ ਤੁਸੀਂ ਕਿਹਾ ਠੀਕ ਹੈ ਕਿ ਹਿਸਟੋਰੀਕਲੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਕੰਧਾਂ ਵਿੱਚ ਛਨਾਇਆ, ਤੇ ਮਾਤਾ ਗੁਜਰੀ ਜੀ ਨੇ ਹੀ ਉਹਨਾਂ ਨੂੰ ਤਿਆਰ ਕਰਕੇ ਆਪਣੇ ਉਹਨਾਂ ਦੇ ਫਾਦਰ ਦੀਆਂ, ਗ੍ਰੈਂਡ ਫਾਦਰ ਦੀਆਂ, ਸਿੱਖ ਗੁਰੂਆਂ ਦੀਆਂ ਸਾਖੀਆਂ ਸੁਣਾ ਕੇ ਬਰੇਵਰੀ ਦੀਆਂ, ਤੇ ਉਹਨਾਂ ਨੂੰ ਕੋਰਟ ਦੇ ਵਿੱਚ ਭੇਜਿਆ ਸੀ। ਇੱਕ ਕਿਸੇ ਹੋਰ ਨਵਤੇਜ, ਕਿਸੇ ਇੱਕ ਹੋਰ ਮਾਤਾ ਜੀ ਦਾ ਨਾਂ ਦੱਸੋ ਜਿਹੜਾ ਹਿਸਟੋਰੀਕਲੀ ਇੰਪੋਰਟੈਂਟ ਹੈ। ਜਸਵੀਰ ਕਹਿਣਾ ਚਾਹੁੰਦੀ ਕੁਛ? ਮਾਤਾ ਖੀਵੀ ਜੀ। ਮਾਤਾ ਖੀਵੀ, ਹਾਂਜੀ, ਉਹਨਾਂ ਦਾ ਕੀ ਦੱਸੋ, ਕੀ ਇੰਪੋਰਟੈਂਸ ਹੈ? ਲੰਗਰ ਵਿੱਚ ਉਹਨਾਂ ਦੀ ਸੇਵਾ ਸੀ। ਉਹਨਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਕਿ ਉਹ ਲੰਗਰ ਦੇ ਵਿੱਚ ਲੰਗਰ ਨੂੰ ਆਰਗੇਨਾਈਜ਼ ਕਰਦੇ ਸਨ, ਜਾਂ ਸ਼ਾਇਦ ਖੀਰ ਬਣਾ ਕੇ ਲੈ ਜਾਂਦੇ ਸਨ, ਜਾਂ ਸੋ ਆਈ ਥਿੰਕ ਇੱਕੋ ਹੀ ਗੁਰੂ ਮਾਤਾ ਜਿਹਨਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਸ਼ਾਇਦ ਉਹ ਮਾਤਾ ਖੀਵੀ ਸਨ। ਹੋਰ ਕਿਸੇ ਮਾਤਾ ਦਾ ਨਾਮ? ਭਾਨੀ ਜੀ। ਹੁਣ ਕੌਣ ਬੋਲਿਆ? ਨਹੀਂ, ਹੁਣ ਕੋਈ ਹੋਰ ਦੱਸੇਗਾ। ਚੱਲ ਗੁਰਦੀਪ। ਮਾਤਾ ਸਾਹਿਬ ਕੌਰ ਜੀ, ਉਹਨਾਂ ਨੇ ਪਤਾਸੇ ਪਾਏ ਸੀਗੇ, ਅੰਮ੍ਰਿਤ ਜੀ ਤਿਆਰ ਕੀਤਾ ਗੁਰੂ ਦਸਵੇਂ ਪਾਤਸ਼ਾਹ ਨੇ, ਉਹਨੇ ਪਤਾਸੇ ਵਿੱਚ ਪਾਏ ਸੀਗੇ। Also the mother of the ਖਾਲਸਾ ਉਹਨੂੰ ਕਿਹਾ ਜਾਂਦਾ ਹੈ। ਇਹ ਦੱਸੋ ਨਵਤੇਜ ਜੀ, ਕਿਹੜੇ ਗੁਰੂ ਮਾਤਾ ਜੀ ਨੇ ਜਿਨ੍ਹਾਂ ਨੇ ਫਿਰ ਕੰਟਰੋਲ ਸਾਂਭੀ ਹੈ ਸਿੱਖ ਧਰਮ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ? ਜਿਨ੍ਹਾਂ ਨੇ ਇੰਸਟਰਕਸ਼ਨਾਂ ਵੀ ਦਿੱਤੀਆਂ ਭਾਈ ਮਨੀ ਸਿੰਘ ਨੂੰ ਕਿ ਤੂੰ ਦਸਮ ਗ੍ਰੰਥ ਤਿਆਰ ਕਰ। ਨਾਮ ਸੋਚ ਰਹੇ ਨੇ। ਹਾਂਜੀ, ਮਾਤਾ ਸੁੰਦਰੀ। ਬਿਲਕੁਲ ਠੀਕ, ਮਾਤਾ ਸੁੰਦਰੀ ਇਜ਼ ਰਾਈਟ। ਮਾਤਾ ਸੁੰਦਰੀ ਜੀ ਨੇ ਹੀ ਭਾਈ ਮਨੀ ਸਿੰਘ ਨੂੰ ਬੁਲਾ ਕੇ ਕਿਹਾ ਸੀ ਕਿ ਤੂੰ ਉਹਨਾਂ ਦੀ ਜਿਹੜੀ ਬਾਣੀ ਤੈਨੂੰ ਲੱਭ ਸਕਦਾ ਹੈ, ਕਿਉਂਕਿ ਬਹੁਤ ਸਾਰੀ ਬਾਣੀ ਉਹਨਾਂ ਦੀ ਜੋ ਇਤਿਹਾਸਕਾਰ ਕਹਿੰਦੇ ਨੇ ਸਰਸਾ ਨਦੀ ਦੇ ਵਿੱਚ ਉਸ ਚਲੀ ਗਈ ਸੀ। ਸੋ ਅਸੀਂ ਕਈ ਵਾਰੀ ਇਹ ਦੇਖਦੇ ਹਾਂ ਕਿ ਅਸੀਂ ਜਿਸ ਵੇਲੇ ਗੁਰਬਾਣੀ ਪੜ੍ਹਦੇ ਹਾਂ ਤੇ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਅਸੀਂ ਗੁਰੂ ਸਾਹਿਬ ਦੇ ਬਾਰੇ ਤੇ ਪੜ੍ਹੀ ਜਾਂਦੇ ਹਾਂ, ਪਰ ਉਹਨਾਂ ਦੇ ਘਰੋਂ ਉਹਨਾਂ ਦੇ ਮਾਤਾ ਜੀ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ ਜਿਹੜਾ ਸਾਨੂੰ ਪੜ੍ਹਨ ਦੀ ਲੋੜ ਹੈ।
ਜਿਸ ਤਰ੍ਹਾਂ ਮਾਤਾ ਖੀਵੀ ਦਾ ਇੱਕ ਹੋਰ ਵੀ ਇੰਪੋਰਟੈਂਟ ਰੋਲ ਸੀ ਕਿ ਜਦੋਂ ਦਾਤੂ ਗਿਆ ਗੁਰੂ ਅਮਰਦਾਸ ਜੀ ਨੂੰ ਤੰਗ ਕਰਨ, ਉਹਨਾਂ ਨੇ ਬੇਦਬੀ ਕੀਤੀ ਹੈ, ਤੇ ਦੀ ਮਾਤਾ who prevailed upon him and who brought him back was ਮਾਤਾ ਖੀਵੀ। ਉਸ ਇਤਿਹਾਸ ਜੋ ਤੁਸੀਂ ਬਹੁਤ ਹਾਰਸ਼ ਸ਼ਬਦਾਂ 'ਚ ਕਹਿ ਸਕਦੇ ਹੋ, ਗੁੱਸੇ ਵੀ ਹੋਏ ਉਹਨਾਂ ਨੇ ਕਾਫੀ, ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਉਹਨੇ ਬੇਇੱਜ਼ਤੀ ਕੀਤੀ ਉਹ ਗਲਤ ਸੀ, ਉਹਨੂੰ ਨਹੀਂ ਸੀ ਕਰਨੀ ਚਾਹੀਦੀ। ਸੋ ਮਾਤਾ ਖੀਵੀ ਦਾ ਉੱਥੇ ਵੀ ਨਾਂ ਹੁੰਦਾ। ਭਾਨੀ ਦਾ ਤੁਹਾਨੂੰ ਪਤਾ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਵਰਕ ਸਿੱਖ ਇਤਿਹਾਸ ਦਾ ਸਾਰਾ ਹੀ, ਪੂਰੇ ਸਿੱਖ ਇਤਿਹਾਸ ਨੂੰ ਬਦਲਣ ਵਾਲੀ ਮਾਤਾ ਭਾਨੀ ਸੀ, ਜਦੋਂ ਉਹਨਾਂ ਨੇ ਵਰ ਲਿਆ ਆਪਣੇ ਫਾਦਰ ਤੋਂ ਕਿ ਇਹ ਜਿਹੜੀ ਗੁਰਗੱਦੀ ਹੈ ਹੁਣ ਸੋਢੀਆਂ ਵਿੱਚ ਹੀ ਰਹੇਗੀ। ਚੱਲ ਹੁਣ ਜਸਵੀਰ ਨੇ ਕੁਛ ਕਿਹਾ ਤੇ ਮੈਂ ਕਮ ਬੈਕ ਟੂ ਜਸਵੀਰ ਤੇ ਮਹਿੰਦਰ। ਸੋਢੀ ਤੇ ਸਨ ਗੁਰੂ ਰਾਮਦਾਸ ਜੀ, ਤੇ ਉਹਨਾਂ ਤੋਂ ਬਾਅਦ ਸਾਰੇ ਗੁਰੂ ਸੋਢੀ ਹੀ ਸਨ, ਨਚਲੇ ਹੋਣਗੇ, ਉਹ ਫੈਮਿਲੀ ਹੈ। ਗੁਰੂ ਨਾਨਕ ਸਾਹਿਬ ਜੀ ਕੀ ਸੀ ਕਲੈਨ, ਸਰਨੇਮ ਕਹਿ ਲਓ, ਕਾਸਟ ਕਹਿ ਲਓ, ਕਾਸਟ ਰੋਂਗ ਵਰਡ ਹੈ, ਉਹ ਕਿਹੜੀ ਕਲੈਨ? ਹਾਂਜੀ ਉੱਚੀ ਬੋਲੋ। ਨਹੀਂ ਉਹਨਾਂ ਸੀ ਬੱਬੇ ਤੋਂ ਹੈ, ਬਾ ਤੋਂ ਹੈ, ਬਾ ਵੀ ਤੋਂ ਮੈਂ कहता क्या? हाँ बोल। पल्ला पल्ला नो 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 नहीं सॉरी नानक साहब का जो पल्ला पता नहीं कितना गड़बड़ हो बेदी जाएगी। नानक साहब बेदी बेदी अच्छा ਹੁਣ ਤੋਂ क्या ਭੱਲਾ ਅੱਲਾ ਤੇ ਗੁਰੂ ਬਬਲੀ ਤੂੰ ਦੇਖ, ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਨਾ, ਤੁਸੀਂ ਹਿਲਦੇ ਬਹੁਤ ਹੋ ਤੇ ਜਗ੍ਹਾ ਛੱਡ ਕੇ ਇੱਧਰ ਉੱਧਰ ਜਾਂਦੇ ਹੋ, ਉਹ ਠੀਕ ਨਹੀਂ ਆਉਂਦਾ ਉਹਦੇ ਵਿੱਚ। ਕਿਹੜੇ ਗੁਰੂ ਸਾਹਿਬ ਫਿਰ ਭੱਲਾ ਕਾਸਤੇ ਸਨ? ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਭੱਲਾ ਸਨ, ਗੁਰੂ ਨਾਨਕ ਸਾਹਿਬ ਬੇਦੀ ਸਨ, ਤੇ ਗੁਰੂ ਅੰਗਦ ਜੋ ਜਸਵੀਰ ਨੇ ਪਹਿਲਾਂ ਕਿਹਾ ਸੀ ਤ੍ਰੇਹਨ ਸਨ। ਤੇ ਐਨੀਵੇ ਚੂੰਕਿ ਅਸੀਂ ਕਾਸਟ ਲਿਖਦੇ ਹੀ ਨਹੀਂ, ਇਸ ਕਰਕੇ ਕੋਈ ਬਹੁਤ ਇੰਪੋਰਟੈਂਟ ਕੁਐਸਚਨ ਨਹੀਂ ਹੈ, ਪਰ ਫਿਰ ਵੀ ਹਿਸਟੋਰੀਕਲੀ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਕਿਸੇ ਨੂੰ, ਕਿਉਂਕਿ ਇਹ ਤੇ ਸਾਰੇ ਕਹਿੰਦੇ ਨੇ ਨਾ ਕਿ ਸਾਰੇ ਖਸ਼ਤਰੀ ਸਨ, ਪਰ ਉਹ ਵੀ ਕੋਈ ਸਾਡੇ ਸਿੱਖਾਂ ਵਾਸਤੇ ਇੰਪੋਰਟੈਂਟ ਨਹੀਂ ਹੈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਦਿੱਤਾ ਤੇ ਤੁਸੀਂ ਸਾਰੇ ਹੀ ਇੱਕੋ ਕਾਸਟ ਇੱਕੋ ਕਲੈਨ ਦੇ ਬਣ ਗਏ। ਹੁਣ ਜਿਹੜਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਉਹ ਮੈਂ ਤੁਹਾਡੇ ਕੋਲ ਪੁੱਛਣਾ ਚਾਹਨਾ ਅਬਾਊਟ ਗੁਰੂ ਫੈਮਿਲੀ। ਵੈਸੇ ਤੇ ਜਦੋਂ ਤੁਸੀਂ ਸਿੱਖ ਇਤਿਹਾਸ ਪੜ੍ਹਦੇ ਹੋ ਤੇ ਤੁਹਾਨੂੰ ਬੜਾ ਦਿਲ ਨੂੰ ਪੇਨ ਹੁੰਦਾ, ਦਿਲ ਨੂੰ ਦੁੱਖ ਹੁੰਦਾ, ਤੇ ਮੈਂ ਵਜ਼ੀਰ ਜੀ ਨੂੰ ਕਹਾਂਗਾ ਸ਼ੁਰੂ ਕਰਨ, ਇੱਕ ਗੁਰੂ, ਫਿਰ ਦੂਜਾ ਗੁਰੂ ਤੇਜ ਕਹਿ ਸਕਦਾ, ਤੀਜਾ ਗੁਰਦੀਪ, ਤੀਸਰਾ ਅਸੀਂ ਚੱਲਾਂਗੇ। ਸਟਾਰਟਿੰਗ ਫਰੋਮ ਗੁਰੂ ਨਾਨਕ, ਜਿਹੜੇ ਗੁਰੂ ਬੱਚੇ ਨੇ ਉਹ ਟੂ ਦੀ ਬੈਸਟ ਆਫ ਆਵਰ ਨੌਲੇਜ ਮੈਂ ਤਿੰਨ ਚਾਰ ਚੀਜ਼ਾਂ ਕਹਾਂਗਾ। ਜਾਂ ਤੇ ਉਹ ਆਪਣੇ ਫਾਦਰ ਦੇ ਕਹਿਣ ਤੇ ਨਹੀਂ ਚੱਲੇ, ਜਾਂ ਐਸੇ ਵੀ ਬੱਚੇ ਸਨ ਜਿਨ੍ਹਾਂ ਨੇ ਵਾਇਲੈਂਟ ਐਕਸ਼ਨ ਕੀਤਾ, ਜਾਂ ਐਸੇ ਵੀ ਬੱਚੇ ਸਨ ਜਿਨ੍ਹਾਂ ਨੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਸੋ ਅਸੀਂ ਹੁਣ ਦੇਖਣਾ ਕਿ ਹਰ ਗੁਰੂ ਘਰ ਵਿੱਚੋਂ ਅਸੀਂ ਉਹ ਬੱਚੇ ਲੱਭਾਂਗੇ ਜਿਨ੍ਹਾਂ ਨੇ ਅਗਰ ਕੋਈ ਅਵਗਿਆ ਕੀਤੀ ਹੈ, ਕੋਈ ਗਲਤ ਕੰਮ ਕੀਤਾ ਹੈ, ਤੇ ਉਹ ਕੀ ਸੀ। ਇੱਕ ਇੱਕ ਗੁਰੂ ਅਸੀਂ ਲਵਾਂਗੇ ਔਰ ਅਸੀਂ ਸਟਾਰਟ ਕਰਾਂਗੇ ਵਜ਼ੀਰ ਜੀ ਤੋਂ। ਔਰ ਪਹਿਲਾ ਗੁਰੂ ਹੈ ਸਾਡਾ ਗੁਰੂ ਨਾਨਕ, ਕਿ ਉਹਨਾਂ ਦੇ ਦੋਨੋਂ ਬੱਚੇ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਅੰਦਰ ਸਨ। ਹੁਕਮ ਦੇ ਅੰਦਰ ਸੀ, ਪਰ ਇੱਕ ਬੱਚੇ ਦੀ ਤਾਂ ਪਹਿਲੇ ਹੀ ਡੈਥ ਹੋ ਗਈ ਸੀ ਗੁਰਗੱਦੀ ਦੇਣ ਤੋਂ ਪਹਿਲਾਂ। ਹਾਂਜੀ, ਜਿਹੜਾ ਸ੍ਰੀ ਚੰਦ he might have, we don't know for sure, he might have protested a little bit, but it is not written in any, ਕਿਤੇ ਸਬੂਤ ਨਹੀਂ ਹੈ ਕਿ ਉਹਨੇ ਬਗਾਵਤ ਕੀਤੀ ਹੈ। ਨਹੀਂ, ਪਰ ਠੀਕ ਹੈ, ਮੈਂ ਤੁਹਾਨੂੰ ਕ੍ਰੋਸ ਐਗਜ਼ਾਮਿਨ ਨਹੀਂ ਕਰ ਰਿਹਾ, ਪਰ ਇਹ ਕੀ ਨਹੀਂ ਆਉਂਦਾ ਕਿ ਜੇ ਗੁਰੂ ਨਾਨਕ ਨੇ ਕਿਹਾ ਸੀ ਕਿ ਵਾਹਿਗੁਰੂ ਇੱਕ ਹੈਪੀ ਹੋਮ ਵਿੱਚ ਹੀ ਰਹਿੰਦਾ, ਤੁਸੀਂ ਆਪਣੇ ਘਰ-ਬਾਰ ਨਹੀਂ ਛੱਡਣੇ, ਸੰਨਿਆਸ ਨਹੀਂ ਲੈਣਾ, ਜੰਗਲਾਂ ਵਿੱਚ ਨਹੀਂ ਜਾਣਾ, ਤੇ ਕੀ ਸ੍ਰੀ ਚੰਦ ਨੇ ਕੋਈ ਡਿਫਰੈਂਟ ਮਤ ਨਹੀਂ ਸੀ ਚਲਾਇਆ, ਰੈਕਲੂਸ ਨਹੀਂ ਸੀ ਬਣ ਗਿਆ? ਉਹਨੇ ਆਪਣਾ ਮਤ ਚਲਾਇਆ, ਘਰ ਛੱਡਿਆ, ਵਿਆਹ ਵੀ ਨਹੀਂ ਕਰਵਾਇਆ, ਤੇ ਹੀ ਜਸਟ ਫੋਲੋਡ
ਉਹਨੇ ਆਪਣਾ ਮੱਠ ਅਲੱਗ ਨਹੀਂ ਹੈ, ਪਰ ਉਹ ਸਿਰਫ ਪ੍ਰਚਾਰ ਗੁਰੂ ਨਾਨਕ ਦਾ ਹੀ ਹੈ, ਗੁਰਬਾਣੀ ਦਾ ਹੀ ਪ੍ਰਚਾਰ ਹੈ। ਇਹ ਗੱਲ ਬੜੀ ਇੰਪੋਰਟੈਂਟ ਹੈ, ਸਾਰੇ ਨੋਟ ਕਰੋ ਕਿ ਇੱਕ ਬੱਚਾ ਸਾਡਾ ਹੁੰਦਾ ਪਹਿਲਾਂ ਗੁਰੂ ਨਾਨਕ ਦਾ, ਜਿਹਦੀ ਅਸੀਂ ਦੋਨੋਂ ਸਾਈਡ ਦੇਖਦੇ ਹਾਂ। ਇੱਕ ਤੇ ਉਹਨੇ ਗੁਰੂ ਨਾਨਕ ਦੀ ਵੈਸੇ ਫਿਲਾਸਫੀ ਜਿਹੜੀ ਸੀ ਕਿ ਤੁਸੀਂ ਫੈਮਿਲੀ ਮੈਂਬਰ ਹੀ ਰਹਿਣਾ, ਉਹ ਤੇ ਉਹਨੇ ਫੋਲੋ ਨਹੀਂ ਕੀਤੀ ਔਰ ਇਕਲੂਸ ਬਣ ਗਿਆ। ਲੇਕਿਨ ਜਿੱਥੇ ਵੀ ਉਹਨੇ ਮੱਠ ਬਣਾਏ ਨੇ, ਹੋਰ ਸਿੱਖ ਧਰਮ ਦੇ ਵਿੱਚ ਖਾਲੀ ਇਹੋ ਹੀ ਨਹੀਂ ਵੈਲਿਊ ਕਿ ਤੁਸੀਂ ਘਰ 'ਚ ਰਹਿਣਾ, ਹੋਰ ਵੀ ਸਿੱਖ ਧਰਮ ਦੀਆਂ ਬਹੁਤ ਵੈਲਿਊ ਸਨ। ਉਹਨੇ ਪ੍ਰਚਾਰ ਗੁਰੂ ਨਾਨਕ ਦੀ ਬਾਣੀ ਦਾ ਹੀ ਕੀਤਾ ਜਿੱਥੇ ਵੀ ਉਹਨੇ ਮੱਠ ਲਗਾਏ ਨੇ। ਤੋ ਐਜ਼ ਏ ਰਿਜ਼ਲਟ ਨਵਤੇਜ ਜੀ ਜਿੰਨੇ ਜਦ ਤੱਕ ਉਹ ਜ਼ਿੰਦਾ ਰਿਹਾ, ਉਹ ਬਹੁਤ ਗੁਰੂ ਸਾਹਿਬ ਨੂੰ ਆ ਕੇ ਮਿਲਦਾ ਸੀ। ਸਾਰੇ ਗੁਰੂ ਸਾਹਿਬਾਨ ਨੇ ਉਹਨੂੰ ਬੜਾ ਆਦਰ ਕੀਤਾ, ਬਹੁਤ ਹੀ ਆਦਰ ਦਿੱਤਾ ਜਿਸ ਗੁਰੂ ਸਾਹਿਬ ਦੇ ਕੋਲ ਵੀ ਉਹ ਮਿਲਣ ਆਇਆ। ਔਰ ਇਹ ਵੀ ਦੇਖੋ ਇਤਿਹਾਸ ਵਿੱਚ ਹੈ ਕਿ ਜੋ ਅਸੀਂ ਲਾਸਟ ਵੀਕ ਪੜ੍ਹਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਮੋਹਨ ਨੇ ਵੀ ਪੂਰੀਆਂ ਪੋਥੀਆਂ ਨਹੀਂ ਦਿੱਤੀਆਂ, ਤੇ ਗੁਰੂ ਅਰਜਨ ਦੇਵ ਜੀ ਸ੍ਰੀ ਚੰਦ ਕੋਲ ਵੀ ਗਏ ਨੇ। ਸ੍ਰੀ ਚੰਦ ਕੋਲ ਵੀ ਆਪਣੇ ਫਾਦਰ ਦੀ ਬਾਣੀ ਹੈ ਸੀ, ਜਿਹੜੀ ਉਹਨੇ ਬੜੇ ਪਿਆਰ ਇੱਜ਼ਤ ਮਾਣ ਦੇ ਨਾਲ ਗੁਰੂ ਅਰਜਨ ਨੂੰ ਦਿੱਤੀ ਹੈ। ਓਕੇ, ਛੇਵੇਂ ਗੁਰੂ ਤੇ ਉਹਨਾਂ ਦੀ ਲਾਈਫ ਰਹੀ ਹੈ। ਤੇ ਮੈਂ ਕਿਧਰੇ ਪੜ੍ਹ ਰਿਹਾ ਸੀ ਕਿ ਜਿਹੜੀ ਸੁਖਮਨੀ ਸਾਹਿਬ ਦੀ 17ਵੀਂ ਪੌੜੀ ਆਦਿ ਸੱਚ ਜੁਗਾਦ ਸੱਚ ਤੋਂ ਪਹਿਲਾ ਸ਼ਲੋਕ ਹੈ, ਹਾਂਜੀ, ਇਹ ਜਦੋਂ ਗੁਰੂ ਸ੍ਰੀ ਚੰਦ ਨੂੰ ਕਿਹਾ ਵੀ ਤੂੰ ਇਹਨੂੰ ਹੋਰ ਲਿਖ, ਹਾਂਜੀ, 16 ਪੌੜੀਆਂ ਹੋਈਆਂ ਸੀ ਉਦੋਂ ਤੇ ਫਿਰ ਗੁਰੂ ਅਰਜਨ ਨੇ ਕਿਹਾ ਸੀ ਵੀ ਹੁਣ ਤੂੰ ਇਹਨੂੰ ਕੰਪਲੀਟ ਕਰ। Then he put his father's slok, Ad Sach Jugat Sach Hari Sach, Nanak Hosi Sach, and gave back to Guru Arjan that now you follow with it. Thanks for this knowledge. ਪਿਛਲੀ ਵਾਰੀ ਵੀ ਵਜ਼ੀਰ ਜੀ ਨੇ ਦੱਸਿਆ ਸੀ, ਤੁਸੀਂ ਉਹਨੂੰ ਪਲੀਜ਼ ਜਿਹੜੀ ਚੀਜ਼ ਕੋਈ ਦੱਸੀ ਜਾਏ ਉਹਨੂੰ ਨੋਟ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਜ਼ਿਹਨ ਵਿੱਚ ਰਹਿ ਜਾਏ। ਉਹਨਾਂ ਦੇ ਵਿੱਚ ਸਿਆਰੀਆਂ ਤੇ ਬਿਆਰੀਆਂ ਦਾ ਥੋੜਾ ਜਿਹਾ ਫਰਕ ਹੈਗਾ ਆ ਤੇ ਉਹਦਾ ਵਰਡਿੰਗ ਸੇਮ ਆ। ਅੱਛਾ, ਦਵਿੰਦਰ ਸੈਕੰਡ ਗੁਰੂ, ਉਹਨਾਂ ਦੇ ਬੱਚਿਆਂ ਦੇ ਬਾਰੇ ਕੋਈ ਹੈ, ਤੁਸੀਂ ਕਹਿਣਾ ਕੁਛ? ਹਾਂਜੀ, ਉਹਨਾਂ ਦੇ ਦੋ ਪੁੱਤਰ ਦਾਸੂ ਤੇ ਦਾਤੂ ਸੀ। ਜਿਹੜਾ ਕੁਐਸਚਨ ਹੈ ਨਾ ਸਾਡਾ ਕਿ ਉਹਨਾਂ ਵਿੱਚੋਂ ਉਹ ਪੁੱਤਰ ਜਿਹਨੇ ਕੋਈ ਅਵਗਿਆ ਕੀਤੀ ਹੈ ਉਹ ਦੱਸਣੀ ਸੀ। ਹਾਂਜੀ, ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਜਾ ਕੇ ਲੱਤ ਮਾਰੀ ਸੀ। ਕਿਹੜੇ ਬੱਚੇ ਨੇ? ਦਾਤੂ ਨੇ, ਦਾਤੂ ਨੇ, ਦੋਨੋਂ ਬੱਚੇ ਕਿਹੜੇ ਤੋਂ ਮਾਰੀ ਆ? ਦਾਤੂ ਸੀ, ਉਹ ਛੋਟਾ ਸੀ, ਦਾਤੂ ਨੇ ਮਾਰੀ ਸੀ। ਸੋ ਇਹ ਫਿਜ਼ੀਕਲ ਵਾਇਲੈਂਸ ਸੀ ਜਿਹੜੀ ਉਹਨੇ ਕੀਤੀ ਆ, ਪਰ ਅਗਰ ਅਸੀਂ ਧਿਆਨ ਨਾਲ ਦੇਖਾਂਗੇ ਅੱਗੇ ਚੂਕ ਜਾਵਾਂਗੇ ਕਿ ਬਹੁਤ ਜ਼ਿਆਦਾ ਵਾਇਲੈਂਸ ਹੋਣੀ ਆ। ਸੋ ਅਸੀਂ ਇਹ ਦੇਖਦੇ ਹਾਂ ਕਿ ਦਾਤੂ ਨੇ ਜਿਹੜਾ ਕੰਮ ਕੀਤਾ ਬਹੁਤ ਹੀ ਸ਼ਰਮਨਾਕ ਸੀ, ਬਹੁਤ ਹੀ ਗਲਤ ਸੀ, ਔਰ ਉਹਨੇ ਗੁਰੂ ਸਾਹਿਬ ਨੂੰ ਜਾ ਕੇ ਫਿਜ਼ੀਕਲੀ ਲੱਤ ਮਾਰਨਾ ਤੇ ਪਤਾ ਨਹੀਂ ਉਹਨੂੰ ਕਿੰਨੀ ਸਜ਼ਾ ਮਿਲੀ ਹੋਣੀ ਉੱਪਰ ਜਾ ਕੇ। ਪਰ ਫਿਰ ਬੀਬੀ ਪਾਣੀ ਉਹਨੂੰ ਬਹੁਤ ਗੁੱਸਾ ਕੀਤਾ ਸੀ। ਐਨੀਵੇ, ਉਹਦੇ ਬਾਅਦ ਹੋਰ ਕੋਈ ਜ਼ਿਕਰ ਨਹੀਂ ਆਉਂਦਾ ਅਪਾਰਟ ਫਰੋਮ ਦਿਸ ਇਨਸੀਡੈਂਟ ਕਿ ਉਹਨਾਂ ਦੇ ਦੋਨੋਂ ਬੱਚਿਆਂ ਨੇ ਕੁਝ ਹੋਰ ਕੀਤਾ ਹੋਵੇ। ਪਰਮਜੀਤ, ਗੁਰੂ ਅਮਰਦਾਸ, ਉਹਨਾਂ ਦੇ ਬੱਚੇ, ਕੋਈ ਜੋ ਕੁਝ ਅਸੀਂ ਸਾਡਾ ਹਾਈਪੋਥੇਸਿਸ ਸੀ ਕਿ ਇਹਨਾਂ ਵਿੱਚੋਂ ਕੋਈ ਕੰਮ ਜਿਹਨੇ ਗਲਤ ਕੀਤਾ ਹੋਵੇ ਉਹਨਾਂ ਦੇ ਬੱਚਿਆਂ ਦਾ ਵਿੱਚੋਂ, ਜੇ ਹੈ ਤੇ ਦੱਸੋ, ਜੇ ਨਹੀਂ ਤਾਂ ਪਾਸ ਕਰ ਦਿਓ। I pass, sir. I don't know. Okay, ਗੁਰਦੀਪ। ਭਾਈ ਮੋਹਨ ਜੀ ਉਹਨਾਂ ਨੇ ਪੋਥੀਆਂ ਨਹੀਂ ਸੀ ਦਿੱਤੀਆਂ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ, ਕੋਈ ਬੇਅਦਬੀ ਨਹੀਂ ਕੀਤੀ, ਪਰ ਗੁਰੂ ਸਾਹਿਬ ਦਾ ਆਦਰ ਨਹੀਂ ਸੀ ਕੀਤਾ। ਸੋ ਪਹਿਲਾਂ ਤਾਂ ਸ਼ੁਰੂ ਗੁਰੂ ਕੇ ਮੋਹਨ ਨੇ ਪਹਿਲਾਂ ਉਹ ਪੋਥੀਆਂ ਜਿਸ ਵੇਲੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਨ ਲੱਗੇ ਸਨ ਉਦੋਂ ਹੀ ਗੁਰੂ ਰਾਮਦਾਸ ਨੂੰ ਦੇ ਦੇਣੀਆਂ ਚਾਹੀਦੀਆਂ ਸਨ। ਜਿਹੜਾ ਨੈਕਸਟ ਗੁਰੂ ਬਣਿਆ ਉਹ ਬਣਾਈਆਂ ਤੇ ਇਸੇ ਕਰਕੇ ਸਨ ਨਾ ਗੁਰੂ ਅਮਰਦਾਸ ਨੇ, ਇਟ ਵਿਲ ਪਾਸ ਔਨ ਟੂ ਦੀ ਅਦਰ ਗੁਰੂ। ਤੇ ਸੈਕਿੰਡ ਕਿ ਜਦੋਂ ਗੁਰੂ ਅਰਜਨ ਉਹਨਾਂ ਦੇ ਕੋਲ ਆਏ ਨੇ, ਉਹਨਾਂ ਦੇ ਭਣੇਵੇਂ ਨੇ ਗੁਰੂ ਅਰਜਨ, ਔਰ ਫਿਰ ਵੀ ਉਹਨਾਂ ਨੇ ਪੂਰੀਆਂ ਪੋਥੀਆਂ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਦਿੱਤੀਆਂ। ਸੋ ਚਲੋ, ਕਹਿੰਦੇ ਨੇ ਨਾ ਕਿ ਜੇ ਤੁਸੀਂ ਦੋ ਚੀਜ਼ਾਂ ਨੂੰ ਕੰਪੇਅਰ ਕਰਦੇ ਹੋ ਤੇ ਫਿਰ ਤੁਹਾਨੂੰ ਪਤਾ ਲੱਗਦਾ, ਫਿਰ ਤੁਸੀਂ ਕਹੋਗੇ ਠੀਕ ਹੈ ਮੋਹਨ ਨੇ ਕੋਈ ਐਸੀ ਵੱਡੀ ਗੱਲ ਨਹੀਂ ਕੀਤੀ, ਕਿਉਂਕਿ ਹੋਰ ਉਹਨਾਂ ਨੇ ਇੰਨਾ ਕੁਛ ਕੀਤਾ ਜਿਸ ਤਰ੍ਹਾਂ ਤੁਸੀਂ ਹੁਣੇ ਦੇਖਿਆ ਕਿ ਦਾਤੂ ਨੇ ਲੱਤ ਮਾਰੀ ਹੈ। ਸੋ ਐਨੀਵੇ, ਪਰ ਇਹਨਾਂ ਨੇ ਇੱਕ ਅਵਗਿਆ ਕੀਤੀ ਹੈ ਕਿ
ਇਹ ਨਹੀਂ ਆਉਂਦਾ ਇਤਿਹਾਸ ਵਿੱਚ ਕਿ ਗੁਰੂ ਅਮਰਦਾਸ ਜੀ ਨੇ ਸਪੈਸੀਫਿਕਲੀ ਇਹਨਾਂ ਨੂੰ ਕਿਹਾ ਹੋਵੇ ਕਿ ਤੂੰ ਪੋਥੀਆਂ ਦੇ ਦੇ ਗੁਰੂ ਰਾਮਦਾਸ ਨੂੰ, ਪਰ ਕਿਹਾ ਤੇ ਹੋਣਾ, ਬਣਾਈਆਂ ਤਾਂ ਉਹਨਾਂ ਇਸੇ ਕਰਕੇ ਸਨ, ਬਟ ਇਟ ਇਜ਼ ਨਾਟ ਇਨ ਹਿਸਟਰੀ। ਨਵਤੇਜ, ਗੁਰੂ ਰਾਮਦਾਸ। ਗੁਰੂ ਰਾਮਦਾਸ ਜੀ ਜਿਹੜਾ ਪ੍ਰੋਬਬਲੀ ਇਹ ਸਾਰਿਆਂ ਨਾਲੋਂ ਜ਼ਿਆਦਾ ਹਿਸਟਰੀ ਦੇ ਵਿੱਚ ਡਾਕੂਮੈਂਟਡ ਹੈਗਾ, ਜਿਹੜੇ ਪ੍ਰਿਥੀ ਚੰਦ ਹੈਗੇ ਨੇ, ਕਿ ਉਹਨਾਂ ਨੇ ਸਾਰਿਆਂ ਨਾਲੋਂ ਜ਼ਿਆਦਾ ਆਗਿਆ ਕੀਤੀ ਹੈਗੀ ਹੈ, ਤੇ ਉਹਨਾਂ ਨੇ ਕਾਫੀ ਵੈਰ ਕੀਤਾ, ਕਿਉਂਕਿ ਜਦੋਂ ਅਰਜਨ ਜਦੋਂ ਹਜੇ ਗੁਰੂ ਨਹੀਂ ਬਣੇ ਸੀਗੇ, ਕਿ ਉਹ ਜੋ ਚਿੱਠੀਆਂ ਅਰਜਨ ਨੇ ਆਪਣੇ ਪਿਤਾ ਨੂੰ ਲਿਖੀਆਂ ਸੀਗੀਆਂ ਉਹ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ, ਤੇ ਫਿਰ ਉਹਨਾਂ ਨੇ ਜਾ ਕੇ ਜਦੋਂ ਫੜੇ ਗਏ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਇਹ ਚਿੱਠੀਆਂ, ਜਿਹੜੀ ਉਹਨਾਂ ਨੂੰ ਕਿਹਾ ਕਿ ਤੂੰ ਚਿੱਠੀ ਲਿਖ, ਸੋ ਉਹ ਚਿੱਠੀ ਨਹੀਂ ਲਿਖ ਸਕਿਆ, ਤੇ ਬਾਕੀ ਉਹਨਾਂ ਨੇ ਕਾਫੀ ਫਿਰ ਜਿਹੜੀ ਆਪਣਾ ਉਹਨਾਂ ਦਾ ਪੁੱਤਰ ਸੀ, ਬਾਕੀ ਜਿਹੜੇ ਜਦੋਂ ਅਰਜਨ ਛੋਟਾ ਵੀ ਸੀਗਾ ਉਦੋਂ ਵੀ ਉਹਨਾਂ ਨੇ ਤੇ ਉਹਨਾਂ ਦੀ ਵਾਈਫ ਨੇ ਕਾਫੀ ਕੋਸ਼ਿਸ਼ ਕੀਤੀ ਕਿ ਅਰਜਨ ਨੂੰ ਮਾਰਨ ਦੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਗੁਰੂ ਹਰਗੋਬਿੰਦ ਨੂੰ, ਸੌਰੀ ਹਰਗੋਬਿੰਦ ਨੂੰ। ਸੋ ਪ੍ਰਿਥੀ ਚੰਦ ਦਾ ਰੋਲ ਸਭ ਤੋਂ ਭੈੜਾ ਇਤਿਹਾਸ ਵਿੱਚ ਬੜਾ ਲੰਬਾ ਹੈ। ਈਵਨ ਦੀ ਅਲਟੀਮੇਟ ਕਾਜ਼ ਆਫ ਟਾਰਚਰ ਟੂ ਗੁਰੂ ਅਰਜਨ ਦੇਵ ਜੀ ਉਹ ਵੀ ਪ੍ਰਿਥੀ ਚੰਦ ਹੀ ਸੀ। ਹੁਣ ਬੋਲ ਬਬਲੀ ਨੈਕਸਟ ਗੁਰੂ ਹਰਗੋਬਿੰਦ ਸਾਹਿਬ ਦੇ ਕੋਈ ਬੱਚੇ ਦੇ ਬਾਰੇ ਗੱਲ ਕਰਨੀ ਆ। ਗੁਰੂ ਹਰਗੋਬਿੰਦ ਦੇ ਤੁਸੀਂ ਕਹਿ ਰਹੇ ਹੋ ਜਿਹੜੇ ਜਿਨ੍ਹਾਂ ਨੇ ਕੰਮ ਖਰਾਬ ਕੀਤੇ ਨੇ ਉਹਨਾਂ ਦੇ ਬਾਰੇ? ਸੌਰੀ, ਅਸੀਂ ਗੁਰੂ ਰਾਮਦਾਸ ਜੀ ਤੇ ਸਨਾ, ਹੁਣ ਅਸੀਂ ਆਏ ਗੁਰੂ ਅਰਜਨ ਦੇ ਬੱਚਿਆਂ ਦੇ ਬਾਰੇ ਕੁਝ ਹੈ ਗੱਲਬਾਤ? ਉਹਨਾਂ ਦਾ ਗੁਰੂ ਹਰਗੋਬਿੰਦ ਸਿੰਘ ਜੀ ਸਿੰਘ ਨਹੀਂ ਹੈਗੇ, ਪਲੀਜ਼, ਤੋਂ ਅੱਗੇ ਵੀ ਗਿਆ ਸੀ। ਅੱਛਾ ਸੌਰੀ, ਗੁਰੂ ਹਰਗੋਬਿੰਦ। ਹਾਂ ਹਾਂਜੀ, तो तेरा जवाब छोटा जिहा यही है कि ਉਹਨਾਂ ਦਾ ਇੱਕੋ ਹੀ ਬੇਟਾ ਸੀ ਗੁਰੂ ਹਰਗੋਬਿੰਦ, ਇੱਕੋ ਹੀ ਬੇਟਾ ਸੀ। ਹਾਂਜੀ, ਉਹ ਤੇ ਗੁਰੂ ਹੀ ਸਨ, ਵਾਹਿਗੁਰੂ ਦੀ ਬਖਸ਼ਿਸ਼ ਨਾਲ ਗ੍ਰੇਟ ਗੁਰੂ ਸਨ। ਸੋ ਇੱਥੇ ਉਹਨਾਂ ਦੇ ਕਿਸੇ ਬੱਚੇ ਦੀ ਕੋਈ ਗੱਲ ਹੁੰਦੀ ਨਹੀਂ। ਹੁਣ ਮੁਸ਼ਕਲ ਆ ਗਿਆ ਏਰੀਆ ਮਹਿੰਦਰ ਵਾਸਤੇ, ਪਰ ਸ਼ਾਇਦ ਮਹਿੰਦਰ ਇਹਨੂੰ ਸੋਲਵ ਕਰ ਲਏ। ਮਹਿੰਦਰ ਜੀ, ਹੁਣ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਜਿਹੜੇ ਗੁਰੂ ਬਣਦੇ ਨੇ ਉਹ ਕੌਣ ਨੇ, ਤੇ ਉਸ ਘਰਾਣੇ ਵਿੱਚ ਕੁਝ ਗੜਬੜ ਹੈ? ਹਾਂਜੀ, ਉਹਨਾਂ ਤੋਂ ਬਾਅਦ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਗੱਦੀ ਬਾਬਾ ਗੁਰਦਿੱਤਾ ਜੀ ਬੜੇ, ਜਿਸ ਤਰ੍ਹਾਂ ਕਿ ਉਹਨਾਂ ਦਾ ਸੀਗਾ ਬੜੇ ਗੁਰੂ ਦੇਣੀ, ਬੜੇ ਬੱਚੇ ਨੂੰ ਦੇਣੀ ਆ, ਪਰ ਬੜਾ ਬੱਚਾ ਜਿਹੜਾ ਸੀ ਉਹ ਆਪਣੇ ਆਪ ਨੂੰ ਗੁਰੂ ਸਮਝਣ ਲੱਗ ਪਿਆ ਸੀ। ਇਸ ਕਰਕੇ ਉਹਨਾਂ ਨੇ ਫਿਰ ਗੱਦੀ ਆਪਣੇ ਪੋਤਰੇ ਨੂੰ ਦਿੱਤੀ। ਇਸ ਕਰਕੇ ਬਾਬਾ ਗੁਰਦਿੱਤਾ ਜੀ ਠਹਿਰੋ ਤੁਸੀਂ ਕੁਝ ਕਨਫਿਊਜ਼ ਕਰ ਰਹੇ ਹੋ। ਸੌਰੀ, ਕਿਹੜੇ ਗੁਰੂ ਤੇ ਹੋ ਪਹਿਲਾਂ? ਗੁਰੂ ਹਰਗੋਬਿੰਦ ਤੇ ਹੋ? ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡਾ ਬੱਚਾ ਤੇ ਗੁਰਦਿੱਤਾ। ਹਾਂਜੀ, ਬਾਬਾ ਗੁਰਦਿੱਤਾ ਜੀ ਆ। ਹਾਂਜੀ, ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਗੁਰੂ ਬਣਨਾ ਹੈ। ਇਹ ਤੁਸੀਂ ਥੋੜਾ ਜਿਹਾ ਕਿਸੇ ਭੁਲੇਖਾ ਪੈ ਗਿਆ ਤੁਹਾਨੂੰ। ਅੱਛਾ, ਗੁਰੂ ਉਹ ਤੇ ਬਹੁਤ ਅੱਛਾ ਬੱਚਾ ਸੀ, ਤੇ ਉਹਨਾਂ ਦੀ ਤੇ ਡੈਥ ਵੀ ਬਹੁਤ ਛੋਟੀ ਏਜ 'ਚ ਹੀ ਹੋ ਗਈ ਸੀ। ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੇ ਜਿਹੜਾ ਗੁਰੂ ਐਕਚੁਅਲੀ ਬਣਨੇ ਸਨ, ਕਿਉਂਕਿ ਉਹਨਾਂ ਦੇ 3 ਬੱਚਿਆਂ ਦੀ ਤੇ ਡੈਥ ਹੋ ਚੁੱਕੀ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰਾਂ ਵਿੱਚੋਂ। ਤੇ ਜਿਹੜਾ ਸੂਰਜਮਲ ਸੀ ਉਹ ਵੀ ਨਹੀਂ ਸੀ ਇੰਟਰਸਟਡ। ਸੋ ਗੁਰੂ ਤੇਗ ਬਹਾਦਰ ਨਹੀਂ ਬਣਨਾ ਸੀ ਗੁਰੂ। ਪਰ ਜਦੋਂ ਤੁਹਾਨੂੰ ਪਤਾ ਜਿਹੜੀ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਹੈ, ਤੁਹਾਨੂੰ ਯਾਦ ਹੈ, ਉਹਦੇ ਬਾਅਦ ਉਹਨਾਂ ਨੇ ਵੀ ਮਤਲਬ ਦੁਨੀਆ ਆਲਮੋਸਟ ਆਪਣਾ ਘਰ ਇੱਥੋਂ ਨਾਨਕੇ ਚਲੇ ਗਏ ਸਨ। ਉਹ ਪੀਸ ਆਫ ਮਾਈਂਡ ਵਾਸ ਵਟਐਵਰ ਯੂ ਕੁਡ ਕਾਲ ਇਟ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਅਗਰ ਗੁਰਗੱਦੀ ਉਹਨਾਂ ਨੇ ਸੋਢੀਆਂ ਵਿੱਚ ਹੀ ਰੱਖਣੀ ਸੀ ਤਾਂ ਹੁਣ ਨੈਕਸਟ ਸੀ ਬਾਬਾ ਗੁਰਦਿੱਤਾ ਦੇ ਬੱਚੇ। ਹੁਣ ਬਾਬਾ ਗੁਰਦਿੱਤਾ ਦੇ 2 ਬੱਚੇ ਨੇ। ਪਹਿਲਾ ਬੱਚਾ ਪਰਮਜੀਤ ਕੌਣ ਹੈ? ਪਹਿਲਾ ਤੀਰਮਲ ਹੈ, ਜਿਹਨੂੰ ਉਹਨਾਂ ਨੇ ਗੁਰਗੱਦੀ ਨਹੀਂ ਦਿੱਤੀ, ਤੇ ਦੂਜੇ ਨੂੰ ਦਿੱਤੀ ਉਹ ਗੁਰੂ ਹਰਾਏ ਨੇ। ਹੁਣ ਤੁਸੀਂ ਤੀਰਮਲ ਨੇ ਵੀ ਬਹੁਤ ਬਖੇੜਾ ਪਾਇਆ। ਆਫਟਰ ਪ੍ਰਿਥੀ ਚੰਦ ਸੈਕਿੰਡ ਮੋਸਟ ਹਾਰਮਫੁਲ ਬੱਚਾ ਜਿਹਨੇ ਫਿਜ਼ੀਕਲ ਵੀ ਕੰਮ ਕੀਤੇ ਨੇ ਉਹ ਤੀਰਮਲ ਹੈ। ਕਿਹੜਾ ਫਿਜ਼ੀਕਲ ਕੰਮ ਕੀਤਾ, ਕੋਈ ਦੱਸ ਸਕਦਾ ਤੁਹਾਡੇ ਚੋਂ? ਬਾਬਾ ਜੀ ਵੀਰ ਆਪਣੇ ਕੋਲ ਰੱਖੀ ਸੀ ਜੀ। ਇੱਕ ਤੇ ਉਹ ਤੇ ਹੋ ਗਿਆ ਨਾ, ਵੀਰ ਰੱਖੀ, ਉਹ ਤੇ ਠੀਕ ਹੈ, ਲੇਕਿਨ ਫਿਜ਼ੀਕਲ ਵੀ ਉਹਨੇ ਅਟੈਕ ਕੀਤਾ, ਉਹ ਕਿਹੜਾ ਕੀਤਾ ਜਾਂ ਕਰਵਾਇਆ? ਹਾਂਜੀ ਵਜ਼ੀਰ ਜੀ। ਜਦੋਂ 9ਵੇਂ ਗੁਰੂ ਨੂੰ ਗੱਦੀ ਮਿਲੀ ਹੈ, then he fired at ਇੱਕ ਵਨ ਆਫ ਦੀ ਮਸੰਦ ਜਿਹੜਾ ਉਹਦੇ ਕੋਲ ਸੀ, ਉਹਦੇ ਕੋਲ ਉਹਨੇ ਫਾਇਰ ਕਰਵਾਇਆ ਸੀ ਗੁਰੂ ਤੇਗ ਬਹਾਦਰ ਤੇ। ਸੋ
ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਗੱਦੀ ਮਿਲੀ ਹੈ ਨਾ ਬਕਾਲੇ, ਤੇ ਇਹ ਉੱਥੇ ਖਾਪਾਨ ਪਹੁੰਚ ਗਿਆ ਨਾ, ਤੇ ਉੱਥੋਂ ਇਹਨੇ ਗੋਲੀ ਚਲਵਾਈ ਹੈ ਗੁਰੂ ਤੇਗ ਬਹਾਦਰ ਤੇ ਉਸ ਤੋਂ ਬਾਅਦ ਜੇ ਤੁਸੀਂ ਆਓਗੇ ਤੇ ਇੱਕੋ ਹੀ ਬੱਚਾ ਰਹਿ ਗਿਆ ਹੁਣ। ਉਹ ਵਜ਼ੀਰ ਜੀ ਵਾਸਤੇ ਤੇ ਬਹੁਤ ਆਸਾਨ ਆ। ਹੋਰ ਕਿਸੇ ਹੋਰ ਨੂੰ ਪੁੱਛਾਂ? ਦਵਿੰਦਰ ਜੀ ਕੁਝ ਪੜ੍ਹਦੇ ਰਹਿੰਦੇ ਨੇ ਮੇਰੇ ਖਿਆਲ ਆ। ਹਾਂ ਦਵਿੰਦਰ, ਅਸੀਂ ਕੀ ਕਹਿ ਰਹੇ ਹਾਂ, ਕਿੱਥੇ ਪਹੁੰਚੇ ਹਾਂ ਅਸੀਂ? ਮੈਂ ਪੁੱਛਦਾ ਆਮ ਤੌਰ ਤੇ ਸਟੂਡੈਂਟ ਨੂੰ ਕਿ ਅਸੀਂ ਕਿਹੜੀ ਜਗ੍ਹਾ ਤੇ ਹਾਂ, ਕੀ ਕਰ ਰਹੇ ਹਾਂ ਅਸਲ? ਅਸੀਂ ਹਰਰਾਏ ਗੁਰੂ ਹਰਰਾਏ ਜੀ ਦੇ ਤੱਕ ਆਏ ਕੀਤਾ। ਸੋ ਹੁਣ ਗੁਰੂ ਹਰਰਾਏ ਸਾਹਿਬ ਦੇ ਬੱਚਿਆਂ ਦੇ ਚਲੇ ਜਾਓ। ਕਿਹੜੇ ਬੱਚੇ ਨੇ ਉਹਨਾਂ ਦੇ? ਗੁਰੂ ਹਰਰਾਏ, ਰਾਮ ਰਾਏ ਉਹਨਾਂ ਦੇ ਬੱਚੇ ਤੇ ਹਰਕ੍ਰਿਸ਼ਨ ਜੀ ਆ। ਉਹਨਾਂ ਵਿੱਚੋਂ ਕਿਸੇ ਬੱਚੇ ਨੇ ਕੁਝ ਕੀਤਾ? ਰਾਮ ਰਾਏ ਨੇ, ਉਹਨਾਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਬਾਰੇ ਉਹਨਾਂ ਨੇ ਜਾ ਕੇ ਤਾਂ ਕੁਝ ਰੋਂਗ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ। ਇਤਿਹਾਸ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਦੀ ਜਿਹੜੀ ਹੈ ਆਸਾ ਦੀ ਵਾਰ ਚਾਹੁੰਦੀ ਆ, ਜਿਹੜਾ ਅਸੀਂ ਰੋਜ਼ ਕਹਿੰਦੇ ਵੀ ਹਾਂ ਮਿੱਟੀ ਮੁਸਲਮਾਨ ਕੀ, ਉਹ ਇਤਿਹਾਸ ਵਿੱਚ ਉਹੀ ਆਉਂਦਾ। ਸ਼ਾਇਦ ਉਹਨਾਂ ਨੇ ਕੁਝ ਹੋਰ ਵੀ ਕੀਤਾ ਹੋਵੇ, ਮਿਰਕਲ ਵਗੈਰਾ ਵੀ ਦਿਖਾਏ ਸਨ ਉਹਨਾਂ ਨੇ। ਸੋ ਲੇਕਿਨ ਉਸ ਤੋਂ ਇਲਾਵਾ ਕਹਿੰਦੇ ਤੇ ਹੈ ਨੇ ਕਿ ਉਹ ਧੀਰਮਲ ਨਾਲ ਮਿਲ ਗਏ ਸਨ, ਪਰ ਜ਼ਿਆਦਾ ਕੋਈ ਹਿਸਟੋਰੀਕਲ ਪ੍ਰੂਫ ਨਹੀਂ ਹੈਗਾ। ਸੋ ਤੁਸੀਂ ਹੁਣ ਕਹਿ ਸਕਦੇ ਹੋ ਕਿ ਪ੍ਰਿਥੀ ਚੰਦ ਤੇ ਧੀਰਮਲ they were the most dangerous ਔਰ ਐਂਟੀ ਗੁਰੂਸ, ਐਂਟੀ ਸਿੱਖ ਕਹਿ ਲਓ, ਜਿਨ੍ਹਾਂ ਨੇ ਬਹੁਤ ਹੀ ਜੇ ਤੁਸੀਂ ਇਤਿਹਾਸ ਲਿਖਦੇ ਹੋ ਤਾਂ ਤੁਹਾਨੂੰ ਬਹੁਤ ਭੈੜਾ ਲੱਗਦਾ ਕਿ ਕੀ ਇਹੋ ਜਿਹਾ ਬੱਚਾ ਹੋ ਸਕਦਾ ਸੰਸਾਰ 'ਚ। ਓਕੇ, ਤੁਸੀਂ ਬਹੁਤ ਸਾਰਿਆਂ ਨੇ ਅੱਛੇ ਜਵਾਬ ਦਿੱਤੇ ਨੇ। ਹੁਣ ਅਸੀਂ ਵਿਲ ਕਮ ਟੂ ਦੀ ਹੁਕਮਨਾਮਾ, ਜਿਹੜਾ ਅੱਜ ਦਾ ਹੁਕਮਨਾਮਾ ਬਾਬਾ ਟਾਲ ਹੋਣਾ ਦੀ ਕੋਈ ਸਾਖੀ ਹੈ ਕਿ ਆਪਣੇ? ਹਾਂਜੀ, ਬਾਬਾ ਟਾਲ ਹੋਣਾ ਦੀ ਸਾਖੀ ਹੈਗੀ? ਬਾਬਾ ਅਟਲ ਹੋਰਾਂ ਦੀ ਸਾਖੀ ਹੈਗੀ ਹੈ। ਬਾਬਾ ਅਟਲ ਜਿਹੜਾ ਹੈ ਉਹਨਾਂ ਦਾ ਜਿਹੜਾ ਗੁਰਦੁਆਰਾ ਅੰਮ੍ਰਿਤਸਰ ਦਾ, ਜਦੋਂ ਤੁਸੀਂ ਜਾਂਦੇ ਹੋ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਹੀ ਬੇਟੇ ਨੇ। ਇਸ ਤਰ੍ਹਾਂ ਹੈਗਾ ਜਸਵੀਰ ਕਿ ਸਿੱਖ ਧਰਮ ਦੇ ਵਿੱਚ ਜਿਹੜੀ ਮਿਰੇਕਲ ਦਿਖਾਣਾ ਉਹ ਵਰਜਿਤ ਹੈ। ਕਿਸੇ ਵੀ ਗੁਰੂ ਨੇ ਆਪਣੀ ਮਾਈਟ ਦਿਖਾਉਣ ਵਾਸਤੇ ਕੋਈ ਮਿਰੇਕਲ ਨਹੀਂ ਦਿਖਾਏ। ਸੋ ਦੋ ਸਾਖੀਆਂ ਨੇ, ਇੱਕ ਜਿਹੜੀ ਤੁਸੀਂ ਹੁਣ ਪੁੱਛੀ ਅਟਲ ਦੀ ਤੇ ਇੱਕ ਉਹਨੇ ਬਾਬਾ ਗੁਰਦਿੱਤਾ ਦੀ ਕਹੀ ਸੀ। ਉਹ ਦੋਨੋਂ ਇਸ ਕਿਸਮ ਦੇ ਨੇ ਕਿ ਕੋਈ ਮੁਰਦਾ ਉਹਨਾਂ ਨੇ ਜਵਾਇਆ। ਸੋ ਬਾਬਾ ਅਟਲ ਦੀ ਤੇ ਹੈ ਕਿ ਉਹ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ, 9 ਸਾਲ ਦੇ ਸਨ ਉਹ, ਤੇ ਉਹ ਲੁਕਣ ਮੀਟੀ ਜਿਹੜੀ ਅਸੀਂ ਗੇਮ ਅਸੀਂ ਆਮ ਖੇਡਦੇ ਹਾਂ, ਤੇ ਸ਼ਾਮ ਪੈ ਗਈ, ਰਾਤ ਪੈ ਗਈ, ਤੇ ਸਾਰੇ ਆਪਣੇ ਆਪਣੇ ਘਰ ਸੌਣ ਚਲੇ ਗਏ। ਅਗਲੇ ਦਿਨ ਜਦੋਂ ਗਏ ਤੇ ਜਿਹਨੇ ਮੀਟੀ ਦੇਣੀ ਸੀ ਰਾਤੀ, ਉਹਨੂੰ ਕਹਿੰਦੇ ਨੇ ਸੱਪ ਲੜ ਗਿਆ ਤੇ ਉਹ ਮਰ ਗਿਆ, ਤੇ ਉਹਦੇ ਘਰ ਦੇ ਰੋ ਰਹੇ ਸਨ। ਤੇ ਬਾਬਾ ਅਟਲ ਜਦੋਂ ਨਿਕਲੇ ਤੇ ਇਹਨਾਂ ਨੇ ਉਹਨੂੰ ਆਵਾਜ਼ ਮਾਰੀ ਕਿ ਤੂੰ ਤਾਂ ਮੀਟੀ ਦੇਣੀ ਹੈ, ਤੂੰ ਕਿੱਥੇ ਹੈ? ਤੇ ਉਹਦੇ ਘਰ ਵਾਲਿਆਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਉਹ ਤੇ ਮਰ ਗਿਆ ਰਾਤੀ। ਤੇ ਉਹਨਾਂ ਨੇ ਕਿਹਾ ਨਹੀਂ ਉਹਨੇ ਮੀਟੀ ਦੇਣੀ, ਉਹ ਉੱਠੇਗਾ। ਕਈ ਕਹਿੰਦੇ ਨੇ ਉਹਨਾਂ ਨੇ ਉਹਨੂੰ ਹਿਲਾਇਆ, ਕਈ ਕਹਿੰਦੇ ਨੇ ਉਹਨੂੰ ਆਵਾਜ਼ ਦਿੱਤੀ ਹੈ। ਜੋ ਵੀ ਕੁਛ ਹੈ, ਉਹ ਕੋਈ ਕਰਾਮਾਤ ਹੋਈ ਕਿ ਉਹ ਬੱਚਾ ਉੱਠ ਪਿਆ। ਜਿਸ ਵੇਲੇ ਇਹ ਗੱਲ ਫਿਰ ਗੁਰੂ ਹਰਗੋਬਿੰਦ ਸਾਹਿਬ ਤੱਕ ਜਾ ਕੇ ਪਹੁੰਚੀ ਕਿ ਇਸ ਤਰ੍ਹਾਂ ਹੋਇਆ, ਤੇ ਫਿਰ ਉਹਨਾਂ ਨੇ ਬਾਬਾ ਅਟਲ ਨੂੰ ਬੁਲਾਇਆ, ਆਪਣੇ ਬੇਟਾ ਹੀ ਸੀ ਉਹਨਾਂ ਦਾ, ਕਿ ਜੋ ਤੂੰ ਕੀਤਾ ਉਹ ਠੀਕ ਨਹੀਂ ਹੈ, ਪਰ ਹੁਣ ਜੋ ਹੋ ਗਿਆ ਸੋ ਹੋ ਗਿਆ। ਸੋ ਉਹਦੀ ਜਗ੍ਹਾ ਹੁਣ ਤੈਨੂੰ ਆਪਣਾ ਸਰੀਰ ਛੱਡਣਾ ਪਏਗਾ। ਤੇ ਫਿਰ ਕਹਿੰਦੇ ਨੇ ਬਾਬਾ ਅਟਲ ਲੇਟ ਗਏ, ਉਹਨਾਂ ਨੇ ਆਪਣੇ ਮੂੰਹ ਤੇ ਚਾਦਰ ਲੈ ਲਈ ਤੇ ਉਹਨਾਂ ਨੇ ਸਵਾਸ ਛੱਡ ਦਿੱਤੇ। ਉਹਨਾਂ ਦੀ ਯਾਦ ਵਿੱਚ ਹਰਿਮੰਦਰ ਸਾਹਿਬ ਜਿਹੜਾ ਗੁਰਦੁਆਰਾ ਬਣਿਆ 9 ਮੰਜ਼ਿਲਾਂ ਦਾ ਹੀ ਹੈ, ਤੇ ਉੱਥੇ ਬਾਹਰੋਂ ਲੋਕੀ ਲਿਆ ਕੇ ਲੰਗਰ ਵਰਤਾਉਂਦੇ ਨੇ। ਇਹ ਉਹਨਾਂ ਦੀ ਮਹੱਤਤਾ। ਤੇ ਅਸੀਂ ਵੀ ਛੋਟੇ ਹੁੰਦੇ ਕਹਿੰਦੇ ਹੁੰਦੇ ਸਨ ਬਾਬਾ ਅਟਲ ਤੇ ਪੱਕੀਆਂ ਪਕਾਈਆਂ ਖੱਲ। ਉੱਥੇ ਪੱਕੀ, ਵੈਸੇ ਤਾਂ ਲੰਗਰ ਹੋਰ ਵੀ ਸੀ, ਪਰ ਉੱਥੋਂ ਸ਼ਾਇਦ ਜ਼ਿਆਦਾ ਤੁਹਾਨੂੰ ਗਰਮ ਲੰਗਰ ਮਿਲਦਾ ਹੋਵੇ। ਹਾਂਜੀ, ਪਰ ਇਹ ਉਹੀ ਜਗ੍ਹਾ ਜਿੱਥੇ ਬਾਬਾ ਅਟਲ ਜੀ ਲੰਮੇ ਪਏ, ਤੁਸੀਂ ਕਹਿੰਦੇ ਆਪਣੇ ਆਪ ਨੂੰ, ਜਗ੍ਹਾ ਉਹੀ ਹੈ ਜੀ ਇਹ ਬਾਬਾ ਅਟਲ ਜੀ? ਐਗਜ਼ੈਕਟ ਉਹੀ ਜਗ੍ਹਾ ਜਿੱਥੇ ਉਹਨਾਂ ਸਿਰ ਛੱਡਿਆ ਸੀ, ਜੋ ਹਿਸਟਰੀ ਕਹਿੰਦੀ ਆ। ਦੂਜੇ ਫਿਰ ਬਾਬਾ ਗੁਰਦਿੱਤਾ ਨੇ, ਉਹਨਾਂ ਨੇ ਕੋਈ ਗਊ ਚਵਾਈ ਸੀ, ਬਾਈਕ ਦੀ ਗਲਤੀ ਨਾਲ ਗਾਂ ਮਰ ਗਈ ਸੀ, ਤੇ ਉਹਨਾਂ ਕੋਲੋਂ ਫਿਰ ਉਹ ਕੁਛ ਮਿਰੇਕਲ ਹੋ ਗਿਆ ਸੀ, ਗਾਂ ਜ਼ਿਆਦਾ ਪੈਦਾ ਹੋ ਗਈ ਸੀ, ਗਾਂ ਬਚ ਗਈ ਸੀ ਜਾਂ ਜੀ ਉੱਠੀ ਸੀ। ਇਹ ਉਦੋਂ ਕੀਰਤਪੁਰ ਸਨ,
ਤੇ ਉਹ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਮੇਰੇ ਫਾਦਰ ਤੇ ਨੂੰ ਗੱਲ ਠੀਕ ਨਹੀਂ ਲੱਗਣੀ। ਉਹ ਬਿਨਾਂ ਇਸ ਬਿਫੋਰ ਕਿ ਗੁਰੂ ਹਰਗੋਬਿੰਦ ਸਾਹਿਬ ਕੁਝ ਕਹਿੰਦੇ, ਉਹ ਆਪ ਹੀ ਆ ਕੇ ਦਰਖਤ ਥੱਲੇ ਰੇੜ ਕੇ ਸਨ, ਉੱਪਰ ਉਹਨਾਂ ਚਾਦਰ ਲੈ ਲਈ ਸੀ ਤੇ ਸਵਾਸ ਛੱਡ ਦਿੱਤੇ ਸਨ। ਉਹਨਾਂ ਦੀ ਏਜ ਵੀ ਕਾਫੀ ਛੋਟੀ ਸੀ। ਮੇਰਾ ਆਪਣੇ ਖਿਆਲ ਦੇ ਮੁਤਾਬਕ 25 ਈਅਰ ਸਨ। ਇਹ ਦੋ ਸਾਖੀਆਂ ਜਸਵੀਰ ਜੀ ਇਕੱਠੀਆਂ ਜਾਂਦੀਆਂ। ਮੈਨੂੰ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੀ ਕਲਾਸ ਨੂੰ, ਇਸ ਗੁਰਮਤ ਦੀ ਕਲਾਸ ਨੂੰ ਐਕਟੀਵੇਟ ਰੱਖਣ ਵਾਸਤੇ ਸਭ ਤੋਂ ਜ਼ਿਆਦਾ ਐਫਰਟ ਨਵਤੇਜ ਦੀ ਹੁੰਦੀ ਹੈ, ਔਰ ਉਹ ਤੁਹਾਨੂੰ ਸਾਰਿਆਂ ਨੂੰ ਹੁਕਮਨਾਮਾ ਵੀ ਭੇਜਦੇ ਨੇ, ਬਾਕੀ ਸ਼ਬਦ ਵੀ ਭੇਜਦੇ ਨੇ, ਮੇਰੇ ਨਾਲ ਵੀ ਇਨ ਟੱਚ ਨੇ। ਸੋ ਅਸੀਂ ਮੈਂ ਰੀਅਲੀ ਆਈ ਐਮ ਵੈਰੀ ਗ੍ਰੇਟਫੁਲ ਟੂ ਹਿਮ ਪਰਸਨਲੀ ਕਿ ਕੋਈ ਨਾ ਕੋਈ ਜਦ ਤੱਕ ਐਕਟਿਵਲੀ ਇਨਵੋਲਵ ਨਾ ਹੋਵੇ ਤੇ ਕੋਈ ਵੀ ਕੰਮ ਸਿਰੇ ਨਹੀਂ ਚੜਦਾ। ਅੱਜ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਦਵਿੰਦਰ ਹੁਕਮਨਾਮੇ ਦਾ ਟ੍ਰਾਂਸਲੇਸ਼ਨ ਕਰੇਗੀ। ਹੁਕਮਨਾਮਾ ਕਿਉਂਕਿ ਅਸ਼ਟਪਦੀ ਹੈ, ਸੋ ਮੈਂ ਉਹਨਾਂ ਨੂੰ ਕਹਾਂਗਾ ਤੁਸੀਂ ਸਿਰਫ ਇੱਕ ਪਦਾ ਜਾਂ ਪਹਿਲਾ ਜਿਹੜਾ ਰਹਾਉ ਹੈ, ਕਿਉਂਕਿ ਇਹਦੀ ਦੋ ਰਹਾਉ ਨੇ ਮੇਰੇ ਕਹਿੰਦੇ ਤੇ ਆ ਜਾ ਕੇ, ਤੋ ਉਹਦਾ ਤੁਸੀਂ ਸਿਰਫ ਟ੍ਰਾਂਸਲੇਟ ਕਰੋਗੇ। ਮੈਂ ਸਿਰਫ ਕਲਾਸ ਨੂੰ ਇਹ ਦੱਸਣਾ ਚਾਹੁੰਦਾ, ਤੁਹਾਡੇ ਵਿੱਚੋਂ ਕਿਹਨੇ ਹੁਕਮਨਾਮਾ ਪੜ੍ਹਿਆ ਘਰ? ਪਰਮਜੀਤ ਪੜ੍ਹਿਆ? ਅਗਰ ਤੁਸੀਂ ਸਾਰਿਆਂ ਨੇ ਪੜ੍ਹਿਆ ਤੇ ਤੁਸੀਂ ਇੱਕ ਚੀਜ਼ ਦੇਖੀ ਹੋਏਗੀ ਕਿ ਇਹ ਗੁਰੂ ਅਰਜਨ ਦੇਵ ਜੀ ਨੇ ਇਹਦੇ ਵਿੱਚ ਇਹੀ ਕਿਹਾ ਕਿ ਜੋ ਕੁਝ ਵੀ ਉਸ ਵੇਲੇ ਪ੍ਰਚਲਿਤ ਸੀ ਕਿ ਰੱਬ ਨੂੰ ਲੈਣ ਵਾਸਤੇ, ਰੱਬ ਨੂੰ ਮਿਲਣ ਵਾਸਤੇ, ਰੱਬ ਨੂੰ ਪਾਉਣ ਵਾਸਤੇ ਤੁਸੀਂ ਕੀ ਕੁਝ ਕਰਨਾ ਹੈ, ਜੋ ਵੀ ਉਸ ਵੇਲੇ ਬ੍ਰਾਹਮਣਾਂ ਨੇ ਜਾਂ ਪੰਡਤਾਂ ਨੇ ਜਾਂ ਜਿਹੜੇ ਵੀ ਉਸ ਵੇਲੇ ਪ੍ਰਚਾਰਕ ਸਨ, ਉਹ ਬਹੁਤ ਸਾਰੀਆਂ ਚੀਜ਼ਾਂ ਦਾ, ਉਹ ਚੂੰਕਿ ਰਿਚੁਅਲ ਤੁਸੀਂ ਉਹਨਾਂ ਨੂੰ ਕਹਿੰਦੇ ਹੋ, ਜਿਹੜੀਆਂ ਬੇਮਕਸਦ ਹੁੰਦੀਆਂ, ਉਹਨਾਂ ਦਾ ਅਗਰ ਖੰਡਨ ਨਹੀਂ ਤੇ ਐਟਲੀਸਟ ਉਹਨਾਂ ਨੇ ਕਿਹਾ ਕਿ ਉਹਨਾਂ ਰਿਚੁਅਲ ਦੇ ਨਾਲ ਤੁਸੀਂ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦੇ। ਇੱਕ ਮਿੰਟ ਮੈਂ ਇੰਟਰਫੇਅਰ ਕਰਾਂ ਭਾਈ ਸਾਹਿਬ, ਸੌਰੀ। ਇਹਦੇ ਵਿੱਚ ਦਿੱਤਾ ਹੋਇਆ ਜਿਸ ਤਰ੍ਹਾਂ ਕੁੰਡਲਨੀ ਤੇ ਐਕਸਰਸਾਈਜ਼ ਦਿੱਤੀ ਹੋਈ ਹੈ ਇਸ ਸ਼ਬਦ ਵਿੱਚ, ਉਹ ਕਿੱਥੋਂ ਆ? ਉਹ ਮੈਂ ਨੋਟ ਕੀਤਾ ਸੀ ਨਾ। ਉਹ ਠੀਕ ਹੈ, ਕਿਉਂਕਿ ਹੁਣ ਦਵਿੰਦਰ ਤੁਹਾਨੂੰ ਉਹਦਾ ਜਵਾਬ ਦੱਸੇਗੀ। ਅੱਛਾ, ਉਦੋਂ ਜਿਹੜੇ ਯੋਗੀ ਸਨ, ਯੋਗੀ ਸਾਹ ਰੋਕ ਕੇ, ਔਰ ਕਈ ਤਰ੍ਹਾਂ ਦੇ ਉਹ ਆਸਨ ਹੁੰਦੇ ਸਨ ਉਦੋਂ, ਜਿਨ੍ਹਾਂ ਦੇ ਡਿਫਰੈਂਟ ਨਾਂ ਨੇ। ਉਹਦੇ ਵਿੱਚ ਇਹ ਨਾਂ ਗੁਰੂ ਅਰਜਨ ਦੇਵ ਜੀ ਨੇ ਯੂਜ਼ ਕੀਤਾ ਹੋਇਆ। ਹਾਂਜੀ, ਇਹਦੇ ਨਾਲ ਉਹਨਾਂ ਦਾ ਖਿਆਲ ਸੀ ਕਿ ਉਹ ਅਕਾਲਪੁਰ ਤੱਕ ਪਹੁੰਚ ਸਕਦੇ ਹੋ, ਤੁਸੀਂ ਉਹਨੂੰ ਮਿਲ ਸਕਦੇ ਹੋ। ਕਿਉਂਕਿ ਉਹਨਾਂ ਨੇ ਕਿਉਂਕਿ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਜੋ ਦਵਿੰਦਰ ਜੀ ਹੁਣ ਕਹਿਣ ਜਾ ਰਹੇ ਹਨ। ਠੀਕ ਹੈ, ਤੁਸੀਂ ਸਾਹ ਅੰਦਰ ਬਾਹਰ ਕਰਦੇ ਹੋ ਜਿਹੜਾ। ਹਾਂਜੀ ਪਲੀਜ਼, ਪਹਿਲੇ ਪੈਰੇ ਵਿੱਚ ਕਈ ਚੀਜ਼ਾਂ ਉਹਨਾਂ ਨੇ ਕਹੀਆਂ। ਪਲੀਜ਼ ਯਾਦ ਰੱਖਣਾ, ਇਹ ਚੀਜ਼ਾਂ ਖੰਡਨ ਨਹੀਂ ਹੈ, ਇਹ ਚੀਜ਼ਾਂ ਉਹਨਾਂ ਕਹੀਆਂ ਕਿ ਇਹ ਪੂਰਾ ਰਸਤਾ ਨਹੀਂ ਹੈ, ਕਿਉਂਕਿ ਨਹੀਂ ਤਾਂ ਫਿਰ ਉਹ ਕਲੈਸ਼ ਹੋ ਜਾਏਗਾ ਦੋ ਰਿਲੀਜਨ ਦਾ। ਸੋ ਤੁਸੀਂ ਇਹੀ ਕਹਿਣਾ ਕਿ ਜਿਸ ਤਰ੍ਹਾਂ ਹੁਣ ਹਿੰਦੂ ਧਰਮ ਦੇ ਵਿੱਚ ਅਗਰ ਜਾਦੂ ਟੂਣਾ ਵੀ ਹੈ, ਅਸੀਂ ਇਹ ਨਹੀਂ ਕਦੀ ਕਹਾਂਗੇ ਕਿ ਜਾਦੂ ਟੂਣਾ ਗਲਤ ਹੈ, ਅਸੀਂ ਕਹਾਂਗੇ ਅਸੀਂ ਉਹਨੂੰ ਨਹੀਂ ਮੰਨਦੇ। ਸੋ ਦੋਨੋਂ ਡਾਇਲੌਗ ਵਿੱਚ ਫਰਕ ਹੈ, ਕੰਡੈਮ ਕਰਨਾ ਤੇ ਨਾ ਮੰਨਣਾ। ਜਿਹੜੇ ਮੰਨਦੇ ਨੇ ਸੋ ਵੀ ਗੁੱਡ ਲੱਕ ਟੂ ਦੈਮ। ਚੱਲ ਦਵਿੰਦਰ ਤੁਸੀਂ ਸ਼ੁਰੂ ਕਰੋ। ਔਰ ਅਗਰ ਕਿਸੇ ਨੂੰ ਉਹਦੇ ਵਿੱਚ ਕੋਈ ਚੀਜ਼ ਪੁੱਛਣੀ ਹੋਵੇ ਤੇ ਮੈਂ ਹੁਣ ਲਾਸਟ ਟਾਈਮ ਤੋਂ ਬਾਅਦ ਮੈਂ ਰੀਅਲਾਈਜ਼ ਕੀਤਾ ਸੀ ਕਿ ਪਹਿਲਾਂ ਅਗਰ ਟ੍ਰਾਂਸਲੇਸ਼ਨ ਹੋ ਜਾਏ ਤਾਂ ਉਸ ਤੋਂ ਬਾਅਦ ਅਗਰ ਪੁੱਛੀਏ ਤਾਂ ਜ਼ਿਆਦਾ ਅੱਛਾ, ਰਾਦਰ ਦੈਨ ਦਵਿੰਦਰ ਨੂੰ ਵਿਚਕਾਰ ਟੋਕ ਕੇ। ਹਾਂਜੀ ਦਵਿੰਦਰ ਖੋਲੋ ਜੀ। ਇਹ ਸ਼ਬਦ 641 ਪੇਜ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਤੇ ਹੈ ਤੇ ਸੋਰਠ ਮਹੱਲਾ ਪੰਜਵਾਂ, ਸੋਰਠ ਰਾਗ ਮਹੱਲਾ ਪੰਜਵਾਂ, ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈਗਾ। ਘਰ ਦੂਸਰੇ ਘਰ ਦੇ ਵਿੱਚ ਅਸ਼ਟਪਦੀਆਂ ਹੈਗੀਆਂ ਆ ਤੇ ਅਸ਼ਟਪਦੀਆਂ ਜਿਹੜੀਆਂ ਹੈਗੀਆਂ ਇਹ 8 ਪਦੇ ਦੀਆਂ ਸ਼ਬਦ ਹੈ ਤੇ 311 ਅਸ਼ਟਪਦੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਤਿਗੁਰੂ ਪੂਰੇ ਗੁਰੂ ਦੇ ਪ੍ਰਸਾਦ ਦੇ ਨਾਲ, ਕਿਰਪਾ ਦੇ ਨਾਲ ਮਿਲਦਾ ਹੈ। ਸੋ ਇਹ ਜਿਹੜਾ ਸ਼ਬਦ ਹੈ, ਇਸ ਸ਼ਬਦ ਦੇ ਵਿੱਚ ਇਹੀ ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਇਹ ਕਰਮ ਕਾਂਡਾਂ ਦੇ ਨਾਲ ਨਹੀਂ ਮਿਲਦਾ ਹੈਗਾ, ਕੋਈ ਸਫਲਤਾ ਨਹੀਂ ਮਿਲਦੀ ਹੈਗੀ, ਸਿਰਫ ਪਰਮਾਤਮਾ ਦਾ ਨਾਮ ਲੈਣ ਨਾਲ ਹੀ ਸਫਲਤਾ ਮਿਲਦੀ ਹੈ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਚਾਹੇ ਅਸੀਂ ਪਾਠ ਪੜ੍ਹ ਲਈਏ, ਚਾਹੇ ਵੇਦਾਂ ਦਾ ਪਾਠ ਕਰ ਲਈਏ, ਵਿਚਾਰ ਕਰ ਲਈਏ ਉਹਦੀ, ਤੇ ਨਿਵਲ ਭੁਜੰਗਮ ਇਸ ਕਰਮ ਕਾਂਡ ਜਿਹੜੇ ਹੈਗੇ ਆ, ਜਿਹੜੇ ਨਿਵਲ ਇਹ ਵੀ ਨੇਤੀ ਧੋਤੀ ਜੋ
ਜੋ ਕੁਝ ਵੀ ਕਰਦੇ ਆ ਉਹ ਭੁਜੰਗਮ, ਇਹਦੇ ਵਿੱਚ ਇੱਕ ਜਿਹੜੀ ਪਿਛਲੇ ਰੀੜ੍ਹ ਦੀ ਹੱਡੀ ਹੁੰਦੀ ਆ, ਇਹ ਸਾਡੇ ਗਰਦਨ ਤੱਕ ਆਉਂਦੀ ਆ, ਦਿਮਾਗ ਤੱਕ ਜਾਂਦੀ ਆ, ਤੇ ਕਹਿੰਦੇ ਹਨ ਕਿ ਜਿਹੜੀ ਇਹ ਹੱਡੀ ਆ ਉੱਪਰ ਤੱਕ ਜਾਂਦੀ ਆ, ਉੱਪਰ 10ਵਾਂ ਦਵਾਰ ਆ, ਤੇ ਉਹ ਕਰਨ ਦੇ ਨਾਲ ਇਹ ਫਿਰ 10ਵੇਂ ਦਵਾਰ ਤੱਕ ਪਹੁੰਚ ਜਾਂਦੇ ਆ। ਪਰ ਇਹ ਸਾਰੇ ਕਰਮ ਕਰਕੇ ਤਾਂ ਫਿਰ ਵੀ ਪੰਜ ਜਨਾ ਸਿਓ ਸੰਗ ਨਾ ਛੁੱਟ ਗਿਓ, ਅਧਿਕ ਹੰਗ ਬੁੱਧ ਵਾਧੇ। ਕਹਿੰਦੇ ਕਿ ਫਿਰ ਵੀ ਇਹ ਕਰਕੇ ਵੀ ਤੇ ਪੰਜ ਜਨਾ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹਨਾਂ ਤੋਂ ਸਾਡਾ ਅਸੀਂ ਛੁੱਟੇ ਨਹੀਂ। ਫਿਰ ਵੀ ਅਹੰਗ ਬੁੱਧ, ਜਿਹੜੇ ਹੰਕਾਰ ਦੇ ਵਿੱਚ ਅਸੀਂ ਵੱਜੇ ਗਏ, ਬਹੁਤ ਸਾਰਾ ਹੰਕਾਰ ਫਿਰ ਵੀ ਆ ਗਿਆ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਬਹੁਤ ਸਾਰੇ ਕਰਮ ਕਰ ਲੈ, ਇਹਨਾਂ ਕਰਮਾਂ ਦੇ ਨਾਲ ਅਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ, ਜਿਹੜੇ ਵੀ ਅਸੀਂ ਉੱਪਰ ਦੱਸੇ ਆ। ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਫਿਰ ਗੁਰੂ ਜੀ ਕਹਿੰਦੇ ਆ ਕਿ ਬੇਨਤੀਆਂ ਕਰਦੇ ਆ ਕਿ ਮੈਂ ਪਰਮਾਤਮਾ ਤੇਰੇ ਦੁਆਰੇ ਦੇ ਵਿੱਚ ਆ ਕੇ ਮੈਂ ਬੈਠ ਗਿਆ ਆ, ਤੇ ਮੈਨੂੰ ਕੋਈ ਚੰਗੀ ਬੁੱਧ ਦਿਓ, ਤੇ ਮੈਂ ਜਿਸ ਦੇ ਨਾਲ ਚੰਗੇ ਕੰਮ ਕਰ ਸਕਾਂ, ਤੈਨੂੰ ਮਿਲ ਸਕਾਂ। ਬਹੁਤ ਅੱਛਾ ਤੇ ਬਹੁਤ ਮਿਹਨਤ ਦੇ ਨਾਲ ਦਵਿੰਦਰ ਤੁਸੀਂ ਇਹ ਕੀਤਾ, ਬਹੁਤ ਅੱਛਾ ਲੱਗਾ। ਔਰ ਗੱਲ ਸਾਰੀ ਇਹੀ ਹੈ ਕਿ ਅਸੀਂ ਜਦੋਂ ਵੀ ਗੁਰਬਾਣੀ, ਐਟਲੀਸਟ ਗੁਰਬਾਣੀ ਚੂੰਕਿ ਸਾਡਾ ਜੀਵਨ ਹੈ, ਗੁਰਬਾਣੀ ਹੀ ਸਾਨੂੰ ਉਸ ਅਕਾਲ ਪੁਰਖ ਦੇ ਨਾਲ ਜੋੜਦੀ ਹੈ, ਤੇ ਪਤਾ ਲੱਗਦਾ ਵੀ ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਪੜ੍ਹਿਆ ਔਰ ਤੁਸੀਂ ਬੜੀ ਅੱਛੀ ਤਰ੍ਹਾਂ ਕਲਾਸ ਨੂੰ ਸਮਝਾਇਆ। ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਹੀ ਵਰਡ ਯੂਜ਼ ਕੀਤੇ ਨੇ, ਸੋ ਅਗਰ ਕਾਸ਼ ਸਾਡੇ ਕੋਲ ਜ਼ਿਆਦਾ ਬਹੁਤ ਟਾਈਮ ਹੋਇਆ ਕਰੇ ਕਿ ਅਸੀਂ ਪੂਰੇ ਵੱਡੇ ਸ਼ਬਦ ਵੀ ਕਲਾਸ ਵਿੱਚ ਸਾਰੇ ਕੰਪਲੀਟ ਕਰ ਸਕੀਏ, ਪਰ ਇੱਕੋ ਹੀ ਪਦੇ ਤੋਂ ਨਾਲ ਹੀ ਤੁਸੀਂ ਦੇਖੋਗੇ ਕਿ ਸਾਰੇ ਸ਼ਬਦ ਦਾ ਮੀਨਿੰਗ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜੀਆਂ ਵੀ ਉਸ ਵੇਲੇ ਕੋਈ ਰਿਚੁਅਲ ਸਨ ਅਰਾਊਂਡ, ਦੇਖੋ ਤਾਂ ਮੇਨ ਧਰਮ ਤਾਂ ਹਿੰਦੂ ਧਰਮ ਸੀ ਤੁਹਾਡੇ ਕੋਲ, ਔਰ ਉਹਨਾਂ ਦੇ ਬ੍ਰਾਹਮਣਸ ਨੇ ਬਹੁਤ ਅਫਵਾਹਾਂ ਫੈਲਾਈਆਂ ਹੋਈਆਂ ਸਨ ਕਿ ਉਹਨਾਂ ਤੋਂ ਇਲਾਵਾ ਖੁਦਾ ਤੱਕ, ਵਾਹਿਗੁਰੂ ਤੱਕ, ਨਾਰਾਇਣ ਤੱਕ, ਰੱਬ ਤੱਕ ਕੋਈ ਵੀ ਨਹੀਂ ਪਹੁੰਚ ਸਕਦਾ। ਔਰ ਜਿਸ ਤਰ੍ਹਾਂ ਵੀ ਤੁਸੀਂ, ਤਾਂ ਕਿ ਆਰਡੀਨਰੀ ਬੰਦਾ ਜਿਹੜਾ ਹੈ ਉਹ ਆਸ ਹੀ ਛੱਡ ਦੇਵੇ, ਔਰ ਉਹਨਾਂ ਦੇ ਕੋਲ ਹੀ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਮੀਡੀਅਮ ਬਣਾਇਆ ਸੀ ਕਿ ਸਾਡੇ ਥਰੂ ਹੀ ਤੁਸੀਂ ਰੱਬ ਨੂੰ ਮਿਲ ਸਕਦੇ ਹੋ, ਅਦਰਵਾਈਜ਼ ਰੱਬ ਤੁਹਾਨੂੰ ਨਹੀਂ ਮਿਲ ਸਕਦਾ। ਤੇ ਸਿੱਖ ਗੁਰੂਆਂ ਨੇ ਔਰ ਅੱਜ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹੋ ਹੀ ਤਸਦੀਕ ਕੀਤੀ ਹੈ ਕਿ ਤੁਹਾਡੇ ਤੇ ਰੱਬ ਦੇ ਵਿਚਕਾਰ ਕੋਈ ਕੁਝ ਵੀ ਨਹੀਂ ਹੈ। ਤੁਸੀਂ ਡਾਇਰੈਕਟਲੀ, ਤੁਹਾਡੀ ਜਿਹੜੀ ਸੋਲ ਹੈ ਡਾਇਰੈਕਟਲੀ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਸਕਦੀ ਹੈ, ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਗੁਰੂ ਨਾਨਕ ਨੇ, ਗੁਰੂ ਅੰਗਦ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਤੁਸੀਂ ਅਗਰ ਸ਼ਬਦ ਉਹਨਾਂ ਦੇ ਪੜ੍ਹੀ ਜਾਓ, ਸ਼ਬਦ ਪੜ੍ਹੀ ਜਾਓ, ਤਾਂ ਤੁਹਾਨੂੰ ਇਹੀ ਸਮਝ ਆਏਗੀ ਤੁਹਾਡੀ ਰੂਹ ਡਾਇਰੈਕਟ ਪਰਮਾਤਮਾ ਦੇ ਨਾਲ ਗੁਰੂ ਨਾਨਕ ਨੇ ਜੋੜੀ ਹੈ। ਕਿਸੇ ਵਿਚੋਲੇ ਦੀ ਲੋੜ ਨਹੀਂ, ਕਿਸੇ ਰਿਚੁਅਲ ਦੀ ਵੀ ਲੋੜ ਨਹੀਂ। ਅੱਖਾਂ ਬੰਦ ਕਰਕੇ ਜੇ ਸੱਚੇ ਦਿਲੋਂ ਇੱਕ ਓਂਕਾਰ ਵੀ ਕਹਿ ਦਿਓ ਤਾਂ ਰੱਬ ਮਿਲ ਜਾਏਗਾ। ਗੱਲ ਇਹ ਹੈ ਕਿ ਤੁਸੀਂ ਸੱਚੇ ਦਿਲ ਤੋਂ ਉਸ ਅਕਾਲ ਪੁਰਖ ਨੂੰ ਯਾਦ ਕਰਨਾ, ਆਪਣੇ ਆਪ ਨੂੰ ਉਹਦੇ ਨਾਲ ਜੋੜਨਾ। ਔਰ ਫਕੀਰਾਂ ਫਕੂਰਾਂ ਉਹਨਾਂ ਦੀ ਇੱਜ਼ਤ ਕਰੋ, ਜੋ ਮਰਜ਼ੀ ਕਰੋ, ਲੇਕਿਨ ਉਹਨਾਂ ਨੂੰ ਰੱਬ ਨਾ ਸਮਝੋ, ਉਹਨਾਂ ਨੂੰ ਰੱਬ ਬਣਾਓ ਵੀ ਨਾ। ਰੱਬ ਰੱਬ ਹੀ ਹੈ, ਉਹ ਇੱਕੋ ਹੀ ਹੈ, ਉਹ ਉਹੀ ਨਿਰਾਕਾਰ ਰੱਬ ਹੈ, ਉਹੀ ਇੰਕੋਕਾਰ ਰੱਬ ਹੈ ਜਿਹਨੂੰ ਗੁਰੂ ਨਾਨਕ ਨੇ, ਜਿਹਦੇ ਨਾਲ ਗੁਰੂ ਨਾਨਕ ਨੇ ਤੁਹਾਨੂੰ ਜੋੜਿਆ। ਥੈਂਕ ਯੂ ਦਵਿੰਦਰ, ਬਹੁਤ ਅੱਛਾ ਲੱਗਾ ਮੈਨੂੰ। ਔਰ ਇਸ ਅੱਗੋਂ ਵੀ ਜਦੋਂ ਵਜ਼ੀਰ ਜੀ ਨੂੰ ਤਾਂ ਚੂੰਕਿ ਅਸੀਂ ਉਹ ਤਾਂ ਸਾਡੇ ਇਸ ਕੰਮ ਦੇ ਵਿੱਚ ਉਸਤਾਦ ਨੇ ਗੁਰਬਾਣੀ ਦਾ ਟ੍ਰਾਂਸਲੇਸ਼ਨ ਵਾਸਤੇ, ਪਰ ਨਵਤੇਜ ਬਾਕੀਆਂ ਨੂੰ ਪੁੱਛ ਲਿਆ ਕਰੇਗਾ ਕਿ ਜਿਹੜਾ ਵੀ ਹੁਕਮਨਾਮੇ ਦਾ ਟ੍ਰਾਂਸਲੇਸ਼ਨ ਕਰਨ ਵਾਸਤੇ ਆਪਣੇ ਆਪ ਨੂੰ ਵੋਲੰਟੀਅਰ ਕਰਦਾ, ਇਟ ਵਿਲ ਬੀ ਅ ਗ੍ਰੇਟ ਥਿੰਗ ਟੂ ਡੂ ਇਟ। ਹੁਣ ਜਿਹੜੇ ਡਾਕਟਰ ਇੱਕ ਚੀਜ਼ ਮੈਂ ਐਡ ਕਰਨੀ ਸੀ ਕਿ ਜਿਹੜਾ ਮੇਰੇ ਹਿਸਾਬ ਨਾਲ ਇੱਕ ਚੀਜ਼ ਜਿਹੜੀ ਆਪਾਂ ਅੱਜ ਦੀ ਜਦੋਂ ਆਪਣੇ ਬਬਲੀ ਭੈਣ ਜੀ ਨੇ ਗੱਲ ਪੁੱਛੀ ਹੈ ਕਿ ਮੇਰੇ ਹਿਸਾਬ ਨਾਲ ਇੱਕ ਚੀਜ਼ ਹੈ ਕਿ ਇਹ ਜਿਹੜੇ ਸਾਰੇ ਆਪਾਂ ਰਿਚੁਅਲ ਦੀ ਗੱਲ ਕਰਦੇ ਹਾਂ ਕਿ ਇਹ ਸਾਰੇ ਜਿੱਦਾਂ ਕਹਿੰਦੇ ਆਊਟਰ ਕਲੈਂਜ਼ਿੰਗ ਕਹਿ ਲਓ ਉਹਨਾਂ ਨੂੰ, ਪਰ ਜਿਹੜੀ ਸੀ ਕਹਿੰਦੇ ਕਿ ਜਿਹੜਾ ਨਾਮ ਹੀ ਐਸੀ ਚੀਜ਼ ਹੈ ਕਿ ਜਿਹੜੀ ਸਾਡੇ ਜਿਹੜੇ ਅੰਦਰਲੀ ਜਿਹੜੀ ਮੈਲ ਹੈ ਕਿ ਉਹ ਨਾਮ ਹੀ ਐਸੀ ਚੀਜ਼ ਹੈ ਕਿ ਜੋ ਅੰਦਰਲੀ ਮੈਲ ਕੱਢੇਗਾ, ਕਿ ਬਾਹਰੋਂ ਅਸੀਂ ਜੋ ਮਰਜ਼ੀ ਕਰੀ ਜਾਈਏ ਉਹਦਾ ਕੋਈ ਅਸਰ ਨਹੀਂ ਹੋਏਗਾ।
So that's my understanding. ਬਿਲਕੁਲ ਠੀਕ ਹੈ ਜੋ ਤੂੰ ਕਿਹਾ, ਇਹੋ ਹੀ ਸਾਰੇ, this is the essence of all the ਸ਼ਬਦ of the whole ਗੁਰਬਾਣੀ, ਕਿ ਨਾਮ ਹੀ ਹੈ ਜਿਹੜਾ, ਜੇ ਮੈਂ ਹੁਣੇ ਇੱਕ ਵਰਡ ਜਿਹੜਾ ਜੋ ਦਿੱਤਾ ਤੁਹਾਨੂੰ ਪਰਮਾਤਮਾ ਨਾਲ ਜੋੜਦਾ, ਨਾਮ ਹੀ ਤੁਹਾਡੀ ਰੂਹ ਨੂੰ ਸਾਫ਼ ਕਰੇਗਾ, ਰੂਹ ਨੂੰ ਧੋਏਗਾ। ਹੁਣ ਅਸੀਂ ਜਿਹੜੇ ਰਾਗ ਭੈਰੋ ਦੇ, ਔਰ ਅੱਜ ਚੂੰਕਿ 5 ਸ਼ਬਦ ਨੇ, ਤਾਂ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਹੀ ਕਵਰ ਹੋ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਹੋਰ ਰਿਵੀਜ਼ਨ ਰਹਿ ਗਈ ਹੈ, ਉਹ ਤੁਸੀਂ 2-4 ਮਿੰਟਾਂ 'ਚ ਕਰ ਲਈਏ। ਤੇ ਉਹ ਵੀ ਮੈਂ ਚਾਹਾਂਗਾ ਕਿ ਸਾਡੇ ਕੁਝ ਬਹੁਤ ਫਟਾਫਟ ਜਵਾਬ ਦੇਣ ਵਾਲੇ ਵੀ ਬੜੇ ਨੇ, ਔਰ ਸੋਚ ਕੇ ਜਵਾਬ ਦੇਣ ਵਾਲੇ ਵੀ ਬੜੇ ਨੇ। ਤੁਸੀਂ ਮਹਿੰਦਰ ਜੀ ਵੈਸੇ ਨਿਤਨੇਮ ਪੜ੍ਹਦੇ ਹੋ ਗੁਟਕੇ ਤੋਂ? ਹਾਂਜੀ, ਅਸੀਂ ਆਪਣੇ ਜਪਜੀ ਸਾਹਿਬ ਪੜ੍ਹਦੇ ਜੀ। ਨਹੀਂ, ਮੈਂ 5 ਬਾਣੀ ਤੂੰ ਜਸਵੀਰ ਕੀ ਪੜ੍ਹਦੀ ਆ? ਮੈਂ 5 ਬਾਣੀਆਂ ਹੁੰਦੀਆਂ ਜਪਜੀ। ਕਿਹੜੀ ਬਾਣੀ ਪੜ੍ਹਦੀ ਆ? ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਤੇ ਆਨੰਦ ਸਾਹਿਬ, ਚੌਪਈ ਸਾਹਿਬ। ਤੇ ਰਾਤੀ ਨਹੀਂ ਪੜ੍ਹਦੀ ਰਹਿਰਾਸ ਸਾਹਿਬ? ਰਹਿਰਾਸ ਪਹਿਲਾਂ ਕਰਦੀਆਂ, ਫਿਰ ਮੈਂ 16 ਸਾਹਿਬ ਪੜ੍ਹਦੀ। 16 ਸਾਹਿਬ ਪੜ੍ਹਦੀ, ਅੱਛਾ ਚਲੋ ਠੀਕ ਹੈ। ਇਹ ਚੂੰਕਿ ਜਵਾਬ ਤੁਹਾਨੂੰ ਮੈਂ ਚਾਹੁੰਦਾ ਸਿੱਧਾ ਹੀ ਬਿਲਕੁਲ ਠੀਕ ਆ ਜਾਏ, ਤੇ ਫਿਰ ਪਰਮਜੀਤ ਜਾਂ ਗੁਰਦੀਪ ਨੇ ਜਿਨ੍ਹਾਂ ਦੀ ਵਾਰੀ ਆਏਗੀ। ਤੇ ਪਰਮਜੀਤ ਜੀ ਤੁਸੀਂ ਫਟਾਫਟ ਬੋਲਦੇ ਹੋ, ਸੋਦਰ 'ਚ ਕਿੰਨੇ ਸ਼ਬਦ ਨੇ? ਸੋਦਰ 'ਚ 5 ਸ਼ਬਦ। ਕਿਹੜੇ ਗੁਰੂ ਦੇ ਨੇ? ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਨਾਨਕ ਦੇ ਕਿੰਨੇ ਨੇ? ਫਟਾਫਟ ਬੋਲਦੇ। ਨਾਨਕ ਦੇਵ ਜੀ ਦੇ 3 ਹੈ। ਗੁਰੂ ਨਾਨਕ ਦੇਵ ਜੀ ਦੇ 3 ਤੇ ਇੱਕ ਗੁਰੂ ਰਾਮਦਾਸ ਤੇ ਗੁਰੂ ਅਰਜਨ। ਹਾਂਜੀ। ਇਹਦੇ ਵਿੱਚ ਸ਼ਬਦ ਕਿਹੜੇ ਰਾਗ ਦੇ ਨੇ? ਇਹਦੇ 'ਚ ਰਾਗ ਆਸਾ ਦੇ 3 ਪਹਿਲੇ, ਫਿਰ ਰਾਗ ਗੁਜਰੀ ਦੇ 2 ਦੂਜੇ। ਰਾਗ ਗੁਜਰੀ। ਵੈਰੀ ਗੁੱਡ। ਸਿੱਧਾ ਜਵਾਬ ਇਹ ਹੈ 5 ਸ਼ਬਦ, 3 ਗੁਰੂ ਨਾਨਕ, ਇੱਕ ਗੁਰੂ ਰਾਮਦਾਸ, ਇੱਕ ਗੁਰੂ ਅਰਜਨ। ਗੁਰੂ ਨਾਨਕ ਦੇ ਸਾਰੇ ਸ਼ਬਦ ਰਾਗ ਆਸਾ, ਔਰ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇ ਸ਼ਬਦ ਰਾਗ ਗੁਜਰੀ। ਸੋ ਪੁਰਖ ਗੁਰਦੀਪ ਕਿੰਨੇ ਸ਼ਬਦ? 4 ਸ਼ਬਦ ਆ ਜੀ। ਕਿਹੜੇ ਰਾਗ ਵਿੱਚ? ਸਾਰੇ ਰਾਗ ਆਸਾ ਦੇ ਜੀ। ਵੈਰੀ ਗੁੱਡ। ਗੁਰੂ ਨਾਨਕ ਦੇ ਕਿੰਨੇ? 1 ਸ਼ਬਦ ਗੁਰੂ ਨਾਨਕ ਦੇਵ ਜੀ ਦਾ। ਗੁਰੂ ਰਾਮਦਾਸ ਜੀ ਦੇ ਕਿੰਨੇ? 2 ਸ਼ਬਦ ਗੁਰੂ ਰਾਮਦਾਸ ਜੀ ਦੇ। ਗੁਰੂ ਅਰਜਨ ਦੇ ਕਿੰਨੇ? 1 ਸ਼ਬਦ ਗੁਰੂ ਅਰਜਨ। ਬੜਾ ਸੋਹਣਾ ਜਵਾਬ। ਦੇਖੋ ਨਾ, ਮੈਨੂੰ ਪਤਾ ਹੈ ਕਲਾਸ ਮਿੰਟ ਹੀ ਜਵਾਬ ਦੇ ਦੇਗੀ। 4 ਸ਼ਬਦ, 4 ਰਾਗ ਆਸਾ ਦੇ, 1 ਗੁਰੂ ਨਾਨਕ, 2 ਗੁਰੂ ਰਾਮਦਾਸ, 1 ਗੁਰੂ ਅਰਜਨ। ਬਬਲੀ ਸੋਇਲਾ ਕਿੰਨੇ ਸ਼ਬਦ? ਤੂੰ ਤੇ ਕੋਈ ਠੀਕ ਕਰਨ ਲੱਗ ਪਈ ਹੈ। ਬੰਦ ਹੀ ਹੋਈ ਜਾ ਰਿਹਾ। ਹਾਂਜੀ। ਸੋਇਲਾ ਦੇ ਵਿੱਚ ਕਿੰਨੇ ਸ਼ਬਦ? 4। ਵਜ਼ੀਰ ਜੀ ਸੋਇਲਾ ਦੇ ਕਿੰਨੇ ਸ਼ਬਦ? 5। ਕਿੰਨੇ ਗੁਰੂ ਨਾਨਕ ਦੇ? 3। ਬਾਕੀ 2 ਕਿਹਦੇ? 1 ਚੌਥੇ ਗੁਰੂ ਦਾ, 1 ਪੰਜਵੇਂ ਦਾ। ਬਿਲਕੁਲ ਸਿੱਧੀ ਗੱਲ। 5 ਸ਼ਬਦ, 3 ਗੁਰੂ ਨਾਨਕ, 1 ਗੁਰੂ ਰਾਮਦਾਸ, 1 ਗੁਰੂ ਅਰਜਨ। ਕਿਉਂਕਿ ਅਸੀਂ ਸ਼ੁਰੂ 'ਚ ਕਹਿ ਚੁੱਕੇ ਹਾਂ ਗੁਰੂ ਅਮਰਦਾਸ ਦਾ ਕੋਈ ਸ਼ਬਦ ਨਹੀਂ ਹੈਗਾ ਇਹ 9 ਸ਼ਬਦਾਂ ਦੇ 14 ਸ਼ਬਦਾਂ ਦੇ ਗਰੁੱਪ ਵਿੱਚ। ਸੋ 3 ਗੁਰੂਆਂ ਦੇ ਅਸੀਂ ਨਾਂ ਲੈਣੇ ਨੇ। ਇੱਥੇ ਵੀ ਗੁਰੂ ਨਾਨਕ 311 ਹੈਗਾ। ਔਰ ਜਿਹੜਾ ਗੁਰੂ ਨਾਨਕ ਦਾ ਇੱਕ ਸ਼ਬਦ ਨੇ ਉਹ ਕਿਹੜੇ ਰਾਗ ਦੇ ਨੇ? ਕੋਈ ਦੱਸੇਗਾ? ਰਾਗ ਦੀਪਕੀ, ਆਸਾ ਤੇ ਤਨਾਸਰੀ। ਬਿਲਕੁਲ ਠੀਕ ਹੈ। 3 ਗੁਰੂ ਨਾਨਕ ਸਾਹਿਬ ਦੇ ਸ਼ਬਦ ਡਿਫਰੈਂਟ ਰਾਗਾਂ ਦੇ ਨੇ। 1 ਗੌੜੀ ਦੀਪਕੀ, 1 ਰਾਗ ਆਸਾ ਤੇ 1 ਤਨਾਸਰੀ ਰਾਗ। ਦਵਿੰਦਰ, ਗੁਰੂ ਰਾਮਦਾਸ ਦਾ ਸ਼ਬਦ ਕਿਹੜੇ ਰਾਗ ਦਾ? ਹਾਂਜੀ, ਗੌੜੀ ਪੂਰਵੀ। ਬਿਲਕੁਲ ਠੀਕ ਹੈ। ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਵੀ ਗੌੜੀ ਪੂਰਵੀ ਦਾ। ਵੈਰੀ ਗੁੱਡ। ਚਲੋ ਹੁਣ ਅਸੀਂ ਪਹਿਲਾ ਸ਼ਬਦ ਆਉਂਦਾ ਭੈਰੋ ਰਾਗ ਦਾ। ਇਹ ਮੈਨੂੰ ਦੱਸਿਆ ਸੀ ਨਵਤੇਜ ਨੇ ਕਿ ਸਾਡੇ ਇੱਕ ਹੋਰ ਬਹੁਤ ਅੱਜ ਕੱਲ੍ਹ ਜਿਹੜੇ ਬਹੁਤ ਜ਼ਿਆਦਾ ਗੁਰਬਾਣੀ ਦੇ ਨਾਲ ਜੁੜੇ ਨੇ ਸਾਡੇ ਗੁਰਦੀਪ ਜੀ, ਉਹ ਕਰਨਗੇ। ਔਰ ਉਹ ਸ਼ਕਲ ਤੋਂ ਵੀ ਬਿਲਕੁਲ ਇਸ ਵੇਲੇ ਮਹੰਤੀ ਲੱਗਦੇ ਨੇ। ਸੋ ਗੁਰਦੀਪ ਜੀ ਪਹਿਲਾ ਸ਼ਬਦ ਹੈ ਔਰ ਬਹੁਤ ਹੀ ਆਸਾਨ ਸ਼ਬਦ ਹੈ। ਔਰ ਤੁਸੀਂ ਅਗਰ ਇਹਨੂੰ 2 ਮਿੰਟਾਂ 'ਚ ਕਰਦੇ ਹੋ, ਇਹਦਾ ਟ੍ਰਾਂਸਲੇਸ਼ਨ ਹੀ ਕਰਨਾ। ਮੈਂ ਪੜ੍ਹਦਾ, ਤੁਸੀਂ ਉਹਦੀ ਟ੍ਰਾਂਸਲੇਸ਼ਨ ਕਲਾਸ ਨੂੰ ਦੱਸੋ। ਠੀਕ ਹੈ। उठत सुखिया बैठत सुखिया, बहु नहीं लागे जा ऐसे भुजिया, राखा एक हमारा स्वामी, सगल घटा के अंतरजामी। ਕਹਿੰਦੇ ਵਿਜੇ ਰਹਾਉ ਦਾ ਜਿਹੜੀ ਪੰਕਤੀ ਆ ਉਹ ਕਹਿੰਦੇ ਵੀ ਜਿਹੜੇ ਇੱਕ ਜਿਹੜਾ ਵਾਹਿਗੁਰੂ ਆ
ਉਹ ਸਾਰੇ ਦੁਨੀਆ ਦਾ ਪਾਲਣ ਵਾਲਾ ਆ, ਰੱਖਿਆ ਕਰਦਾ ਆ। ਉਹੀ ਜਿਹੜਾ ਅੰਤਰਜਾਮੀ ਜਿਹੜਾ ਦਿਲਾਂ ਦੀ ਜਾਣਦਾ ਆ, ਅੰਦਰਲੀ ਜਿਹੜੀ ਡੂੰਘੀ ਜਿਹੜੀ ਆਪਣੀ ਵਿਚਾਰ ਆ, ਆਪਣੀ ਸੋਚ ਆ, ਉਹ ਸਾਰੇ ਜਾਣਦਾ ਆ। He knows our innermost thoughts. ਉਹੀ ਜਿਹੜਾ ਸਾਰੀ ਰੱਖਿਆ ਕਰਦਾ ਆ, ਉਹੀ ਮੇਰਾ ਸਵਾਮੀ, ਮੇਰਾ ਮਾਲਕ ਆ। ਕਹਿੰਦੇ ਉੱਠ ਸੁੱਖੇ ਬੈਠ ਸੁੱਖੇ ਵੀ ਉੱਠਦੇ ਬਹਿੰਦੇ ਆ, ਉਹਨੂੰ ਪ੍ਰਤੀ ਆਈਏ ਤਾਂ ਬੜਾ ਸੁੱਖ ਮਿਲਦਾ ਆ। ਵੀ ਕਿਤੇ ਵੀ ਡਰ ਨਹੀਂ ਲੱਗਦੀ, ਜਿੱਥੇ ਉਹਦਾ ਵਰਤਾਰਾ ਹੈਗਾ ਆ ਦੁਨੀਆ ਵਿੱਚ, ਵੀ ਕਿਤੇ ਡਰ ਨਹੀਂ ਲੱਗਦਾ, ਬਿਕੋਜ਼ ਉਹ ਮੇਰੇ ਮਾਲਕ ਆ। ਬਹੁਤ ਅੱਛਾ ਤੇਰਾ ਤੁਸੀਂ ਟ੍ਰਾਂਸਲੇਸ਼ਨ ਕੀਤੀ। ਮੈਂ ਤਾਂ ਹੀ ਲਾਈਨਾਂ 4 ਪੜ੍ਹੀਆਂ ਕਿ ਐਕਚੁਅਲੀ ਮੀਨਿੰਗ ਤੁਹਾਡਾ ਲਾਸਟ 2 ਲਾਈਨਾਂ ਤੋਂ ਹੀ ਸ਼ੁਰੂ ਹੁੰਦਾ ਕਿ ਜਿਹੜਾ ਰਾਖਾ ਹੈ ਤੁਹਾਡਾ, ਜਿਹੜਾ ਤੁਹਾਡੇ ਘੱਟ ਘੱਟ ਜਾਣਨ ਵਾਲਾ ਹੈ, ਉਹਦੇ ਬਾਰੇ ਹੀ ਉਹਨਾਂ ਨੇ ਕਿਹਾ ਉੱਠਤ ਸੁਖਿਆ ਬੈਠਤ ਸੁਖਿਆ ਬਹੁ ਨਹੀਂ ਲਾਗੇ, ਜਾਂ ਐਸੇ ਬੁਝਿਆ ਕਿ ਉਹਦੀ ਹੀ ਬੰਦਗੀ, ਉਹਦੀ ਹੀ ਪ੍ਰਸਤਿਸ਼, ਉਹਦੀ ਹੀ ਪੂਜਾ। ਮੈਂ ਉੱਠਦੇ ਬੈਠਦੇ ਸੋਤੇ ਜਾਗਦੇ ਉਹਦੀ ਹੀ ਪੂਜਾ ਕਰਦਾ। ਹਾਂਜੀ ਗੁਰਦੀਪ, ਮੈਂ ਬੋਲਦਾ ਤੁਸੀਂ ਬੋਲੋ। ਸੋਏ ਅਚਿੰਤਾ ਜਾਗੇ ਅਚਿੰਤਾ, ਜਹਾਂ ਕਾਂ ਪ੍ਰਭ ਤੂੰ ਵਰਤਨਤਾ। ਜਿੱਥੇ ਵੀ ਤੇਰਾ ਪਸਾਰਾ ਹੈਗਾ, ਵੀ ਜਿੱਥੇ ਤੂੰ ਵਰਤਦਾ ਆ, ਉੱਥੇ ਮੈਨੂੰ ਕੋਈ ਫਿਕਰ ਨਹੀਂ ਗਾ। ਉੱਥੇ ਜਿੱਦਾਂ ਮੈਂ ਰਾਤ ਦੀ ਨੀਂਦ ਵੀ ਮੈਨੂੰ ਬੇਚਿੰਤਾ ਆਉਂਦੀ ਆ, ਤੇ ਮੈਂ ਜਾਗਦਾ ਵੀ ਬੇਚਿੰਤਾ, ਮੈਨੂੰ ਕੋਈ ਚਿੰਤਾ ਫਿਕਰ ਹੈ ਹੀ ਨਹੀਂ ਗਾ ਕਿਸੇ ਚੀਜ਼ ਦਾ ਵੀ। ਪਰਮਜੀਤ, ਲਾਸਟ ਸਟੈਂਜ਼ਾ ਮੈਂ ਤੇਰੇ ਕੋਲੋਂ ਪੁੱਛਣਾ, ਜੇ ਤੂੰ ਮਨ ਨਾ ਕਰੇ ਤੇ। ਨਹੀਂ। ਓਕੇ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਕਿ ਅੰਦਰ ਵੀ ਘਰ ਦੇ ਵਿੱਚ ਪੀਸ ਹੈ, ਬਾਹਰ ਵੀ ਪੀਸ ਹੈ, ਵਾਹਿਗੁਰੂ ਸਾਰੇ ਪਾਸੇ ਉਹਦਾ ਨਾਮ ਵਸਾਇਆ ਹੈ। ਕਿ ਘਰ ਦੇ ਅੰਦਰ ਪੀਸ ਹੈ, ਘਰ ਦੇ ਬਾਹਰ ਪੀਸ ਹੈ, ਡਿਊ ਟੂ ਵਾਟ? ਕਿ ਉਹਦਾ ਮੰਤਰ ਜਿਹੜਾ ਹੈ, ਉਹ ਜੋ ਪਾਠ, ਜੋ ਦੀ ਵਰਡ, ਉਹਦੀ ਸ਼ਬਦ। क्योंकि अगर तुम फिर आगे चले जाओगे, राखा एक हमारा स्वामी सबर सगल कटा के अंतर जामी, उस परमात्मा की वो गल कर रहे हैं, ਉਹਦੇ करके ही मेरे घर दे विच भी सुख है, बाहर भी सुख है, मैंने कोई तकलीफ ही नहीं है। ऑल अराउंड आई एम वेरी हैप्पी। हाँ जी गुरदीप। उसका बित्ते ਜਿਹੜਾ ਘਰ ਆਇਆ ਨਾ, ਘਰ ਸੁੱਖੀ ਵਸਿਆ ਬਾਹਰ ਸਿਪਾਹੀ, ਘਰ ਇਹ ਆਪਣੀ ਬੋਡੀ ਨੂੰ ਕਿਹਾ, ਆਪਣੀ ਬੋਡੀ ਵਿੱਚ ਜਦੋਂ ਆਉਂਦਾ ਅੱਜ ਹੁਕਮ ਵਿੱਚ ਕਾਮ ਕ੍ਰੋਧ ਲੋਭ ਹੰਕਾਰ, ਸਾਨੂੰ ਇਹ 5 ਜਿਹੜੇ ਚੋਰ ਆ ਘਰ ਦੇ ਆਪਣੀ ਬੋਡੀ ਵਿੱਚ ਆਪਣੀ ਚਿੰਤਾ ਨਹੀਂ ਦਿੰਦੇ। ਬਿਲਕੁਲ। ਜਿਹੜੇ ਬਾਹਰ ਜਿਹੜੇ ਜਿੱਦਾਂ ਕੋਈ ਨਿੰਦਾ ਚੁਗਲੀ ਕਰਦਾ, ਉਹ ਵੀ ਮੈਨੂੰ ਕੋਈ ਫਿਕਰ ਨਹੀਂ ਹੈਗਾ। ਬਿਲਕੁਲ ਠੀਕ ਹੈ। that meaning is also valid ਕਿ ਤੁਸੀਂ ਘਰ ਕਿਹਨੂੰ ਕਹਿੰਦੇ ਹੋ, ਬੋਡੀ ਨੂੰ ਕਹਿੰਦੇ ਹੋ ਕਿ ਆਪਣੇ ਹਾਊਸ ਨੂੰ ਕਹਿੰਦੇ ਹੋ। ਸੋ ਯੂ ਹੈਵ ਟੂ, ਜੋ ਵੀ ਤੁਸੀਂ ਸੋਚੋਗੇ, ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ ਕਿ ਗੁਰਬਾਣੀ ਜਿਹੜੀ ਹੈ ਗੁਰੂ ਸਾਹਿਬ ਨੇ ਲਿਖੀ ਹੈ, ਉਹਦੀ ਜਿਹੜੀ ਹੁਣ ਤੁਸੀਂ ਟ੍ਰਾਂਸਲੇਸ਼ਨ ਕਰ ਰਹੇ ਹੋ, ਉਹ ਜੋ ਵਜ਼ੀਰ ਜੀ ਨੇ ਕਿਹਾ ਦੁਬਾਰਾ ਧਿਆਨ ਰੱਖਣਾ, ਤੁਸੀਂ ਵਿਆਖਿਆ ਨਹੀਂ ਕਰ ਰਹੇ, ਕਿਉਂਕਿ ਵਿਆਖਿਆ ਦੇ ਨਾਲ ਫਿਰ ਤੁਸੀਂ ਅੰਦਰ ਦੀਆਂ ਕਈ ਚੀਜ਼ਾਂ ਹੋਰ ਜੋ ਐਕਸਪਲੇਨ ਕਰਨੀਆਂ ਪੈਣਗੀਆਂ ਸਾਨੂੰ। ਔਰ ਹੋ ਸਕਦਾ ਇੱਕੋ ਹੀ ਜਿਹੜੀ ਲਾਈਨ ਹੈ, ਜਿਸ ਤਰ੍ਹਾਂ ਰਾਖਾ ਏਕ ਹਮਾਰਾ ਸਵਾਮੀ, ਉਹਦੇ ਤੇ ਤੁਸੀਂ ਸਾਰਾ ਦਿਨ ਬੋਲ ਸਕਦੇ ਹੋ ਕਿ ਪਰਮਾਤਮਾ ਨੇ ਰੱਖਿਆ ਕੀਤੀ। ਫਿਰ ਤੁਸੀਂ ਕਹੋਗੇ ਪ੍ਰਹਲਾਦ ਦੀ ਸਟੋਰੀ ਸੁਣਾ ਦਿਓ, ਧਰੂ ਦੀ ਸਟੋਰੀ ਸੁਣਾ ਦਿਓ, ਅਹਿਲਿਆ ਦੀ ਸਟੋਰੀ ਸੁਣਾ ਦਿਓ, ਦ੍ਰੋਪਦੀ ਦੀ ਸਟੋਰੀ ਸੁਣਾ ਦਿਓ, ਜਿਹੜੀ ਉਹ ਵੀ ਤੁਹਾਨੂੰ ਸਾਰੀ ਸੋਚ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ ਕਿ ਜਿੱਥੇ ਵੀ ਕਿਸੇ ਇਨਸਾਨ ਨੂੰ ਤਕਲੀਫ ਆਈ, ਜਿਹੜਾ ਪਰਮਾਤਮਾ ਨੂੰ ਜਿਹਨੇ ਸੱਚੋ ਦਿਲੋਂ ਯਾਦ ਕੀਤਾ, ਉੱਥੇ ਪਰਮਾਤਮਾ ਨੇ ਜਾ ਕੇ ਉਹਦੀ ਰੱਖਿਆ ਕੀਤੀ। ਸ਼ਬਦ 2 ਨਵਤੇਜ ਜੀ, ਕੋਈ ਹੈ ਕਿ ਕਿਸੇ ਨੇ ਮੈਂ ਕਹਾਂ ਕਿ ਤੂੰ ਕਰੇਗਾ? ਇੱਕ ਮਿੰਟ ਬਾਅਦ ਜੀ ਮੈਂ ਕਰ ਦੇਣਾ। ਕੋਈ ਨਹੀਂ, ਠੀਕ। ਤੁਸੀਂ ਸਿੱਧਾ ਟ੍ਰਾਂਸਲੇਸ਼ਨ ਕਰਨਾ ਹੋਏ, ਹਾਂਜੀ, ਜੇ ਬਿਲਕੁਲ ਡਾਇਰੈਕਟ ਟ੍ਰਾਂਸਲੇਸ਼ਨ ਕਰਨਾ ਹੈ ਤਾਂ ਜਿਹੜੀ ਦੂਜੀ ਲਾਈਨ ਹੈ ਉਹ ਪਹਿਲਾਂ ਕਰੋ, ਭਉ ਨਹੀਂ ਲਾਗਾ ਜਾਂ ਐਸੇ ਬੁੱਝਿਆ। ਜੇ ਮੈਂ ਇਹ ਬੁੱਝ ਲਿਆ ਕਿ ਇੱਕੋ ਹੀ ਰਾਖਾ ਹੈ, ਉਹੀ ਸਭ ਕੁਝ ਜਾਣਦਾ ਹੈ, ਤਾਂ ਉੱਠ ਤੇ ਬੈਠਿਆ ਸੁੱਖ ਤੇ ਵੈਸੇ ਫਿਰ ਹਰ ਥਾਂ ਸੁੱਖ ਹੀ ਸੁੱਖ ਹੈ। ਬਿਲਕੁਲ ਠੀਕ ਹੈ। ਜਦੋਂ ਹਰ ਪਾਸੇ ਮੈਨੂੰ ਲੱਗਦਾ ਹੈ ਕਿ ਸਾਰੇ ਪਾਸੇ ਸੁੱਖ ਆ, ਤੇ ਮੈਨੂੰ ਲੱਗਿਆ ਕਿ ਪਰਮਾਤਮਾ ਮੇਰੇ ਨਾਲ ਹੀ ਆ, ਉਹੀ ਮੇਰੀ ਰੱਖਿਆ ਕਰਦਾ। ਸਭ ਘਟਾਗਾ ਉਹੀ ਜਾਣਦਾ, ਸਾਰਿਆਂ ਦੇ ਘਟਾ ਉਹੀ ਮੇਰੀ ਰੱਖਿਆ ਕਰਦਾ। I am so pleased ਕਿ ਤੁਸੀਂ ਸਾਰੇ ਆਪਣੀ ਆਪਣੀ ਇਨਪੁਟ ਪਾ ਰਹੇ ਹੋ, ਆਪਣੀ ਆਪਣੀ ਕੰਟਰੀਬਿਊਸ਼ਨ ਕਰ ਰਹੇ ਹੋ। ਕਿ ਮੇਨ ਗੱਲ ਇਹ ਹੈ ਕਿ ਤੁਸੀਂ ਇਹੀ ਕਹਿ ਰਹੇ ਹੋ ਕਿ ਪਰਮਾਤਮਾ ਜਿਹੜਾ ਹੈ ਉਹ ਸਾਨੂੰ ਅੰਦਰੋਂ ਬਾਹਰੋਂ ਸਭ ਕੁਝ ਜਾਣਦਾ। ਸਾਡੀ ਘਟ ਕੇ ਅੰਤਰ ਕੀ ਜਾਣਤ ਕਹਿੰਦੇ ਹੋ ਨਾ ਤੁਸੀਂ, ਕਿ ਤੁਸੀਂ ਜੋ ਕੁਝ ਵੀ ਸੋਚਦੇ ਹੋ, ਜੋ ਕੁਝ ਵੀ ਕਰਦੇ ਹੋ,
ही नोज एवरीथिंग। और जसवीर जी ये जरूरी नहीं है कि ਜਿਹੜਾ ਤੁਸੀਂ ਐਕਟ ਕਰੋ ਉਹ ਹੀ ਗਲਤ ਹੋਵੇ। ਉਹ ਕਹਿੰਦੇ ਨੇ ਜੇ ਤੁਸੀਂ ਸੋਚਦੇ ਵੀ ਗਲਤ ਹੋ ਤਾਂ ਫਿਰ ਉਹ ਵੀ ਤੁਹਾਡੇ ਪਾਪਾਂ ਵਿੱਚ ਸ਼ਾਮਲ ਹੈ। ਇਸ ਕਰਕੇ ਅੱਜ ਤੋਂ ਜਾਂ ਜਿਸ ਤਰ੍ਹਾਂ ਮੈਂ ਲਾਸਟ ਵੀਕ ਵੀ ਕਿਹਾ ਸੀ, ਜਿਹੜੀ ਚੀਜ਼ ਵੀ ਤੁਸੀਂ ਤੁਹਾਨੂੰ ਨਵੀਂ ਲੱਗੇ ਇੱਥੇ ਜਾਂ ਜਿਹੜੀ ਚੀਜ਼ ਤੁਸੀਂ ਦੁਬਾਰਾ ਸੁਣੀ ਹੋਵੇ, ਜਿਹੜੀ ਪਹਿਲਾਂ ਭੁੱਲ ਚੁੱਕੇ ਹੋ, ਕਿ ਕੁਝ ਸਾਨੂੰ ਗਲਤ ਸੋਚਣ ਦੀ ਲੋੜ ਹੀ ਨਹੀਂ ਹੈ ਲਾਈਫ ਵਿੱਚ। ਵਾਈ ਵੀ ਹੈਵ ਟੂ ਥਿੰਕ ਨੈਗੇਟਿਵ, ਵਾਈ ਨਾਟ ਪੋਜ਼ਿਟਿਵ। ਸੋ ਕਿਉਂਕਿ ਇੱਕ ਪਾਸੇ ਤੁਸੀਂ ਕਿਹਾ ਕਿ ਪਰਮਾਤਮਾ ਤੁਹਾਡੇ ਦਿਲਾਂ ਦੀਆਂ ਗੱਲਾਂ ਵੀ ਜਾਣਦਾ, ਤੇ ਫਿਰ ਜੇ ਤੁਸੀਂ ਬੁਰਾ ਸੋਚੋਗੇ ਤੁਹਾਨੂੰ ਪਤਾ ਲੱਗ ਜਾਏਗਾ ਨਾ ਤੁਸੀਂ ਬੁਰਾ ਸੋਚਿਆ। ਵਾਈ ਨਾਟ, ਵਾਈ ਇਵਨ ਦੁਸ਼ਮਣ ਬਾਰੇ ਜੋ ਫਰੀਦ ਜੀ ਨੇ ਕਿਹਾ ਕਿ ਬੁਰਾ ਫਰੀਦਾ ਬੁਰੇ ਦਾ ਭਲਾ ਕਰ, ਕਿ ਤੁਸੀਂ ਜਾਂ ਤੇ ਗੁਰੂ ਗ੍ਰੰਥ ਸਾਹਿਬ ਵੀ ਜਿਹੜੇ ਵਾਕ ਆਉਂਦੇ ਨੇ, ਜਿਹੜੇ ਵਰਡ ਆਉਂਦੇ ਨੇ ਉਹਨਾਂ ਨੂੰ ਮੰਨੋ। ਸੋ ਪਲੀਜ਼ ਆਪਣੇ ਮਨ ਦੇ ਨਾਲ, ਔਰ ਇਹ ਨਵਤੇਜ ਜੀ ਜ਼ਰੂਰੀ ਹੈ ਆਪਣੇ ਮਨ ਦੇ ਨਾਲ। ਮਨ ਮੀਨਸ ਅੱਜ ਤੁਹਾਡਾ ਮਨ ਇਸ ਵੇਲੇ ਕਲਾਸ ਵਿੱਚ ਹੈ, ਯੂ ਆਰ ਲਿਸਨਿੰਗ ਟੂ ਗੁਰਬਾਣੀ, ਗੁਰਬਾਣੀ ਦੇ ਸ਼ਬਦ ਤੁਸੀਂ ਸੁਣ ਰਹੇ ਹੋ। ਔਰ ਅੱਜ ਜਿਹੜੇ ਵੀ ਸ਼ਬਦ ਨੇ ਭੈਰੋ ਰਾਗ ਦੇ ਸਾਰੇ 5 ਦੇ 5 ਇਹ ਗੁਰੂ ਅਰਜਨ ਦੇਵ ਜੀ ਦੇ ਨੇ, ਔਰ ਵਾਕ ਵੀ ਅੱਜ ਗੁਰੂ ਅਰਜਨ ਦਾ। ਸੋ ਅਗਰ ਤੁਸੀਂ ਆਪਣੇ ਮਨ ਨੂੰ ਕਾਬੂ ਕਰਕੇ ਕਹੋ ਕਿ ਅੱਜ ਤੋਂ ਬਾਅਦ ਅਸੀਂ ਕਦੀ ਵੀ ਕਿਸੇ ਵਾਸਤੇ ਵੀ ਬੁਰਾ ਨਹੀਂ ਸੋਚਾਂਗੇ, ਤੇ then God is not far away from you, very near to you। ਉਹ ਕਹਿੰਦੇ ਜਿਸ ਤੂੰ ਰਾਖੇ ਤਿਸ ਕੌਣ ਮਾਰੇ, ਸਭ ਤੁਝ ਹੀ ਅੰਤਰ ਸਗਲ ਸੰਸਾਰੇ। ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਿਹਦੀ ਵੀ ਤੂੰ ਰਕਸ਼ਾ ਕਰਦਾ ਹੈ ਵਾਹਿਗੁਰੂ, ਉਹਨੂੰ ਕੌਣ ਮਾਰ ਸਕਦਾ ਹੈ। ਹੁਣ ਜਿੱਦਾਂ ਆਪਾਂ ਪਿਛਲੇ ਹਫਤੇ ਪ੍ਰਹਲਾਦ ਦੀ ਗੱਲ ਕਰਦੇ ਸੀਗੇ ਕਿ ਜਿਹੜੇ ਭਗਤਾਂ ਨੇ ਬਹੁਤ ਹੀ ਰੱਬ ਦੀ ਭਗਤੀ ਕੀਤੀ ਹੈਗੀ ਹੈ, ਉਹਨਾਂ ਦੀ ਰਕਸ਼ਾ ਵਾਹਿਗੁਰੂ ਆਪ ਕਰਦਾ ਆਇਆ ਹੈ। ਜਿਸ ਵੇਲੇ ਵਾਹਿਗੁਰੂ ਕਹਿੰਦੇ ਨੇ ਸਭ ਤੁਝ ਹੀ ਤੇ ਅੰਤਰ ਸਗਲ ਸੰਸਾਰੇ। ਇੱਥੇ ਕਹਿੰਦੇ ਨੇ ਕਿ ਸਾਰੇ ਜੀ, ਸਾਰਾ ਸੰਸਾਰ, ਸਾਰਾ ਬ੍ਰਹਮੰਡ ਤੇਰੇ ਵਿੱਚ ਹੀ ਹੈ। ਤੂੰ ਵੀ ਬ੍ਰਹਮੰਡ ਦੇ ਵਿੱਚ ਹੀ ਹੈ, ਤੂੰ ਬ੍ਰਹਮੰਡ ਵੀ ਤੇਰੇ ਵਿੱਚ ਹੀ ਹੈ, ਕਿ ਸਭ ਕੁਝ ਤੂੰ ਹੈ। ਮਤਲਬ ਕਿ ਜਿਸ ਵੇਲੇ ਤੁਸੀਂ ਕਹਿੰਦੇ ਹੋ ਨਾ ਕਿ ਜਿਹੜੀ ਰੂਹ ਹੈ ਇਹ ਤੁਹਾਨੂੰ ਪਰਮਾਤਮਾ ਨਾਲ ਜੋੜਦੀ ਹੈ, ਅੰਬਿਕਲ ਕੌਡ ਕਹਿ ਲਓ, ਇਹ ਪਰਮਾਤਮਾ ਨਾਲ ਤੁਹਾਨੂੰ ਜੋੜਦੀ ਹੈ। then there is a divine soul ਜਿਹੜੀ always watches you and advises you। ਹਾਂ ਨਵਤੇਜ ਕੋਟ ਉਪਾਓ ਚਿਤਵਤ ਹੈ ਪ੍ਰਾਨੀ, ਕੋਟ ਉਪਾਓ ਚਿਤਵਤ ਹੈ ਪ੍ਰਾਨੀ, ਸੋ ਸੇਵੇ ਜੇ ਕਰੇ ਚੋਜ ਵਿਡਾਨੀ। ਤੁਸੀਂ ਜੇ ਦੋ ਲਾਈਨਾਂ ਨੂੰ ਇਕੱਠੀਆਂ ਲਈਏ, ਮਤਲਬ ਇੱਥੇ ਕਹਿੰਦਾ ਇਹ ਹੈ ਕਿ ਜਿਹੜਾ ਇਨਸਾਨ ਹੈ ਉਹਦੇ ਬੜੇ ਉਹਦੀਆਂ ਡਿਜ਼ਾਇਰਸ ਕਹਿ ਲਓ ਜਾਂ ਉਹਦੇ ਪਲਾਨਸ ਬਹੁਤ ਹੁੰਦੇ ਨੇ, ਪਰ ਹੁੰਦਾ ਅੰਤ ਦੇ ਵਿੱਚ ਉਹੀ ਹੁੰਦਾ ਹੈ ਕਿ ਜੋ ਵਾਹਿਗੁਰੂ ਚਾਹੁੰਦਾ ਹੈ ਉਹੀ ਹੋਏਗਾ। ਕਿ ਇਨਸਾਨ ਜੋ ਸੋਚੀ ਜਾਵੇ, ਜੋ ਵੀ ਮਰਜ਼ੀ ਸੋਚੀ ਜਾਵੇ ਕਿ ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ, ਪਰ ਲੇਕਿਨ ਹੋਏਗਾ ਉਹੀ ਜੋ ਵਾਹਿਗੁਰੂ ਚਾਹੁੰਦਾ ਹੈ। ਵੰਡਰਸ ਮਾਸਟਰ ਦੇ ਬਾਰੇ ਉਹਨਾਂ ਕਹੀ ਹੈ ਗੱਲ ਕਿ ਠੀਕ ਹੈ ਜੋ ਤੁਸੀਂ ਕਿਹਾ ਬਿਲਕੁਲ ਠੀਕ ਹੈ ਟ੍ਰਾਂਸਲੇਸ਼ਨ, ਕਿ ਤੁਸੀਂ ਆਪਣਾ ਟਾਈਮ ਟੇਬਲ ਬਣਾਉਂਦੇ ਹੋ, ਆਪਣੀਆਂ ਚੀਜ਼ਾਂ ਸੋਚਦੇ ਹੋ, ਪਰ ਐਟ ਦੀ ਐਂਡ ਆਫ ਦਾ ਡੇ ਹੋਣਾ ਉਹੀ ਹੈ ਜੋ ਵਾਹਿਗੁਰੂ ਨੂੰ ਪਾਉਂਦਾ। ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ। ਇੱਥੇ ਗੁਰੂ ਜੀ ਕਹਿੰਦੇ ਨੇ ਕਿ ਮੇਰੀ ਰਕਸ਼ਾ ਕਰ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਬਚਾ ਲਾ, ਤੇ ਮੈਂ ਹੁਣ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਤੇ ਮੇਰੀ ਰਕਸ਼ਾ ਕਰ, ਮੇਰੇ ਤੇ ਕਿਰਪਾ ਕਰ। ਬਬਲੀ, you ready for the next ਦੋ ਹੋਰ ਸਟੈਂਜ਼ੇ ਹੈ ਨੇ? ਸੌਰੀ ਨਹੀਂ, ਮੈਂ ਨਹੀਂ ਰੈਡੀ। ਨਹੀਂ ਸੌਰੀ, ਨਹੀਂ ਕੋਈ ਗੱਲ ਨਹੀਂ। ਮਹਿੰਦਰ ਜੀ ਰੈਡੀ ਆਓ? ਹਾਂਜੀ। ਜਿਨ ਸੇਵਿਆ ਨਿਰਭਉ ਸੁਖ ਦਾਤਾ, ਤਿੰਨ ਭਉ ਦੂਰ ਕੀਆ ਇੱਕ ਪ੍ਰਾਤਾ। ਪ੍ਰਾਤਾ ਮੀਨ ਜਿਹਨੂੰ ਸਭ ਕੁਝ ਪਤਾ ਹੈ। ਜੋ ਤੂੰ ਕਹੇ ਸੋਈ ਫੁਨ ਹੋਏ, ਮਾਰੇ ਨਾ ਰਾਖੇ ਦੂਜਾ ਕੋਏ। ਜਿਨ੍ਹਾਂ ਨੇ ਉਸ ਨੂੰ ਧਿਆਇਆ ਜਾਂ ਸੇਵਿਆ ਜਾਂ ਪੜ੍ਹਿਆ, ਹਾਂਜੀ, ਉਹਨਾਂ ਨੂੰ ਦੁਨੀਆ ਦੇ ਸਾਰੇ ਸੁੱਖ ਮਿਲ ਗਏ। ਹਾਂਜੀ। ਤਿੰਨ ਕੋ ਦੂਰ ਕਿਆ, ਉਹਨਾਂ ਤੋਂ ਕੋਈ ਵੀ ਦੂਰ ਨਹੀਂ ਆ, ਸਾਰਾ ਉਹਨਾਂ ਦੇ ਸਭ ਤੋਂ ਨੇੜੇ ਹੈ। ਜੋ ਤਿੰਨ ਭਉ ਦੂਰ ਕੀਆ, ਭਉ
ਡਰ ਉਹਨਾਂ ਦਾ ਸਾਰਿਆਂ ਦਾ ਡਰ ਦੂਰ ਹੋ ਗਿਆ ਜਿਨ੍ਹਾਂ ਨੂੰ ਸੇਵਿਆ, ਜਿਨ੍ਹਾਂ ਨੂੰ ਸੁਝਾਇਆ, ਆਪਣੇ ਆਪ ਨੂੰ ਕਹਿ ਰਹੇ ਨੇ। ਬਿਲਕੁਲ ਠੀਕ ਹੈ। ਗੋਨ ਜੋ ਤੂੰ ਕਰੇ ਸੋਈ ਫੁਨ ਹੋਏ। ਨਹੀਂ ਇਹ ਜੋ ਤੂੰ ਹਾਂਜੀ ਮਾਰੇ ਰੱਖੇ ਦੂਜਾ, ਉਸਨੂੰ ਤੂੰ ਕੋਈ ਵੀ ਉਹਨੂੰ ਮਾਰ ਨਹੀਂ ਸਕਦਾ, ਉਹਨੂੰ ਤੂੰ ਹੀ ਰੱਖ ਸਕਦਾ। ਉਸ ਤੋਂ ਪਹਿਲੀ ਲਾਈਨ ਪੜੋ, ਜੋ ਤੂੰ ਕਰੇ ਸੋਈ ਫੁਨ ਹੋਏ, ਮਾਰੇ ਨਾ ਰੱਖੇ ਦੂਜਾ ਕੋਈ। ਹਾਂਜੀ, ਜੋ ਤੂੰ ਕਰ ਰਿਹਾ ਉਹੀ ਹੋ ਰਿਹਾ। ਤੂੰ ਤੈਨੂੰ ਕੋਈ ਮਤਲਬ ਆਪਣੇ ਆਪ ਨੂੰ ਕਹਿ ਰਿਹਾ ਵੀ ਤੈਨੂੰ ਕੋਈ, ਜੇ ਤੂੰ ਰੱਖ ਰਿਹਾ ਤੇ ਤੈਨੂੰ ਕੋਈ ਮਾਰ ਨਹੀਂ ਰਿਹਾ। ਵਜ਼ੀਰ ਜੀ, ਕਿਆ ਤੂੰ ਸੋਚੇ ਮਾਨਸ ਬਾਨ, ਅੰਤਰਜਾਮੀ ਪੁਰਖ ਸੁਜਾਨ। अंतर्गामी पुरख सुजान, क्या तू सोचे मानस बाण। तू what are you thinking, क्या तू सोच रहा है। ਇਹ ਮਨੁੱਖ शुभ आचार तू what you सोचे। अंतर्जामी, ਜਿਹੜਾ ਅੰਤਰਜਾਮੀ ਸਾਰਿਆਂ ਦੀ ਜਾਣਨ ਵਾਲਾ ਉਹੀ ਪੁਰਖ ਸੁਜਾਨ, ਸਭ ਕੋ ਜਾਣਨ ਵਾਲਾ ਉਹੀ ਹੈ। क्या तू सोचे मानस बाण, प्राणी तू क्या सोचे है। अगला सब तो आसान है, और मैं अमृत सब तो आसान है करेगा। तेरा वो बंद है, उन्हों अनम्यूट कर, अनम्यूट। अमृत Anji, what page are we on, uncle? जरा अगली दो लाइना पढ़ता, बहुत आसान ने, कोशिश कर वो ट्रांसलेशन करने दी। नहीं कर सकेगा तो पास ऑन कर दे, फिर pass. I'll pass. What page are we on the Guru Granth Sahib? We are on 1139. Thank you. एक टेक एको आधार, सब किछ जाने सिरजनहार, जिस ऊपर नदर करे करतार, तिस जन के सब काज सवार। तो मैं एक लाइन दोबारा पढ़ता, एक टेक एको आधार। मैंने तो पूछा कि तेन लपिया अमृत के नहीं। Anji, just I passed. Just give me 2 minutes, Anji. Okay. परमजीत, एक टेक एको आधार। वो एक ही है, ओने थोड़ा साथ देना, ओन थानू प्रोटेक्ट करना है। सब कुछ जाने सिरजनहार, ते ओनू सारा कुछ पता है ना। तो ठीक है। तू जिस भोले भाव नाल कहनी है ना, सब कुछ ठीक है। द वे यू से इट हैज टू बी एक्सेप्टेड। जिस ऊपर नजर करे करतार, तिस जन के सब काज सवार। ते ओ जेरा ओनू रब नू मिलदा, ओ ओनू बख्शिश मिलदी होती है ना। जिस ऊपर नजर करे करतार, जिस उत्ते परमात्मा दी बख्शिश हुंदी है, नजर हुंदी है। हां जी। किस जन के सब काज सवार, ਉਹਦੇ ਸਾਰੇ ਕਾਰਜ, ਉਹਦੇ ਸਾਰੇ ਕੰਮ ਪੂਰੇ ਹੋ ਜਾਂਦੇ ਆ। वेरी गुड। चल दविंदर, लास्ट दो लाइना। तिसका राखा एको सोए, जो नानक अपड़ न सके कोई। ਹਾਂ ਤੇ ਉਸ ਦਾ ਜਿਹੜਾ ਰਾਖਾ ਆ ਉਸ ਇੱਕੋ ਹੀ ਆ, ਪਰਮਾਤਮਾ ਜਿਹੜਾ ਇੱਕੋ ਹੀ ਆ, ਉਹੀ ਉਹਦਾ ਰਾਖਾ ਆ। ਜਾਂ ਨਾਨਕ ਅਪੜ ਨਾ ਸਕੇ ਕੋਈ, ਜੋ ਪਰਮਾਤਮਾ ਹੈਗਾ ਆ, ਨਾਨਕ ਜੀ ਕਹਿੰਦੇ ਕਿ ਉਹਨਾਂ ਦੇ ਉਸ ਪਰਮਾਤਮਾ ਦੇ ਉੱਤੇ ਕੋਈ ਜਾ ਨਹੀਂ ਸਕਦਾ। ਉਹਦੇ ठीक है जी, बिल्कुल ठीक है। बबली तैयार है कि नहीं? जी नहीं, सॉरी ਮੈਨੂੰ वीर जी, ਨਹੀਂ ਮੇਰਾ ਕਿੱਥੇ ਗਿਆ। ਚੀਤ ਨਾ ਆਵੇ ਤਾਂ ਮਹਾ ਆਨੰਦ, ਚੀਤ ਨਾ ਆਵੇ ਤਾਂ ਸੁਖ ਭੰਜ, ਚੀਤ ਨਾ ਆਵੇ ਸਰਦਾ ਪੂਰੀ, ਚੀਤ ਨਾ ਆਵੇ ਕਬੂ ਨਾ ਝੂਰੀ। ਜੇ ਪਰਮਾਤਮਾ ਚਿੱਤ ਦਿਲ ਦੇ ਵਿੱਚ ਨਹੀਂ ਆਉਂਦਾ ਸਾਡੇ, ਤੁਹਾਡੀ ਵਾਰੀ ਨਹੀਂ ਵਜ਼ੀਰ ਜੀ। ਹਾਂਜੀ, ਮੇਰੀ ਵਾਰੀ ਹੈ। ਹਾਂਜੀ, ਚਿੱਤ ਆਵੇ ਤਾਂ ਮਹਾ ਆਨੰਦ, ਚਿੱਤ ਆਵੇ ਤਾਂ ਸਭ ਦੁੱਖ ਭੰਜ। ਜੇ ਉਹ ਤੁਹਾਡੇ ਚੇਤੇ ਵਿੱਚ ਆ ਗਿਆ, ਤੁਹਾਡੀ ਯਾਦ ਵਿੱਚ ਵਸ ਗਿਆ, ਤਾਂ ਤੁਸੀਂ ਮਹਾ ਆਨੰਦ ਦੇ ਵਿੱਚ ਹੈ। ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਚਿੱਤ ਆਵੇ ਤਾਂ ਸਰਦਾ ਪੂਰੀ,
ਜੇ ਉਹ ਤੁਹਾਡੇ ਚਿੱਤ ਵਿੱਚ ਹੈ ਤਾਂ ਤੁਹਾਡੀਆਂ ਸਾਰੀਆਂ ਸ਼ਰਧਾ ਪੂਰੀਆਂ ਹੋ ਗਈਆਂ। ਚਿੱਤ ਆਵੇ ਤਾਂ ਕਬ ਹੋਣਾ ਝੂਰੀ, ਫਿਰ ਤੁਹਾਨੂੰ ਕਿਸੇ ਚੀਜ਼ ਦਾ ਝੋਰਾ ਨਹੀਂ ਹੈ, ਕਿਸੇ ਚੀਜ਼ ਦਾ ਦੁੱਖ ਨਹੀਂ, ਕਿਸੇ ਚੀਜ਼ ਦਾ ਸੰਤਾਪ ਨਹੀਂ। ਪੜ੍ਹੀ ਜਾਓ। ਹਾਂਜੀ, ਅੰਤਰ ਰਾਮ ਰਾਏ ਪ੍ਰਗਟ ਆਏ, ਤੇ ਫਿਰ ਉਹ ਜਿਹੜਾ ਰਾਮ ਰਾਏ ਹੈ ਉਹ ਵਾਹਿਗੁਰੂ ਅੰਤਰ ਰਾਮ ਰਾਏ ਉਹ ਤੁਹਾਡੇ ਅੰਦਰ ਪ੍ਰਗਟ ਹੋ ਗਿਆ। ਗੁਰਪੂਰੇ ਦਿਓ ਰੰਗ ਲਾਏ, ਤੇ ਗੁਰਪੂਰੇ ਨੇ ਤੁਹਾਨੂੰ ਰੰਗ ਲਾਤੇ, ਮਤਲਬ ਥੋੜਾ ਵਡਿਆਈ ਹੋ ਗਈ ਤੁਹਾਨੂੰ। ਯੂ ਗੋਟ ਐਵਰੀਥਿੰਗ, ਰੰਗ ਲਾਉਣਾ ਕਿ ਤੁਹਾਡੇ ਮਾਣ ਮਿਲ ਗਿਆ ਤੁਹਾਨੂੰ, ਮੋਰ ਚੜ੍ਹਦਿਆਂ ਕਲਾਂ ਚੱਕ ਕੇ ਤੁਸੀਂ। ਨਵਤੇਜ, ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ। ਕਹਿੰਦੇ ਕਿ ਹੁਣ ਇਨਸਾਨ ਦੀ ਮਤਲਬ ਕਿ ਦਿਸ਼ਾ ਦਸੀਏ ਕਿ ਜਿਹੜਾ ਜਦੋਂ ਇੱਕ ਦਫਾ ਵਾਹਿਗੁਰੂ ਤੁਹਾਡੇ ਚਿੱਤ ਵਿੱਚ ਆ ਗਿਆ, ਇਨਸਾਨ ਕਹਿੰਦਾ ਮੈਂ ਹੁਣ ਰਾਜਾ ਬਣ ਗਿਆ। ਤੇ ਫਿਰ ਜਦੋਂ ਕਹਿੰਦੇ ਚਿੱਤ ਆਵੇ ਤਾਂ ਪੂਰੇ ਕਾਜਾ, ਸੋ ਕਹਿੰਦੇ ਉਹੀ ਜਦੋਂ ਸਾਰੇ ਜਦੋਂ ਤੂੰ ਮੇਰੇ ਚਿੱਤ ਵਿੱਚ ਆ ਗਿਆ ਤਾਂ ਸਾਰੇ ਮੇਰੇ ਕਾਰਜ ਪੂਰੇ ਹੋ ਗਏ ਹਨ। ਤੇ ਫਿਰ ਅਗਲੀ ਲਾਈਨ 'ਚ ਕਹਿੰਦੇ ਚਿੱਤ ਆਵੇ ਤਾਂ ਰੰਗ ਗੁਲਾਲ, ਤੇ ਕਹਿੰਦੇ ਕਿ ਜਦੋਂ ਤੂੰ ਮੇਰੇ ਚਿੱਤ ਵਿੱਚ ਆ ਗਿਆ ਬਸ ਮੈਂ ਹੁਣ ਤੇਰੇ ਪਿਆਰ ਦੇ ਵਿੱਚ ਹੀ, ਜਿਹੜਾ ਅਸੀਂ ਗੱਲ ਕਰਦੇ ਕਿ ਜਿਹੜਾ ਲਾਲ ਰੰਗ ਹੁੰਦਾ ਹੈ, ਕਿ ਮੈਂ ਉਹ ਲਾਲ ਰੰਗ ਦੇ ਨਾਲ ਤੇਰੇ ਪਿਆਰ ਦੇ ਵਿੱਚ ਰੰਗਿਆ ਗਿਆ। ਤੇ ਫਿਰ ਲਾਸਟ ਲਾਈਨ ਵਿੱਚ ਕਹਿੰਦੇ ਚਿੱਤ ਆਵੇ ਤਾਂ ਸਦਾ ਨਿਹਾਲ, ਤੇ ਕਹਿੰਦੇ ਬਸ ਜਦੋਂ ਤੂੰ ਮੇਰੇ ਚਿੱਤ ਵਿੱਚ ਆ ਗਿਆ ਤਾਂ ਬਸ ਮੈਂ ਨਿਹਾਲ ਹੀ ਨਿਹਾਲ ਹੋ ਗਿਆ। ਮਹਿੰਦਰ ਜੀ ਕਰੋਗੇ ਅੱਗੇ? ਹਾਂਜੀ, ਜੇ ਚਿੱਤ ਹਾਂਜੀ ਕਰੋਗੇ? ਹਾਂਜੀ। ਚੀਤ, ਤੁਹਾਡੀ ਆਵਾਜ਼ ਰੁਕ ਕੇ ਆਉਂਦੀ ਹੈ। ਚੀਤ ਆਵਾਜ਼ ਜਰਾ ਉੱਚੀ ਬੋਲੋ। ਚੀਤ ਆਵੇ ਤਾਂ ਸਤਨ ਮੰਤਾ, ਚੀਤ ਆਵੇ ਤਾਂ ਸਤਨ ਬੰਤਾ, ਚੀਤ ਆਵੇ ਤਾਂ ਸਭ ਰੰਗ ਮਾਨੇ, ਚੀਤ ਆਵੇ ਤਾਂ ਚੁੱਕੀ ਕਾਨੇ। ਚਿੱਤ ਵਿੱਚ ਆਵੇ ਤਾਂ ਸਾਰੇ ਕੰਮ ਪੂਰੇ ਧਨਵੰਤਾ ਧਨਵੰਤਾ ਮਤਲਬ ਧਨ ਮਿਲ ਜਾਂਦਾ, ਤੂੰ ਸਾਰੀ ਦੁਨੀਆ ਤੋਂ ਅਮੀਰ ਹੋ ਜਾਂਦਾ ਜੀ। ਜੇ ਤੂੰ ਚਿੱਤ ਵਿੱਚ ਆਵੇ ਤਾਂ ਕਿਸੇ ਦਾ ਤੈਨੂੰ ਡਰ ਨਹੀਂਗਾ, ਨਿਰਭਉ ਤੂੰ ਸਾਰੇ ਡਰ ਤੋਂ ਨਿਵਰੰਤਾ ਵੀ ਤੈਨੂੰ ਡਾਊਟ, ਤੇਰੇ ਡਾਊਟ ਚਲੇ ਜਾਂਦੇ ਨੇ। ਠੀਕ ਹੈ, ਚਲੋ ਅੱਗੇ। ਚੀਤ ਆਵੇ ਤਾਂ ਸਭ ਰੰਗ ਮਾਨੇ, ਚਿੱਤ ਆਵੇ ਤਾਂ ਰੰਗ ਮਾਣੇ ਮਤਲਬ ਤੈਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਬਿਲਕੁਲ ਠੀਕ ਹੈ। ਚੀਤ ਆਵੇ ਤਾਂ ਚੁੱਕੀ ਕਾਨੇ, ਚੁੱਕੀ ਕਾਣੇ ਨੇ ਫੀਅਰ ਕਾਨੇ ਦਾ ਮਤਲਬ ਵੀ ਫੀਅਰ ਹੈ। ਫੀਅਰ ਹੈ, ਅੱਛਾ। ਜੇ ਤੂੰ ਚਿੱਤ ਵਿੱਚ ਆਵੇ ਤੇਰੇ ਸਾਰੇ ਭਰਮ ਦੂਰ ਹੋ ਸਕਦੇ ਨੇ, ਹੋ ਜਾਣਗੇ। ਹਾਂਜੀ ਦਵਿੰਦਰ, ਨੈਕਸਟ ਲਾਈਨ। ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਸਤ ਕੀਰਤਨ ਕਰਤਾ, ਮਨ ਮਾਣਿਆ ਨਾਨਕ ਭਗਵੰਤਾ। ਜੇ ਸਾਡੇ ਚਿੱਤ 'ਚ ਪਰਮਾਤਮਾ ਆਉਂਦਾ ਆ ਤੇ ਸਾਨੂੰ ਸਾਡੇ ਸਹਿਜ ਦੇ ਨਾਲ ਹੀ ਘਰ ਦੇ ਸਾਡੇ ਅੰਦਰ ਚਲਾ ਜਾਂਦਾ ਹੈ, ਪਰਮਾਤਮਾ ਰਹਿੰਦਾ ਆ। ਚੀਤ ਆਵੇ ਤਾਂ ਸੁਨ ਸਮਾਇਆ, ਜਦੋਂ ਚਿੱਤ ਆਉਂਦਾ ਆ ਫਿਰ ਅਸੀਂ ਸਾਡੀ ਜਿਹੜੀ ਆਤਮਾ ਆ ਇਹ ਬਹੁਤ ਸਹਿਜ 'ਚ ਆ ਜਾਂਦੀ ਆ, ਸੁਨ ਸਮਾਇਆ ਸੁਨ ਦੇ ਵਿੱਚ ਹੋ ਜਾਂਦੀ ਆ। ਚੀਤ ਆਵੇ ਸਦ ਕੀਰਤਨ ਕਰਤਾ, ਜਦੋਂ ਪਰਮਾਤਮਾ ਆਪਣੇ ਅੰਦਰ ਵੱਸਦਾ ਆ ਤਾਂ ਫਿਰ ਅਸੀਂ ਕੀਰਤਨ ਕਰਦੇ ਹਾਂ ਉਸਦਾ। ਮਨ ਮਾਨਿਆ ਨਾਨਕ ਭਗਵੰਤਾ, ਅਸੀਂ ਪਰਮਾਤਮਾ ਨੂੰ ਫਿਰ ਨਾਨਕ ਨੇ ਭਗਵੰਤ ਉਸ ਦੀ ਭਗਤੀ ਕਰਨ ਦੇ ਮੰਨ ਲਿਆ ਭਗਤ। ਪਰਮਜੀਤ, ਗੁਰਦੀਪ। ਹਾਂਜੀ। ਸਤਿਗੁਰ ਮੇਰਾ ਬੇਬ ਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਮੇਰਾ ਜਿਹੜਾ ਗੁਰੂ, ਜਿਹੜਾ ਟਰੂ ਗੁਰੂ ਆ, ਇਸ ਤੋਂ ਇੰਡੀਪੈਂਡੈਂਟ, ਕਿਸੇ ਦਾ ਉਹ ਨਾ ਕਿਸੇ ਤੋਂ ਭਰੋਸਾ ਨਹੀਂਗਾ, ਆਪ ਸਭ ਕੁਛ ਕਰਦਾ ਆ। ਗੁਰੂ ਬ੍ਰਹਸਪਤੀ ਦਾ ਵੀ ਇਜ਼ ਆਲਵੇਜ਼ ਟਰੂਥਫੁਲ, ਸਦਾ ਸੱਚ ਆ। ਗੁਰੂ ਮੇਰਾ ਕਹਿੰਦਾ ਵੀ ਉਹ ਦੇਣ ਵਾਲਾ ਉਹੀ ਹੈ, ਉਹਦਾ ਅਟੁੱਟ ਭੰਡਾਰ ਹੈ, ਵੀ ਉਹਦਾ ਭੰਡਾਰ ਕਦੇ ਖਾਲੀ ਨਹੀਂ ਹੁੰਦਾ। ਜਿਹੜਾ ਮੇਰਾ ਟਰੂ ਗੁਰੂ ਆ ਕਹਿੰਦੇ ਵੀ ਉਹ ਵੀ ਜਿਹੜਾ ਆਪਣੀ ਜਿਹੜੀ ਉਹੀ ਪੂਰੀ ਕਰਦਾ ਹੈ, ਉਹੀ ਲਿਖਦਾ ਆ। ਤੁਸੀਂ ਟਰੂ ਗੁਰੂ ਕਹਿ ਰਹੇ ਹੋ, ਵਾਹਿਗੁਰੂ ਕਿਉਂ ਨਹੀਂ ਕਹਿ ਰਹੇ? ਵਾਹਿਗੁਰੂ ਟਰੂ ਗੁਰੂ ਸੱਚ ਉਹੀ ਹੈ, ਜਿਹੜਾ ਸੱਚਾ ਗੁਰੂ, ਜਿਹੜਾ ਅਟਲ ਗੁਰੂ ਆ। ਨਹੀਂ, ਵਾਹਿਗੁਰੂ ਇਹ ਨਹੀਂ ਮੈਂ ਕਹਿ ਰਿਹਾ। ਮੇਰਾ ਮਤਲਬ ਹੈ ਇੱਥੇ ਸਤਿਗੁਰੂ ਵਾਹਿਗੁਰੂ ਹੀ ਹੈ ਨਾ। ਹਾਂਜੀ, ਤੇ ਅਸੀਂ ਵਾਹਿਗੁਰੂ ਕਹਿ ਸਕਦੇ ਹਾਂ ਨਾ ਫਿਰ। ਹਾਂਜੀ ਵਾਹਿਗੁਰੂ, ਵਾਹਿਗੁਰੂ ਮੇਰਾ। ਚਲੋ ਅੱਗੇ ਬੋਲੋ ਨੈਕਸਟ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਵਰਗਾ ਕੋਈ ਦੇਵਤਾ ਨਹੀਂ ਹੈਗਾ ਜਿਹੜਾ ਗੁਰੂ ਕਰਦਾ ਉਹ ਕਰ ਸਕੇ। ਤੇ ਜਿਸ ਮਸਤਕ ਭਾਗ ਤੋਂ ਲਾਗਾ ਸੇਵ, ਜਿਹਨੂੰ ਉਹ ਮਸਤਕ ਤੇ ਲਿਖਿਆ ਆ ਉਹ
ਆਪ ਕਿਰਪਾ ਕਰਦਾ ਆ, ਉਹੀ ਉਹਦੀ ਫਿਰ ਸੇਵਾ ਕਰਦਾ ਆ। ਪਰਮਜੀਤ, ਸਤਿਗੁਰ ਮੇਰਾ ਸਰਬ ਪ੍ਰਤਿਪਾਲੇ, ਸਤਿਗੁਰ ਮੇਰਾ ਮਾਰ ਜਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਸਭ ਸਭਨੀ ਥਾਈ। Okay, he is the one who gives joy and happiness and to all, and ਸਤਿਗੁਰ ਮੇਰਾ ਸਰਬ ਪ੍ਰਤਿਪਾਲੇ, he is the sustainer and the cherisher, and and then the next line is the Guru, ਜਿਹੜੇ ਕੋਈ ਖਰਾਬ ਕੁਛ ਹੁੰਦਾ ਉਹਨੂੰ ਹੀ ਉਹ ਨਹੀਂ ਰਹਿੰਦਾ ਵਿੱਚ, ਹੈ ਨਾ, ਇਨਸਾਨ ਦੇ ਵਿੱਚ ਉਹ ਠੀਕ ਹੋ ਜਾਂਦਾ ਹੈ। ਸਤਿਗੁਰ ਮੇਰਾ ਮਾਰ ਜਵਾਲੇ, I don't know sir, I pass। ਮਾਰਨ ਤੇ ਜੀਣ ਜਵਾਉਣ ਵਾਲਾ ਵੀ ਉਹ ਪਰਮਾਤਮਾ ਹੈ। ਹਾਂ ਚਲ ਦਵਿੰਦਰ ਬੋਲ, ਸਤਿਗੁਰ ਮੇਰਾ ਮਾਰ ਜਵਾਲੇ। ਹਾਂਜੀ, ਜਿਹੜਾ ਮੇਰਾ ਸਤਿਗੁਰੂ ਆ ਪਰਮਾਤਮਾ ਆ, ਉਹੀ ਜੀਵਾਂ ਨੂੰ ਮਾਰਦਾ ਆ, ਉਹੀ ਜਿਵਾਉਂਦਾ ਆ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਸਭਨੀ ਥਾਈ। ਮੇਰੇ ਸਤਿਗੁਰ ਦੀ ਜਿਹੜੀ ਵਡਿਆਈ ਆ, ਪ੍ਰਸ਼ੰਸਾ ਆ, ਉਹ ਪ੍ਰਗਟ ਪਈ ਸਭਨੀ ਥਾਈ, ਸਾਰੀ ਦੁਨੀਆ ਦੇ ਹਰ ਜਗ੍ਹਾ ਤੇ ਉਹ ਪ੍ਰਗਟ ਹੈ। ਨਵਤੇਜ, ਸਤਿਗੁਰ ਮੇਰਾ ਤਾਨ ਨਿਤਾਨ, ਸਤਿਗੁਰ ਮੇਰਾ ਘਰ ਦੀ ਬਾਣ। ਕਹਿੰਦੇ ਇੱਥੇ ਜਿਹੜਾ ਜਿਹਦੇ ਕੋਲੇ ਕੋਈ ਤਾਣ ਨਹੀਂ ਹੈ, ਉਹਨੂੰ ਉਹ ਸ਼ਕਤੀ ਦਿੰਦਾ ਹੈਗਾ ਵਾਹਿਗੁਰੂ ਮੇਰਾ। ਤੇ ਫਿਰ ਕਹਿੰਦੇ ਵਾਹਿਗੁਰੂ ਹੀ ਮੇਰਾ ਘਰ, ਵਾਹਿਗੁਰੂ ਮੇਰਾ ਦੀਵਾਨ, ਮਤਲਬ ਕਿ ਵਾਹਿਗੁਰੂ ਹੀ ਮੇਰਾ ਘਰ ਹੈ, ਚਾਹੇ ਮੇਰੇ ਅੰਦਰ ਹੈ ਚਾਹੇ ਉਹ ਬਾਹਰ ਹੈ, ਸਾਰੇ ਪਾਸੇ ਉਹ ਸਰਬ ਵਿਆਪਕ ਹੈ, ਪਰ ਉਹੀ ਮੇਰਾ ਘਰ ਹੈ, ਉਹੀ ਮੇਰਾ ਦੀਵਾਨ ਹੈ, ਮੇਰਾ ਕੋਟ। ਸਤਿਗੁਰ ਕੋ ਸਤ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਕਹਿੰਦੇ ਨੇ ਮੈਂ ਆਪਣੇ ਮੇਰੇ ਸਤਿਗੁਰ ਜਿਹੜਾ ਮੇਰਾ ਗੁਰੂ ਹੈ, ਮੈਂ ਉਸ ਨੂੰ ਬਲ ਜਾਣਦਾ ਹਾਂ, ਤੇ ਜਿਸ ਨੇ ਮੈਨੂੰ ਇਹ ਮਾਰਗ ਦਿਖਾ ਦਿੱਤਾ ਹੈ, ਪ੍ਰਗਟ ਜਿਹੜਾ ਉਹ ਮੈਨੂੰ ਮਾਰਗ ਦੱਸਿਆ ਉਹਨੇ, ਤੇ ਮੈਂ ਉਹਨੂੰ ਬਲ ਜਾਣਦਾ ਹਾਂ। ਵਜ਼ੀਰ ਜੀ, ਜਿਨ ਗੁਰ ਸੇਵਿਆ ਤਿਨ ਭਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਣ ਨਾਹੀ ਭੇਦ। ਹਾਂਜੀ, ਸਤ ਜਿਨ ਗੁਰ ਸੇਵਿਆ ਤਿਨ ਭਉ ਵਿਆਪੇ। ਹਾਂਜੀ, ਤਿੰਨ ਨਹੀਂ, ਤਿਸ, ਸੌਰੀ ਸੁਣਿਆ ਨਹੀਂ। ਜਿਨ ਗੁਰ ਸੇਵਿਆ ਤਿਨ ਭਉ ਨਾ ਵਿਆਪੇ, ਜਿਨ੍ਹਾਂ ਨੇ ਗੁਰੂ ਨੂੰ ਸਿਮਰਿਆ ਹੈਗਾ, ਉਹਨਾਂ ਨੂੰ ਕੋਈ ਡਰਾਉਂਦਾ ਨਹੀਂ ਹੈ। ਭਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ। ਜਿਹਨੇ ਗੁਰੂ ਨੂੰ ਸਿਮਰਿਆ ਹੈ, ਉਹਨੂੰ ਦੁੱਖ ਸਤਾਉਂਦਾ ਨਹੀਂ, ਕੋਈ ਦੁੱਖ ਸੰਤਾਪ ਉਹਦੇ ਨੇੜੇ ਨਹੀਂ ਆਉਂਦਾ। ਨਾਨਕ ਸੋਧ ਸਿਮਰਤ ਭੇਦ, ਨਾਨਕ ਕਹਿੰਦਾ ਮੈਂ ਸਿਮਰਤੀ ਭੇਦ ਸਾਰੇ ਸੋਧ ਕੇ ਵਿਚਾਰ ਕੇ ਦੇਖੇ ਹੈ, ਪਾਰ ਬ੍ਰਹਮ ਗੁਰ ਨਾਹੀ ਭੇਦ। ਤੇ ਪਾਰ ਬ੍ਰਹਮ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ, ਦੇ ਆਰ ਦੱਸੇ। ਹਾਂਜੀ, ਦਵਿੰਦਰ, ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ, ਮਨ ਤਨ ਅੰਤਰ ਪ੍ਰਭੂ ਤੇ ਆਇਆ, ਗੁਰ ਪੂਰੇ ਡਰ ਸਗਲ ਚੁਕਾਇਆ। ਹਾਂਜੀ, ਸਤਿਗੁਰ ਆਪਣੇ ਮੇਰੇ ਸਤਿਗੁਰ ਪਰਮਾਤਮਾ ਨੇ ਅਰਦਾਸ ਮੇਰੀ ਸੁਣ ਲਈ ਆ, ਕਿ ਮੇਰੇ ਸਾਰੇ ਜਿੰਨੇ ਵੀ ਕਾਰਜ ਆ ਸਾਰੇ ਠੀਕ ਹੋ ਗਏ, ਰਾਸ ਕਰ ਦਿੱਤੇ ਆ। ਮਨ ਤਨ ਅੰਤਰ ਪ੍ਰਭੂ ਤੇ ਆਇਆ, ਮਨ ਦੇ ਵਿੱਚ ਤੇ ਤਨ ਦੇ ਨਾਲ ਆਪਣਾ ਮਨ ਦੇ ਅੰਦਰ ਪ੍ਰਭੂ ਨੂੰ ਧਿਆਇਆ, ਪਰਮਾਤਮਾ ਨੂੰ ਧਿਆਇਆ, ਗੁਰੂ ਪੂਰੇ ਡਰ ਸਗਲ ਚੁਕਾਇਆ। ਉਸ ਗੁਰੂ ਨੇ, ਪੂਰੇ ਗੁਰੂ ਨੇ, ਸਤਿਗੁਰੂ ਨੇ ਮੇਰਾ ਸਾਰਾ ਡਰ ਚੁਕਾ ਦਿੱਤਾ, ਦੂਰ ਕਰ ਦਿੱਤਾ। ਹਾਂਜੀ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਹਾਂਜੀ, ਤੇ ਸਭ ਤੋਂ ਵੱਡਾ ਮੇਰਾ ਗੁਰੂ ਆ, ਮੇਰਾ ਦੇਵ ਆ, ਗੁਰੂਦੇਵ ਆ, ਸਭ ਤੋਂ ਸਮਰੱਥ ਵੱਡਾ ਹੈ ਸਾਰਿਆਂ ਨਾਲੋਂ। ਸਭ ਸੁਖ ਪਾਈ ਤਿਸ ਕੀ ਸੇਵ, ਸਾਰੇ ਸੁਖ ਉਹਦੀ ਸੇਵਾ ਕਰਨ ਦੇ ਨਾਲ ਮੈਨੂੰ ਮਿਲ ਗਏ। ਜਿਸ ਦੀ ਵੋਟ ਕਹਿੰਦੇ ਨਾ ਗੁਰੂਦੇਵ, ਮਤਲਬ ਦੇਵਤਿਆਂ ਦਾ ਵੀ ਜਿਹੜਾ ਦੇਵਤਾ, ਗਿਰਤਿਆਂ ਦਾ ਵੀ ਜਿਹੜਾ ਸਭ ਤੋਂ ਵੱਡਾ। ਪਰਮਜੀਤ, ਜਾਕਾ ਕੀਆ ਸਭ ਕੁਛ ਹੋਏ, ਤਿਸਕਾ ਅਮਰ ਨ ਮੇਟੇ ਕੋਏ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ। ਓਕੇ, ਸਾਰਾ ਕੁਛ ਉਹਦੇ ਨਾਲ ਹੀ ਹੁੰਦਾ ਆ, ਵਾਹਿਗੁਰੂ ਨਾਲ, ਹੈ ਨਾ। ਤੇ ਜੋ ਵੀ ਕਰਦਾ ਨਾ, ਕੋਈ ਮਿਟਾ ਨਹੀਂ ਸਕਦਾ,
ਕੀ ਨਹੀਂ ਮਿਟਾ ਸਕਦਾ ਕਿ ਜੋ ਉਹਦੀ ਸੋਚ ਹੈ, ਜੋ ਵਾਹਿਗੁਰੂ ਦਾ ਉਹਨੇ ਲਿਖਿਆ ਤੁਹਾਡੇ ਲਈ, ਯਾਨੀ ਜੋ ਉਹਨੇ ਤੇ ਤੁਹਾਡੀ ਡੈਸਟੀਨੀ ਲਿਖੀ ਹੈ, ਠੀਕ ਹੈ ਨਾ। ਤੇ ਸੁਪਰੀਮ ਦ ਟ੍ਰਾਂਸੈਂਡੈਂਟ ਪਾਰ ਬ੍ਰਹਮ ਪਰਮੇਸ਼ਰ ਅਨੂਪ ਤਿੰਨੇ ਨਾਮ, ਤਿੰਨੇ ਐਡਜੈਕਟਿਵ ਨੇ। ਉਹ ਪਾਰ ਬ੍ਰਹਮ ਵੀ ਹੈ, ਪਰਮੇਸ਼ਵਰ ਵੀ ਹੈ। The supreme, he is transcendent and he is incomparable, beautiful. ਬਿਲਕੁਲ ਠੀਕ ਹੈ। ਸਫਲ ਮੂਰਤ ਗੁਰ ਤਿਸਕਾ ਰੂਪ। ਅੱਛਾ, is ਉਹਦੀ ਜਿਹੜੀ ਇਮੇਜ ਹੈ ਨਾ, ਉਹ it's to its full in this, ਹੈ ਨਾ। ਤੇ ਗੁਰੂ ਤਿਸਕਾ ਰੂਪ, ਤੇ ਗੁਰੂ ਤੇ ਵਾਹਿਗੁਰੂ ਇੱਕੋ ਹੀ ਨੇ, ਕੋਈ ਦੋ ਵੱਖਰੇ ਨਹੀਂ ਹੈ। ਗੁਰਦੀਪ ਜਾ ਕਾ ਅੰਤਰ ਬਸੇ ਹਰ ਨਾਮ, ਜੋ ਜੋ ਪੇਖੇ ਸੋ ਬ੍ਰਹਮ ਗਿਆਨ, 20 ਵਿਸਵੇ ਜਾ ਕਾ ਮਨ ਪ੍ਰਗਾਸ, ਤਿਸ ਜਨ ਕੇ ਪਾਰ ਬ੍ਰਹਮ ਕਾ ਨਿਵਾਸ। ਜਿਹਦੇ ਅੰਦਰ ਕਹਿੰਦੇ ਵਾਹਿਗੁਰੂ ਦਾ ਨਾਮ ਕਹਿੰਦਾ ਰਚ ਜਾਂਦਾ ਆ, ਉਹ ਕਹਿੰਦੇ ਵੀ ਮਹਾਰਾਜ ਹਮੇਸ਼ਾ ਉਹਦੇ ਨਾਲ ਉਹਦੀ ਰੱਖਿਆ ਕਰਦਾ, ਉਹਦੇ ਅੰਗ ਸੰਗ ਹੁੰਦਾ ਆ। ਜਿੱਥੇ ਦੇਖਦਾ ਆ ਉੱਥੇ ਵਾਹਿਗੁਰੂ ਵਾਹਿਗੁਰੂ ਉਹਨੂੰ ਨਜ਼ਰ ਆਉਂਦਾ ਆ। ਉਹਦਾ ਜਿਹੜਾ ਮਨ ਹੈ ਕਹਿੰਦੇ ਵੀ ਟੋਟਲੀ ਜਿੱਦਾਂ ਉਹਦੇ ਅੰਦਰ ਚਾਨਣਾ ਹੋ ਜਾਂਦਾ ਵੀ ਗੁਰੂ ਹੀ ਸਮਰੱਥ, ਗੁਰੂ ਹੀ ਸਭ ਕੁਛ ਹੈ, ਗੁਰੂ ਹੀ ਸਭ ਕੁਛ ਕਰਦਾ ਆ। ਤਾਂ ਜੇ ਉਹਦੇ ਅੰਦਰ ਕਹਿੰਦੇ ਵਾਹਿਗੁਰੂ ਆਪ ਵਸਦਾ। ਨਵਤੇਜ ਤਿਸ ਗੁਰ ਕੋ ਸਤ ਕਰੀ ਨਮਸਕਾਰ, ਤਿਸ ਗੁਰ ਕੋ ਸਤ ਜਾਮ ਬਲਿਹਾਰ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰੂ ਨਾਨਕ ਜਪ ਜਪ ਸਦ ਜੀਵਾ। ਇੱਥੇ ਕਹਿੰਦੇ ਨੇ ਕਿ ਮੈਂ ਉਸ ਗੁਰੂ ਨੂੰ ਮੈਂ ਸਦਾ ਨਮਸਕਾਰ ਕਰਦਾ ਹਾਂ, ਕਿ ਮੈਂ ਉਹਨੂੰ ਨਿਮਰਤਾ ਦੇ ਨਾਲ ਮੈਂ ਉੱਥੇ ਨਮਸਕਾਰ ਕਰਦਾ, ਕਿ ਮੈਂ ਉਸ ਸੋ ਕਹਿੰਦੇ ਤਿਸ ਗੁਰ ਕੋ ਸਦ ਜਾਉ ਬਲਿਹਾਰ, ਕਿ ਮੈਂ ਉਸ ਗੁਰੂ ਨੂੰ ਮੈਂ ਬਲਿਹਾਰ ਜਾਣਾ, ਕਿ ਮੈਂ ਉਸ ਗੁਰੂ ਦੇ ਪੈਰ ਧੋਣਾ, ਮਤਲਬ ਕਿ ਮੈਂ ਉਸ ਜੋ ਪੈਰ ਧੋਤੇ ਉਹ ਪਾਣੀ ਪੀਣਾ। ਮੈਂ ਇੱਥੇ ਕਹਿੰਦੇ ਨੇ ਕਿ ਜਿਹੜਾ ਮਤਲਬ ਇੱਥੇ ਇਹ ਹੈ ਕਿ ਜਿਹੜਾ ਨਾਮ ਹੈ ਮੈਂ ਉਸ ਨਾਮ ਨੂੰ ਮੈਂ ਆਪਣੇ ਅੰਦਰ ਪਾ ਲਿਆ ਹੈ। ਫਿਰ ਲਾਸਟ ਲਾਈਨ ਦੇ ਵਿੱਚ ਕਹਿੰਦੇ ਗੁਰੂ ਨਾਨਕ ਜਪ ਜਪ ਸਦਾ ਜੀਵਾਂ, ਕਿ ਮੈਂ ਬਸ ਵਾਹਿਗੁਰੂ ਦਾ ਨਾਮ ਜਪ ਜਪ ਕੇ ਹੀ ਮੈਂ ਜੀ ਰਿਹਾ ਹਾਂ। ਬਹੁਤ ਦੇਖੋ, I am so pleased with contribution from all of you. ਜਦੋਂ ਵੀ ਮੈਂ ਕਲਾਸ ਸਾਡੀ ਗੁਰਮਤਿ ਕਲਾਸ ਸ਼ੁਰੂ ਹੁੰਦੀ ਹੈ, ਮੈਂ ਜ਼ਰੂਰ ਉਸ ਤੋਂ ਪਹਿਲਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਆਪਣੇ ਮਨ ਚੋਂ ਕਿ ਮੇਰੇ ਬੱਚੇ ਨੇ ਸਾਰੇ, ਔਰ ਇਹ ਜ਼ਰੂਰੀ ਨਹੀਂ ਕਿ ਇਹਨਾਂ ਦੀ ਸਾਰਿਆਂ ਦੀ ਟਰਾਂਸਲੇਸ਼ਨ ਠੀਕ ਹੋਵੇ ਜਾਂ ਪ੍ਰੋਨਾਂਸੀਏਸ਼ਨ ਇਹਨਾਂ ਦਾ ਠੀਕ ਹੋਵੇ ਜੇ ਗੁਰਬਾਣੀ ਪੜ੍ਹਦੇ ਨੇ, ਪਰ ਇਹ ਹਰ ਚੀਜ਼ ਆਪਣੇ ਦਿਲੋਂ ਕਰਦੇ ਨੇ, ਆਪਣੇ ਮਨ ਤੋਂ ਕਰਦੇ ਨੇ, ਆਪਣੀ ਰੂਹ ਤੋਂ ਕਰਦੇ ਨੇ। ਕਿ ਹੇ ਪਰਮਾਤਮਾ ਤੂੰ ਬਖਸ਼ ਦੇਈ ਜੇ ਭੁੱਲਾਂ ਸਾਡੇ ਕੋਲੋਂ ਹੋ ਜਾਣ ਇਸ ਗੁਰਮਤਿ ਕਲਾਸ ਵਿੱਚ, ਗੁਰਬਾਣੀ ਪੜ੍ਹਨ ਵੇਲੇ ਜਾਂ ਗੁਰਬਾਣੀ ਦੀ ਟਰਾਂਸਲੇਸ਼ਨ ਕਰਨ ਵੇਲੇ। ਤੇ ਮੈਨੂੰ ਪੱਕਾ ਯਕੀਨ ਹੈ ਕਿ ਉਹ ਪਰਮਾਤਮਾ ਆ ਕੇ ਤੁਹਾਨੂੰ ਸਾਰਿਆਂ ਨੂੰ ਮਾਫ ਕਰੇਗਾ, ਮੈਨੂੰ ਮਾਫ ਕਰੇਗਾ, ਔਰ ਜਿਹੜੀ ਵੀ ਸਾਨੂੰ ਭੁੱਲ ਹੁੰਦੀ ਹੈ ਅਗਲੀ ਵਾਰੀ ਉਸ ਭੁੱਲ ਨੂੰ ਸਾਨੂੰ ਸੁਧਾਰਨ ਦਾ ਮੌਕਾ ਦੇਵੇਗਾ। ਹੁਣ ਲਾਸਟ ਜਿਹੜੇ ਸਾਡੇ ਕੋਲੋਂ 15-20 ਮਿੰਟ ਹੈਗੇ ਨੇ, ਅਸੀਂ ਹੁਣ ਹਿਸਟਰੀ ਕਰਾਂਗੇ, ਔਰ ਅਸੀਂ ਜੋ ਹੁਣ ਤੱਕ ਹਿਸਟਰੀ ਕੀਤੀ ਸੀ ਉਹ ਸੀ ਕਿ ਔਰੰਗਜ਼ੇਬ ਦੀ ਡੈਥ ਹੋ ਚੁੱਕੀ ਹੈ, ਫਰੂਖ ਸਿਆਰ ਵੀ ਮਰ ਗਿਆ, ਬਹਾਦਰ ਸ਼ਾਹ ਵੀ ਮਰ ਗਿਆ, ਤੇ 1715 ਤੋਂ ਬਾਅਦ ਅਸੀਂ ਜਦੋਂ ਪੰਜਾਬ ਦੀ ਹਾਲਤ ਦੇਖਦੇ ਹਾਂ ਤੇ ਪੰਜਾਬ ਵਿੱਚ ਹੁਣ ਗਵਰਨਰਸ ਦਾ ਰਾਜ ਹੈ। ਲੇਕਿਨ ਅਸੀਂ ਫਿਰ ਇਹ ਵੀ ਦੇਖਿਆ ਕਿ ਭਾਵੇਂ ਔਰੰਗਜ਼ੇਬ ਸੀ ਤੇ ਭਾਵੇਂ ਪੰਜਾਬ ਦੇ ਗਵਰਨਰ ਸਨ, ਸਾਨੂੰ ਸਿੱਖਾਂ ਤੇ ਉਹ ਸਾਰੇ ਹੀ ਦੁਸ਼ਮਣ ਸਨ। ਇੱਕ ਤੁਸੀਂ ਕੁਐਸਚਨ ਪੁੱਛ ਸਕਦੇ ਹੋ, ਜਾਂ ਮੈਂ ਤੁਹਾਨੂੰ ਇਹ ਕੁਐਸਚਨ ਪੁੱਛ ਸਕਦਾ ਕਿ ਮੁਗਲਾਂ ਨੇ ਔਰ ਉਹਦੇ ਬਾਅਦ ਅਫਗਾਨਾਂ ਨੇ ਸਿੱਖਾਂ ਤੇ ਇੰਨਾ ਜ਼ੁਲਮ ਕਿਉਂ ਕੀਤਾ? ਕੋਈ ਜਵਾਬ ਦੇ ਸਕਦਾ? ਸਿੱਖ ਉਹਦੀ ਕਹਿਣਾ ਨਹੀਂ ਮੰਨਦੇ, ਉਹ ਜਿੱਦਾਂ ਇਸਲਾਮ ਨਹੀਂ ਸੀ ਕਬੂਲ ਕਰਦੇ। ਹਾਂਜੀ, ਸਿੱਖ ਇਸਲਾਮ ਨਹੀਂ ਸੀ ਕਬੂਲ ਕਰਦੇ, ਉਹਨੇ ਮੁਗਲਾਂ ਦੇ ਖਿਲਾਫ ਸੀ ਜਿਹੜੇ ਫੋਰਸਫੁਲੀ ਕਨਵਰਟ ਕਰਦੇ ਸੀ ਸਾਰਿਆਂ ਨੂੰ। ਇਹ ਵੀ ਕਾਰਨ ਹੋ ਸਕਦਾ ਕਿ ਇੱਕ ਸਿੱਖ ਹੀ ਸੀ ਜਿਹੜੇ ਇਹਨਾਂ ਨੂੰ ਖੈਬਰ ਦਰੇ ਤੋਂ ਆਉਣ ਤੋਂ ਰੋਕਦੇ ਸੀਗੇ। ਫਿਰ ਬੋਲੋ। ਇੱਕ ਸਿੱਖ ਹੀ ਸੀਗੇ ਜਿਹੜੇ ਮੁਸਲਮਾਨਾਂ ਨੂੰ ਜਾਂ ਪਠਾਨਾਂ ਨੂੰ ਖੈਬਰ ਦਰੇ ਤੋਂ ਆਉਣ ਤੋਂ
ਪਹਿਲਾਂ ਇੰਡੀਆ ਮਤਲਬ ਵੜਨ ਤੋਂ ਪਹਿਲਾਂ ਇਹ ਸਿੱਖ ਉਹਨਾਂ ਨੂੰ ਖੈਬਰ ਦਰੇ ਤੇ ਰੋਕਦੇ ਸੀਗੇ। ਦੇਖੋ ਬਿਲਕੁਲ ਠੀਕ ਹੈ, ਤੁਹਾਡੇ ਸਾਰਿਆਂ ਦੇ ਜਵਾਬ ਅਪਰੋਪਰੀਏਟ ਨੇ ਕਿ ਜਿਸ ਵੇਲੇ ਵੀ ਬਾਹਰੋਂ ਇਨਵੇਡਰ ਆਉਣਗੇ ਜਾਂ ਜਿਹੜੇ ਇਨਵੇਡਰ ਆਪਣੇ ਰਿਪਰੈਜ਼ੈਂਟੇਟਿਵ ਹੁਣ ਛੱਡ ਗਏ ਨੇ, ਜਿਹੜੇ ਗਵਰਨਰ ਨੇ ਉਹ ਤੇ ਹੁਣ ਇੱਥੋਂ ਦੇ ਨੇ, ਪੰਜਾਬ ਨੂੰ ਗਵਰਨ ਕਰਦੇ ਨੇ, ਪਰ ਉਹਨਾਂ ਦਾ ਮਕਸਦ ਕੀ ਸੀ? ਵਾਈ ਦੇ ਹੈਡ ਟੂ ਕਿਲ ਸਿੱਖਸ। ਤਾਂ ਉਹਨਾਂ ਦਾ ਮੇਨ ਮਕਸਦ ਸੀ, ਇਸ ਵੇਲੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਸਿਰਫ ਹਿਸਟਰੀ ਆਫ ਪੰਜਾਬ ਦੀ, ਕਿ ਜਿਹੜੇ ਪੰਜਾਬ ਦੇ ਗਵਰਨਰ ਸਨ ਉਹ ਚਾਹੁੰਦੇ ਸਨ ਕਿ ਪੰਜਾਬ ਵੀ ਸਾਰਾ ਮੁਸਲਿਮ ਕਨਵਰਟ ਹੋ ਜਾਏ, ਪਰ ਹਾਲੇ ਤੱਕ ਪੰਜਾਬ ਦੇ ਵਿੱਚ ਮੈਜੋਰਿਟੀ ਹਿੰਦੂ ਹੀ ਸੀ। ਹੁਣ ਜੇ ਉਹਨਾਂ ਨੇ ਹਿੰਦੂਆਂ ਨੂੰ ਕਨਵਰਟ ਕਰਨਾ ਹੈ ਔਰ ਰਸਤੇ 'ਚ ਕੋਈ ਆਬਸਟੈਕਲ ਨਹੀਂ ਹੈ, ਕੋਈ ਉਹਨਾਂ ਨੂੰ ਡਿਫਿਕਲਟੀ ਨਹੀਂ ਹੈ, ਦੈਟ ਇਜ਼ ਫਾਈਨ। ਬਟ ਵਿਦ ਦੀ ਐਮਰਜੈਂਸ ਆਫ ਸਿੱਖਿਜ਼ਮ, ਸਿੱਖਾਂ ਦਾ ਮੇਨ ਇਹ ਸੀ ਕਿ ਤੁਸੀਂ ਬਾਈ ਫੋਰਸ ਕਨਵਰਟ ਨਹੀਂ ਕਰ ਸਕਦੇ ਔਰ ਯੂ ਸ਼ੁੱਡ ਨਾਟ ਡੂ ਇਟ। ਜਿਹੜੇ ਹਿੰਦੂ ਵੋਲੰਟੈਰੀਲੀ ਕਨਵਰਟ ਹੋਣਾ ਚਾਹੁੰਦੇ ਨੇ, ਫਾਈਨ, ਪਰ ਤੁਸੀਂ ਉਹਨਾਂ ਦੇ ਗਲੇ ਤੇ ਛੁਰੀ ਰੱਖ ਕੇ ਕਹੋ ਕਿ ਤੂੰ ਮੁਸਲਮਾਨ ਹੀ ਬਣੇਗਾ, ਤੈਨੂੰ ਮਾਰ ਦੇਂਗੇ, ਇਹ ਗਲਤ ਹੈ। ਫਿਰ ਜਿਹੜੇ ਬਾਹਰੋਂ ਇਨਵੇਡਰ ਆਉਂਦੇ ਸਨ, ਜਿਹੜਾ ਅਸੀਂ ਪੜਾਂਗੇ ਅੱਜ ਜਿਹੜੇ 2 ਇਨਵੇਡਰ ਆਏ ਨੇ, ਉਹਨਾਂ ਦਾ ਕੰਮ ਸੀ ਲੁੱਟਣਾ, ਲੁੱਟ ਕੇ ਵਾਪਸ ਲੈ ਜਾਣਾ ਆਪਣੇ ਅਫਗਾਨਿਸਤਾਨ। ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦਿੱਲੀ ਤੱਕ ਜਾਂਦੇ ਸਨ, ਯੂਪੀ ਤੱਕ ਗਏ, ਹਿੰਦੂਆਂ ਦੇ ਮੰਦਰ ਤੋੜੇ, ਬੜਾ ਕੁਛ ਉਹਨਾਂ ਨੇ ਕੀਤਾ, ਬੜਾ ਅਬਜ਼ਰਵ ਕੀਤਾ। ਸੋ ਮੇਨ ਜਿਹੜਾ ਰੀਜ਼ਨ ਸੀ, ਜੋ ਤੁਸੀਂ ਦੱਸਿਆ ਮਹਿੰਦਰ ਜੀ, ਬਿਲਕੁਲ ਠੀਕ ਹੈ। ਔਰ ਜੋ ਗੁਰਦੀਪ ਨੇ ਕਿਹਾ, ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਕਰਨਾ ਚਾਹੋ ਤੇ ਕੋਈ ਉਸ ਕੰਮ ਦੇ ਵਿੱਚ ਆਬਸਟੈਕਲ ਬਣ ਜਾਏ, ਤੁਸੀਂ ਚਾਹੋਗੇ ਉਸ ਆਬਸਟੈਕਲ ਨੂੰ, ਉਸ ਰੋੜੇ ਨੂੰ ਹਟਾ ਦੇਈਏ। ਔਰ ਬਿਟਵੀਨ ਅਫਗਾਨਸ ਐਂਡ ਮੁਗਲਸ ਐਂਡ ਹਿੰਦੂਸ ਵਰ ਦੀ ਸਿੱਖਸ। ਸੋ ਅਗਰ ਉਹ ਸਿੱਖਾਂ ਨੂੰ ਖਤਮ ਕਰ ਦੇਣ, ਸਿੱਖਾਂ ਨੂੰ ਮਾਰ ਦੇਣ, ਤੇ ਫਿਰ ਸਾਰਾ ਪੰਜਾਬ ਹਿੰਦੂ ਬਣ ਗਿਆ। ਇਸ ਕਰਕੇ ਉਹਨਾਂ ਨੇ ਇਨਡਿਸਕ੍ਰਿਮੀਨੇਟ ਕਿਲਿੰਗ ਕੀਤੀ ਸਿੱਖਾਂ ਦੀ। ਇਨਡਿਸਕ੍ਰਿਮੀਨੇਟ ਮੀਨਸ ਜੈਨੋਸਾਈਡ। ਔਰਤ ਮਿਲੇ ਉਹਨੂੰ ਮਾਰ ਦਿਓ, ਬੱਚਾ ਮਿਲੇ ਉਹਨੂੰ ਮਾਰ ਦਿਓ। ਇਹ ਕੋਈ ਲੜਾਈ ਨਹੀਂ, ਕੋਈ ਲੜਾਈ ਦਾ ਮੈਦਾਨ ਨਹੀਂ। ਜਿੱਥੇ ਵੀ ਤੁਹਾਨੂੰ ਲੱਗਦਾ ਸਿੱਖ ਘਰ ਉਡਾ ਦਿਓ। ਔਰ ਮੈਂ ਤੁਹਾਨੂੰ ਦੱਸਿਆ ਸੀ ਕਿ from 1715 to 1772 we can call it as the darkest period of the Sikh history। ਜਿੰਨੀਆਂ ਮੌਤਾਂ ਉਦੋਂ ਹੋਈਆਂ ਸਿੱਖਾਂ ਦੀਆਂ, ਔਰ ਕਈ ਟਾਈਮਸ ਜਿਸ ਵੇਲੇ ਘੱਲੂਘਾਰੇ ਹੋਏ ਨੇ, it has been declared ਕਿ we have killed even the last child, last soul, last person, believer in Sikhism, we have finished। ਲਾਸਟ ਜਿਹੜਾ ਸੀ ਅਸੀਂ ਪਿਛਲੇ ਵੀ ਪੜ੍ਹਿਆ, ਉਹ ਸੀ ਮੀਰ ਮਨੂ, ਜਿਹੜਾ ਚੌਥਾ ਗਵਰਨਰ ਅਸੀਂ ਪੜ੍ਹਿਆ। ਉਹਦੇ ਵਕਤਾਂ ਦੇ ਵਿੱਚ ਹੀ ਅਹਿਮਦ ਸ਼ਾਹ ਅਬਦਾਲੀ ਨੇ ਅਟੈਕ ਕੀਤਾ। ਤੇ ਅੱਜ ਜਿਹੜਾ ਅਸੀਂ ਪੜ੍ਹਾਂਗੇ ਇਹ ਨੈਕਸਟ 10 years ਹੈ, ਨੈਕਸਟ 7 ਜਾਂ 8 years ਹੈ, ਜਦੋਂ ਹੁਣ ਮੀਰ ਮਨੂ ਵੀ ਮਰ ਗਿਆ ਤੇ ਅਹਿਮਦ ਸ਼ਾਹ ਵਾਸਤੇ ਹੁਣ ਰਸਤਾ ਖੁੱਲ੍ਹਾ ਹੈ। ਤੇ ਯਾਦ ਰੱਖਣਾ, ਮੈਂ 2 ਵਰਡ ਯੂਜ਼ ਕਰਾਂਗਾ, ਮੁਗਲ ਤੇ ਅਫਗਾਨ। ਮੁਗਲ ਉਹ ਨੇ ਜਿਹੜੇ ਰਾਜ ਕਰ ਰਹੇ ਨੇ, ਜਿਨ੍ਹਾਂ ਦਾ ਬਾਦਸ਼ਾਹ ਹਾਲੇ ਵੀ ਦਿੱਲੀ ਹੈ। ਤੇ ਅਫਗਾਨ ਜਿਹੜੇ ਨੇ, ਜਿਹੜੇ ਹੁਣ ਜਿਹੜਾ ਅਹਿਮਦ ਸ਼ਾਹ ਅਬਦਾਲੀ ਆਏਗਾ, ਜਿਹੜੀਆਂ ਫੌਜਾਂ ਉਹ ਛੱਡ ਜਾਏਗਾ, ਉਹ ਜਿਹੜਾ ਆਪਣਾ ਬੇਟਾ ਵੀ ਛੱਡ ਜਾਏਗਾ ਰੂਲ ਕਰਨ ਵਾਸਤੇ, ਇਹ ਸਾਰੇ ਅਫਗਾਨ ਨੇ। ਸੋ ਪੰਜਾਬ ਦੇ ਵਿੱਚ ਮੁਗਲ ਵੀ ਨੇ, ਪੰਜਾਬ ਵਿੱਚ ਅਫਗਾਨ ਵੀ ਨੇ, ਪੰਜਾਬ ਵਿੱਚ ਹਿੰਦੂ ਵੀ ਨੇ, ਪੰਜਾਬ ਵਿੱਚ ਸਿੱਖ ਵੀ ਨੇ, ਔਰ ਹਿੰਦੂਆਂ ਦੇ ਵੀ ਅੱਗੋਂ ਕਈ ਜਾਟਸ ਨੇ, ਗੁੱਜਰ ਨੇ। ਸੋ ਡਿਫਰੈਂਟ ਕਿਸਮ ਦੇ ਜਾਂ ਡਿਵੀਜ਼ਨ ਆਫ ਲੋਕਾਂ ਦਾ ਪੰਜਾਬ ਵਿੱਚ ਹੈਗਾ। ਜਿਹੜੀ ਚੀਜ਼ ਅਸੀਂ ਮੇਨ ਦੇਖਣਾ ਚਾਹੁੰਦੇ ਹਾਂ ਵੀ ਇਹ ਪੀਰੀਅਡ ਜਿਹੜਾ ਹੈ, ਜਿਹੜਾ ਤੁਹਾਨੂੰ ਯਾਦ ਹੋਵੇ ਪਿਛਲੇ ਪੀਰੀਅਡ ਦੇ ਵਿੱਚ, ਉਦੋਂ ਮੱਸਾ ਰੰਗੜ ਦੀ ਅਸੀਂ ਗੱਲ ਕੀਤੀ ਸੀ 1740 ਦੇ ਵਿੱਚ, ਤੇ 1739 ਦੇ ਵਿੱਚ ਜਿਹੜਾ ਨਾਦਰ ਸ਼ਾਹ ਦਾ ਅਟੈਕ ਸੀ ਅਸੀਂ ਉਹ ਦੇਖਿਆ ਸੀ। ਤੇ ਫਿਰ ਅਸੀਂ ਅਹਿਮਦ ਸ਼ਾਹ ਅਬਦਾਲੀ ਦਾ 3 ਹਮਲੇ ਅਸੀਂ ਦੇਖੇ ਸਨ। ਅੱਜ ਅਸੀਂ ਉਹਦਾ ਚੌਥਾ ਹਮਲਾ ਦੇਖਦੇ ਹਾਂ। ਇਹ 1753 ਤੋਂ ਲੈ ਕੇ 1759 ਤੱਕ ਉਹਨੇ ਹਿੰਦੁਸਤਾਨ ਤੇ ਦੁਬਾਰਾ ਅਟੈਕ ਕੀਤਾ।
ਹੁੰਦਾ ਕੀ ਸੀ ਕਿ ਹੁਣ ਪੰਜਾਬ ਦੇ ਕੁਝ ਇਲਾਕੇ ਅਫਗਾਨਾਂ ਕੋਲ ਨੇ, ਕੁਝ ਇਲਾਕੇ ਮੁਗਲਾਂ ਕੋਲ ਨੇ। ਲਾਹੌਰ ਇਜ਼ ਦੀ ਸੈਂਟਰਲ ਪਲੇਸ, ਕਿ ਲਾਹੌਰ ਕਿਹਦੇ ਕੋਲ ਹੈ। ਹੁਣ ਮਹਿੰਦਰ ਜੀ ਇਹ ਵੀ ਇੱਕ ਇੱਜ਼ਤ ਦੀ ਗੱਲ ਬਣ ਜਾਂਦੀ ਸੀ ਕਿ ਜਦੋਂ ਜਿਹੜਾ ਲਾਹੌਰ ਵਿੱਚ ਹੈ ਉਹ ਐਂਟੀ ਗਵਰਨਮੈਂਟ ਹੈ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਜਾਂਦਾ ਸੀ, ਸਿੱਖ ਆਪਣੀ ਫੋਰਸਿਸ ਲੈ ਕੇ ਲਾਹੌਰ ਚਲੇ ਜਾਂਦੇ ਸੀ। ਔਰ ਜਦੋਂ ਫਿਰ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ, ਉਹਨੂੰ ਪਤਾ ਲੱਗਦਾ ਸੀ ਕਿ ਸਿੱਖ ਮੇਰੀ ਐਬਸੈਂਸ ਵਿੱਚ ਲਾਹੌਰ ਵਿੱਚ ਰੂਲ ਕਰਦੇ ਰਹੇ ਨੇ, ਤਾਂ ਫਿਰ ਉਹਦਾ ਸਾਰਾ ਜਿਹੜਾ ਗੁੱਸਾ ਸੀ, ਰਹਿਤ ਸੀ, ਉਹ ਸਿੱਖਾਂ ਉੱਤੇ ਆ ਕੇ ਟੁੱਟਦਾ ਸੀ। ਇੱਕ ਚੀਜ਼ ਅੰਮ੍ਰਿਤ ਜੀ ਬੜੀ ਧਿਆਨ ਨਾਲ ਸੁਣਨ ਵਾਲੀ ਹੈ। ਤੁਸੀਂ ਆਓਗੇ ਅੱਗੇ ਦੇਖੋਗੇ, ਜਿਸ ਵੇਲੇ ਸਿੱਖ ਲਾਹੌਰ ਚਲੇ ਜਾਂਦੇ ਸੀ ਨਾ, ਰੂਲ ਕਰਦੇ ਸਨ ਥੋੜੀ ਦੇਰ, ਫਿਰ ਅਬਦਾਲੀ ਆਇਆ ਨਾ ਜਦੋਂ, ਫਿਰ ਅਬਦਾਲੀ ਨੇ ਮੀਟਿੰਗ ਬੁਲਾਈ ਲਾਹੌਰ ਦੇ ਬੰਦਿਆਂ ਦੀ। ਉਹ ਆਪਣੇ ਬੰਦੇ ਵੀ ਛੱਡ ਕੇ ਗਿਆ ਸੀ ਰੂਲ ਕਰਨ ਵਾਸਤੇ। ਤੇ ਵੁੱਡ ਯੂ ਬਲੀਵ ਬਬਲੀ ਕਿ ਲਾਹੌਰ ਦੇ ਬੰਦਿਆਂ ਨੇ ਕਿਹਾ ਅਬਦਾਲੀ ਨੂੰ, ਸਾਨੂੰ ਨਾ ਮੁਗਲ ਚਾਹੀਦੇ ਰਹੇ, ਨਾ ਤੇਰੇ ਬੱਚਾ ਚਾਹੀਦਾ, ਨਾ ਤੇਰੇ ਰਿਪਰੈਜ਼ੈਂਟੇਟਿਵ ਚਾਹੀਦੇ ਨੇ, ਤੂੰ ਸਿੱਖਾਂ ਨੂੰ ਲਾਹੌਰ ਦੇ ਜਾ। ਕਿਉਂਕਿ ਦੇ ਆਰ ਦੀ ਓਨਲੀ ਵਨ ਜਿਹੜੇ ਪਿਆਰ ਨਾਲ ਰਾਜ ਕਰਦੇ ਨੇ। ਜਿਹੜੇ ਸਾਡੇ ਜਿਹੜੀਆਂ ਭਾਵੇਂ ਮੁਸਲਮਾਨਾਂ ਦੀਆਂ ਔਰਤਾਂ ਨੇ, ਮੁਸਲਮਾਨਾਂ ਦੀਆਂ ਮਾਵਾਂ ਧੀਆਂ ਨੇ, ਹਿੰਦੂਆਂ ਦੀ ਮਾਵਾਂ ਧੀਆਂ ਨੇ, ਉਹਨਾਂ ਦੀ ਇੱਜ਼ਤ ਕਰਦੇ ਨੇ। ਸਾਨੂੰ ਤੁਹਾਡੇ 'ਚ ਕੋਈ ਨਹੀਂ ਚਾਹੀਦਾ, ਤੁਹਾਡੇ ਵਿੱਚ ਕਿਸੇ ਵਾਸਤੇ ਇੱਜ਼ਤ ਹੈ ਹੀ ਨਹੀਂ, ਕਿਸੇ ਇਨਸਾਨ ਵਾਸਤੇ। ਸੋ ਇੰਨੀ ਜਸਬੀਰ ਜੀ ਸਿੱਖ ਲੋਕਾਂ ਦੀ ਇੰਨੀ ਇੱਜ਼ਤ ਸੀ ਆਲ ਥਰੂ ਦੀ ਹਿਸਟਰੀ ਕਿ ਤੁਸੀਂ ਨਾ ਤੇ ਔਰਤ ਤੇ ਕਦੇ ਹੱਥ ਚੁੱਕਿਆ, ਨਾ ਹੀ ਕਿਸੇ ਨਾ ਹੱਥੇ ਨੂੰ ਮਾਰਿਆ। ਤੁਸੀਂ ਅੱਜ ਕੱਲ੍ਹ ਦੇ ਵੀ ਆਰਟੀਕਲ ਪੜ੍ਹੋ, ਕਹਿੰਦੇ ਨੇ ਤੁਸੀਂ ਜਾ ਕੇ ਅਮਰੀਕਾ ਲੈਂਡ ਕਰੋ ਨਾ, ਤੇ ਤੁਸੀਂ ਟੈਕਸੀ ਲੈਣੀ ਹੈ, ਤੁਸੀਂ ਅਣਜਾਣ ਹੋ, ਤੇ ਉਹ ਕਹਿੰਦੇ ਨੇ ਜੀ ਕੋਈ ਸਿੱਖ ਟੈਕਸੀ ਡਰਾਈਵਰ ਮਿਲ ਜਾਏ ਤਾਂ ਉਸ ਟੈਕਸੀ 'ਚ ਬਹਿਣਾ, ਤਾਂ ਤੁਸੀਂ ਸੇਫ ਹੋ। ਅੱਜ ਵੀ ਕਲਕੱਤੇ ਚਲੇ ਜਾਓ, ਕਲਕੱਤੇ ਵੀ ਮੋਸਟਲੀ ਟੈਕਸੀ ਸਰਦਾਰ ਚਲਾਉਂਦੇ ਨੇ। ਉੱਥੇ ਇਟ ਇਜ਼ ਵੈਰੀ ਸੇਫ ਟੂ ਸਿਟ ਇਨ ਅ ਟੈਕਸੀ being driven by Sikh than even by local Bengali, ਕਿਉਂਕਿ ਤੁਸੀਂ ਆਪਣਾ ਇੱਕ ਆਪਣੀ ਇੱਜ਼ਤ ਕਾਇਮ ਕੀਤੀ ਹੈ। ਤੁਸੀਂ ਨਿਹੱਥੇ ਤੇ ਵਾਰ ਨਹੀਂ ਚੁੱਕਣਾ, ਤੁਸੀਂ ਔਰਤ ਨੂੰ ਬੇਇੱਜ਼ਤ ਨਹੀਂ ਕਰਨਾ। ਮੈਂ ਪਿੱਛੇ ਆ ਜਿਹੜਾ ਸ਼ਾਇਦ ਪਿਛਲੇ ਵੀਕ ਵੀ ਤੁਹਾਨੂੰ ਦੱਸਿਆ ਹੋਵੇ, ਕਿਸਾਨਾਂ ਦਾ ਜਿਹੜਾ ਜੋ ਕੁਝ ਚੱਲ ਰਿਹਾ, ਔਰ ਹੁਣ ਮੇਰਾ ਖਿਆਲ ਹੈ 53 ਜਾਂ 54 ਡੇਜ਼ ਹੋ ਗਏ ਨੇ, ਉੱਥੇ ਔਰਤਾਂ ਵੀ ਨੇ, ਉੱਥੇ ਬੱਚੇ ਵੀ ਨੇ, ਕਿੰਨੀਆਂ ਡੈਥਸ ਹੋ ਚੁੱਕੀਆਂ। ਤੇ ਮੈਨੂੰ ਕਿਸੇ ਨੇ ਪੁੱਛਿਆ ਸੀ ਵੀ ਯਾਰ ਇਹ ਕੋਈ ਨਾ ਕੋਈ ਤੇ ਇਹਨਾਂ ਦੇ ਅੰਦਰ ਸਟਰੈਂਥ ਹੋਏਗੀ ਜਿਸ ਕਰਕੇ ਉੱਥੇ ਬੈਠੇ ਨੇ। ਕੋਈ ਨਾ ਕੋਈ ਤੇ ਅੰਦਰ, ਕੌਣ ਜਾ ਆਪਣਾ ਘਰ ਛੱਡ ਕੇ 50 ਦਿਨ ਜਾ ਕੇ ਖੇਤਾਂ 'ਚ ਬਹਿ ਜਾਏਗਾ, ਸੜਕਾਂ 'ਤੇ ਬਹਿ ਜਾਏਗਾ। ਤੇ ਸ਼ਾਇਦ ਮੈਂ ਤੁਹਾਨੂੰ ਲਾਸਟ ਵੀਕ ਦੱਸਿਆ ਸੀ ਕਿ ਖੁਸ਼ਵੰਤ ਨੇ ਆਪਣੀ ਬੁੱਕ 'ਚ ਲਿਖਿਆ ਸੀ ਕਿ ਜਦੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਦੇ ਜੱਥੇ ਜਾਂਦੇ ਸਨ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ, ਤੇ ਜਿਹੜੇ ਮਹੰਤ ਸਨ ਉਹ ਪੁਲਿਸ ਨੂੰ ਨਾਲ ਮਿਲ ਕੇ ਉਹਨਾਂ ਜੱਥਿਆਂ ਦੇ ਉੱਤੇ ਲਾਠੀ ਚਾਰਜ ਕਰਾਉਂਦੇ ਸਨ, ਉਹਨਾਂ ਨੂੰ ਮਾਰਦੇ ਸਨ। ਕਹਿੰਦੇ ਨੇ ਉਹ ਡਿੱਗ ਪੈਂਦੇ ਸਨ, ਵਿੱਚ ਔਰਤਾਂ ਸਨ, ਬੱਚੇ ਸਨ, ਲੇਕਿਨ ਨਾ ਤੇ ਹੱਥੋਂ ਆਪਣੀ ਕਦੀ ਗੁਟਕਾ ਛੱਡਦੇ ਸਨ, ਨਾ ਹੀ ਉਹਨਾਂ ਨੇ ਕਦੀ ਹਥਿਆਰ ਚੁੱਕਿਆ ਸੀ। ਔਰ ਅੰਗਰੇਜ਼ਾਂ ਨੇ ਵੀ ਜਦੋਂ ਕੰਟੀਨਿਊਸਲੀ ਇਹ ਤਿਆਗ ਦੇਖਿਆ ਕਿ ਇਹ ਮਾਰ ਸਕਦੇ ਸਨ, ਵਾਰ ਕਰ ਸਕਦੇ ਨੇ, ਇਹਨਾਂ ਨੇ ਨਹੀਂ ਕੀਤਾ। ਔਰ ਸਭ ਕੁਝ ਇਹਨਾਂ ਨੇ ਆਪਣੀ ਛਾਤੀ ਤੇ ਲਿਆ, ਔਰ ਗੁਰਬਾਣੀ ਦਾ ਸਾਥ ਨਹੀਂ ਛੱਡਿਆ, ਔਰ ਜਿਹੜੀ ਆਪਣੀ ਮੂਵਮੈਂਟ ਸੀ ਉਹਨੂੰ ਬੰਦ ਨਹੀਂ ਕੀਤਾ। ਤਾਂ ਕਹਿੰਦੇ ਨੇ ਕਿ ਜੋ ਬੁੱਕਸ ਵਿੱਚ ਹੈ ਕਿ ਗਾਂਧੀ ਨੇ ਵੀ ਔਰ ਜਵਾਹਰ ਲਾਲ ਨਹਿਰੂ ਨੇ ਵੀ ਪੁੱਛਿਆ ਸੀ ਕਿਸੇ ਨੂੰ ਕਿ ਇਹਨਾਂ ਦੇ ਅੰਦਰ ਉਹ ਕਿਹੜੀ ਸਪਿਰਿਟ ਹੈ ਅਮਰਿੰਦਰ ਜੀ, what spirit works within them। ਉਹਨਾਂ ਨੇ ਕਿਹਾ ਸੀ ਇਹਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਸਪਿਰਿਟ ਹੈ, ਗੁਰੂ ਅਰਜਨ ਦੀ ਸਪਿਰਿਟ ਹੈ, ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਫॉर ਹਿਊਮਨ ਰਾਈਟਸ, ਇਹ ਉਹਨਾਂ ਦੀ ਸਪਿਰਿਟ ਇਹਨਾਂ ਦੇ ਅੰਦਰ ਕੰਮ ਕਰਦੀ ਹੈ। ਅੱਜ ਵੀ ਤੁਸੀਂ ਦੇਖੋ, ਮੈਂ I don't want to take it to any political field, ਅੱਜ ਵੀ ਤੁਸੀਂ ਦੇਖੋ, ਜੇ ਤੁਸੀਂ ਰੋਜ਼ ਨਿਊਜ਼ ਸੁਣਦੇ ਹੋ ਕਿ ਇਟ ਇਜ਼ ਇਨਡਾਇਰੈਕਟ ਐਨ ਅਤਿਆਚਾਰ। ਅੱਜ ਤੁਸੀਂ ਆਜ਼ਾਦ ਹਿੰਦੁਸਤਾਨ 'ਚ ਹੋ, ਤੁਸੀਂ ਕਹਿੰਦੇ ਹੋ ਚੀਜ਼ ਕਿਸਾਨਾਂ ਦੇ ਫਾਇਦੇ ਵਾਸਤੇ ਹੈ, ਉਹ ਕਹਿੰਦੇ ਨੇ ਸਾਨੂੰ ਨਹੀਂ ਚਾਹੀਦੀ।
ਵਿਡਰਾ ਕਰ ਲਓ। ਇੱਕ ਚੀਜ਼ ਵਜ਼ੀਰ ਜੀ ਜਿਹੜੇ ਇਹ ਕਹਿਣਾ ਭੁੱਲ ਜਾਂਦੇ ਨੇ, ਅੱਜ ਮੈਂ ਤੁਹਾਨੂੰ ਦੱਸਦਾ ਤੇ ਸ਼ਾਇਦ ਤੁਸੀਂ ਅੱਗੇ ਪਹੁੰਚਾ ਦਿਓ। ਇਹ ਕੱਲ ਕਹਿ ਰਹੇ ਸਨ ਕਿ ਤੁਸੀਂ ਤੇ ਵੈਰੀ ਲਿਟਲ ਪਰਸੈਂਟੇਜ ਆਫ ਟੋਟਲ ਜਿਹੜੇ ਕਿਸਾਨ ਨੇ ਇੰਡੀਆ ਦੇ, ਉਹ ਨਵਤੇਜ ਦੀ ਜਵਾਬ ਇਹ ਹੋਣਾ ਚਾਹੀਦਾ ਭਾਵੇਂ ਇਹ 25% ਨੇ ਜਾਂ 30% ਨੇ ਆਫ ਦੀ ਟੋਟਲ ਫਾਰਮ ਪੋਪੂਲੇਸ਼ਨ, ਬਟ 90% ਪ੍ਰੋਡਕਸ਼ਨ ਇਹੋ ਹੀ ਕਰਦੇ ਨੇ। ਜਿਹੜੀ ਟੋਟਲ ਇੰਡੀਆ ਦੀ ਕ੍ਰੌਪ ਦੀ ਪ੍ਰੋਡਕਸ਼ਨ ਹੈ, ਵੀਟ ਦੀ ਪ੍ਰੋਡਕਸ਼ਨ ਹੈ, ਉਹ ਇਹੋ ਹੀ ਜਿਹੜੇ 25% ਕਿਸਾਨ ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਪੰਜਾਬ ਦੇ, ਇਹ ਕਰਦੇ ਨੇ। ਡੋਂਟ ਕਾਊਂਟ ਦੀ ਨੰਬਰਸ, ਕਾਊਂਟ ਦੀ ਪ੍ਰੋਡਕਸ਼ਨ। ਔਰ ਤੁਸੀਂ ਉਹਨਾਂ ਦੇ ਇਨਡਾਇਰੈਕਟ ਅਤਿਆਚਾਰੀ ਆ ਨਾ, ਕੁਛ ਨਾ ਕਰਨਾ ਵੀ ਅਤਿਆਚਾਰ। ਅੱਖਾਂ ਰੋ ਪੈਂਦੀਆਂ ਦੇਖ ਕੇ ਉਹਨਾਂ ਨੂੰ, ਬੱਚਿਆਂ ਨੂੰ। ਔਰ ਕੱਲ ਮੈਨੂੰ ਕਿਸੇ ਨੇ WhatsApp ਤੇ ਭੇਜਿਆ, ਮੋਹਨ ਨੇ, ਆਪਣੇ ਮੋਹਨ ਚੱਡਾ ਨੇ, ਕਿ ਗਿਨਸ ਬੁੱਕ ਦੇ ਵਿੱਚ ਜਾ ਰਹੀ ਐਂਟਰੀ ਕਿ ਜਿਤਨੇ ਮਿਲੀਅਨ ਜਾਂ ਜਿਤਨੇ 1000 ਟਰੈਕਟਰਸ ਇਸ ਵੇਲੇ ਇਕੱਠੇ ਹੋ ਗਏ ਨੇ ਜਿਨ੍ਹਾਂ ਨੇ ਮਾਰਚ ਕਰਨੀ on 26 ਜਨਵਰੀ, ਇਹ ਅੱਜ ਤੱਕ ਇਤਿਹਾਸ 'ਚ ਹੋਇਆ ਹੀ ਨਹੀਂ। ਔਰ ਜਿੰਨਾ ਜਸਵੀਰ ਜੀ ਉੱਥੇ ਕਿਸਾਨ ਇਕੱਠਾ ਹੋਇਆ ਔਰ ਕਿਸੇ ਨੇ ਉੱਚੀ ਆਵਾਜ਼ ਵਿੱਚ ਵੀ ਗੱਲ ਨਹੀਂ ਕੀਤੀ, ਇਹ ਵੀ ਇਤਿਹਾਸ ਹੈ। ਤੁਸੀਂ we have to salute to all the farmers। ਔਰ ਇਹ ਉਹ ਬੱਚੇ, ਉਹ ਸਾਰੇ ਪੇਰੈਂਟਸ ਨੇ ਜਿਨ੍ਹਾਂ ਦੇ ਬੱਚੇ ਆਰਮੀ 'ਚ ਨੇ, ਜਿਨ੍ਹਾਂ ਕੋਲੋਂ ਅਲਟੀਮੇਟਲੀ ਗੌਰਮੈਂਟ ਗੋਲੀ ਚਲਵਾਉਣਾ ਚਾਹੁੰਦੀ ਹੈ। ਮੈਨੂੰ ਤਾਂ ਸਿਰਫ ਡਰ ਇਹ ਹੈ ਕਿ ਇਫ ਇਟ ਇਜ਼ ਨਾਟ ਕਨਵਰਟਿਡ ਟੂ ਅਨਦਰ ਜਲਿਆਂਵਾਲਾ ਬਾਗ, ਅਗਰ 26 ਜਨਵਰੀ ਨੂੰ ਵਾਹਿਗੁਰੂ ਨਾ ਕਰੇ ਕੁਝ ਹੋ ਜਾਏ, ਅਰਦਾਸ ਤੇ ਇਹੀ ਹੈ ਕਿ ਪੀਸਫੁਲੀ ਲੰਘ ਜਾਏ। ਪਰ ਤੁਸੀਂ ਜੇ ਕੱਲ ਪਰਸੋਂ ਦੀ ਨਿਊਜ਼ ਦੇਖੀ ਹੋਵੇ ਤੇ ਇੱਕ ਬੰਦਾ ਇਨਫਿਲਟਰੇਟ ਕਰਕੇ ਆਇਆ, ਜਿਹੜਾ ਫੜਿਆ ਗਿਆ, ਜਿਹਨੇ ਕਿਹਾ ਕਿ ਇਹਨਾਂ ਨੇ 10 ਵੱਖਰਾ ਗਰੁੱਪ ਤਿਆਰ ਕੀਤਾ ਟੂ ਇਨਫਿਲਟਰੇਟ, ਕਿ ਅੰਦਰ ਜਾ ਕੇ ਤੁਸੀਂ ਸ਼ਰਾਰਤਾਂ ਕਰੋ ਔਰ ਅੰਦਰ ਜਾ ਕੇ ਤੁਸੀਂ ਪੁਲਿਸ ਨੂੰ ਲਾਠੀ ਮਾਰੋ ਜਾਂ ਗੋਲੀ ਚਲਾਓ ਤਾਂ ਕਿ ਇਹ ਜਿਹੜੀ ਮੂਵਮੈਂਟ ਹੈ ਇਹ ਫੇਲ ਹੋ ਜਾਏ ਔਰ ਇਹ ਆਪਸ ਵਿੱਚ ਦੁਫਾੜ ਹੋ ਜਾਣ। ਟਾਈਮ ਗੇਮ ਨਵਤੇਜ ਜੀ ਇਹੀ ਹੈ। ਟਾਈਮ ਗੇਮ ਦਾ ਮਤਲਬ ਸਮਝਦੇ ਹੋ ਕਿ ਇਹ ਥੱਕ ਜਾਣ ਤੇ ਕੁਛ ਇਹਨਾਂ ਵਿੱਚ ਲੋਕ ਕਹਿਣ ਯਾਰ ਛੱਡੋ ਨਾ, ਹੁਣ ਹੋ ਗਿਆ ਬਹੁਤ। ਪਰ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਪਹਿਲੀ ਵਾਰੀ ਸਿੱਖਾਂ ਨਾਲ ਪਾਲਾ ਪਿਆ, ਸੋ ਸਿੱਖ ਨਾ ਤੇ ਥੱਕਣ ਵਾਲੀ ਕੌਮ ਹੈ ਤੇ ਨਾ ਲੋਕਾਂ ਦੀਆਂ ਗੱਲਾਂ ਵਿੱਚ ਆਉਣ ਵਾਲੀ ਕੌਮ ਹੈ। ਐਨੀਵੇ, ਚੂੰਕਿ ਅਸੀਂ ਇਤਿਹਾਸ ਪੜ੍ਹ ਰਹੇ ਹਾਂ, ਇਹ ਵੀ ਅੱਜ ਇਤਿਹਾਸ ਹੀ ਹੈ ਸਾਡਾ, ਜਿਸ ਕਰਕੇ ਇਹਨੂੰ ਮੈਂ ਸ਼ਾਮਲ ਕੀਤਾ। ਅਸੀਂ ਇਹੋ ਜਿਹੀਆਂ ਮੁਹਿੰਮਾਂ ਦੇ ਵਿੱਚੋਂ ਲੰਘ ਚੁੱਕੇ ਹਾਂ। ਜਦੋਂ ਅਬਦਾਲੀ ਆਵੇ ਜਾਂ ਲੋਕਲ ਫੋਰਸਿਸ ਸਨ, ਤੁਹਾਨੂੰ ਪਿਛਲੇ ਵੀਕ ਵਿੱਚ ਤੁਹਾਨੂੰ ਯਾਦ ਕਰਾਇਆ ਸੀ 1946, 1962 ਐਂਡ ਫਿਰ 1746, 1762 ਤੇ 1940, ਕਿਹੜਾ ਸੀ 48 84, ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਜੋ ਹੋਇਆ ਉਹ ਘੱਲੂਘਾਰਾ ਸੀ, ਜਿਹਦੇ ਵਿੱਚ ਨਿਹੱਥਿਆਂ ਨੂੰ ਮਾਰਿਆ ਗਿਆ। ਔਰ ਅੱਜ ਵੀ ਜਿਹੜੀਆਂ ਡੈਥਸ ਹੋ ਰਹੀਆਂ ਉਹ ਵਿਚਾਰੇ ਨਿਹੱਥੇ ਨੇ। ਉੱਥੇ ਹਸਪੀਟਲ ਨਹੀਂ, ਕੋਈ ਡਾਕਟਰ ਨਹੀਂ, ਬਟ ਦੇ ਆਰ ਫਾਈਟਿੰਗ ਫॉर ਅ ਕਾਜ਼। ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਤੇ ਜਿਹੜੇ ਤੁਸੀਂ ਸਾਰੇ ਨਿਤਨੇਮ ਕਰਦੇ ਹੋ ਤੇ ਉਹਦੇ ਵਿੱਚ ਕੋਈ ਨਹੀਂ, 5 ਵਾਰੀ ਵਾਹਿਗੁਰੂ ਵਾਹਿਗੁਰੂ ਨਾਮ ਲੈ ਕੇ ਕਿਸਾਨਾਂ ਵਾਸਤੇ ਵੀ ਪੜ੍ਹਦੇ ਹੋ, ਉਹਨਾਂ ਦੀ ਰੱਖਿਆ ਵਾਸਤੇ ਵੀ ਪੜ੍ਹਦੇ ਹੋ, ਕਿਉਂਕਿ ਕਹਿੰਦੇ ਨੇ ਤੁਹਾਡੀ ਜਿਹੜੀ ਅਰਦਾਸ ਹੈ ਉਹ ਤੇ ਵਾਹਿਗੁਰੂ ਤੱਕ ਜ਼ਰੂਰ ਪਹੁੰਚਦੀ ਹੈ। ਤੇ ਇਹਨਾਂ ਨੂੰ ਪੰਜਾਬ ਦੇ ਸਿੱਖਾਂ ਨੂੰ ਸਾਰੇ ਵਰਲਡ ਵਾਈਡ ਕਿਸਾਨ ਸਾਰੇ ਹੀ ਇਹਨਾਂ ਨੂੰ ਸਪੋਰਟ ਕਰਦੇ ਆ। ਠੀਕ ਹੈ, ਬਿਲਕੁਲ ਠੀਕ ਹੈ। ਤੁਸੀਂ ਜੋ ਸਾਰੇ ਪੜ੍ਹਦੇ ਹੋ, ਕਿਉਂਕਿ ਨਿਊਜ਼ ਤੇ ਤੁਹਾਡੇ ਸਾਰਿਆਂ ਕੋਲ ਹੈ। ਹੁਣ ਇੱਥੇ ਇੱਕ ਇਸ ਟਾਈਮ ਜਿਹੜਾ ਅੱਜ ਅਸੀਂ ਪੜ੍ਹਿਆ, ਜਦੋਂ ਅਬਦਾਲੀ ਚੌਥੀ ਵਾਰੀ ਆਇਆ ਤੇ ਉਹਨੇ ਹਰਿਮੰਦਰ ਸਾਹਿਬ ਨੂੰ 2 ਵਾਰੀ ਬੇਹਰਮਤੀ ਕਰਨੀ ਆ। ਔਰ ਦੋਨੋਂ ਪਹਿਲੀ ਵਾਰੀ ਜਿਸ ਵੇਲੇ ਉਹਨੇ ਹਰਿਮੰਦਰ ਸਾਹਿਬ ਤੇ ਜੋ ਵੀ ਕੁਛ ਉਦੋਂ ਜੋ ਢਾਹ ਜਾਂਦੇ ਸਨ, ਕਿਸ ਤਰ੍ਹਾਂ ਢਾਉਂਦੇ ਨੇ ਮੈਨੂੰ ਨਹੀਂ ਯਾਦ, ਨਾ ਹੀ ਮੈਂ ਪੜ੍ਹਿਆ, ਪਰ ਉਹ ਹਰਿਮੰਦਰ ਸਾਹਿਬ ਨੂੰ ਉਹਨਾਂ ਢਾਇਆ। ਸਰੋਵਰ ਨੂੰ ਜਿਹੜਾ ਉਹਨਾਂ ਨੇ ਗਊ ਡੰਗ ਦੇ ਨਾਲ ਪੁਰ ਕੀਤਾ, ਉਦੋਂ ਬਾਬਾ ਦੀਪ ਸਿੰਘ ਸ਼ਹੀਦ ਨੇ ਪਹਿਲੀ ਵਾਰੀ, ਤੁਹਾਨੂੰ ਯਾਦ ਆਵੇ ਜਿਹੜੀ ਤੁਸੀਂ ਉਹਨਾਂ ਦੀ ਫੋਟੋ ਦੇਖਦੇ ਹੋ, ਉਹਨਾਂ ਦਾ ਸੀਸ ਉਹਨਾਂ ਦੇ ਹੱਥ ਵਿੱਚ ਹੈ,
ਉਹਨਾਂ ਨੇ ਪ੍ਰਣ ਕੀਤਾ ਸੀ ਕਿ ਮੈਂ ਹਰਿਮੰਦਰ ਸਾਹਿਬ ਨੂੰ ਇਹਨਾਂ ਦੇ ਕੋਲੋਂ ਹੀ ਸਾਫ਼ ਕਰਵਾਵਾਂਗਾ। ਸੋ ਹੀ ਐਂਟਰਡ ਹਰਿਮੰਦਰ ਸਾਹਿਬ, ਉਹਦੇ ਬਾਅਦ ਹੀ ਉਹਨਾਂ ਦਾ ਸੀਸ ਡਿੱਗਾ। ਔਰ ਫਿਰ ਉੱਥੋਂ ਜਿਹੜੇ ਵੀ ਮੁਗਲ ਸਨ ਉਹਨਾਂ ਨੂੰ ਫੜ ਕੇ ਉਹਨਾਂ ਕੋਲੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਸਾਫ਼ ਕਰਾਈ ਗਈ ਸੀ। ਪਰ ਫਿਰ ਉਹਦੇ ਬਾਅਦ ਥੋੜ੍ਹੀ ਦੇਰ ਬਾਅਦ ਹੀ ਦੇਰ ਵਾਜ਼ ਅ ਸੈਕੰਡ ਅਟੈਕ ਔਰ ਡੈਸਿਕਰੇਟ ਦੁਬਾਰਾ ਹਰਿਮੰਦਰ ਸਾਹਿਬ ਨੂੰ ਕੀਤਾ ਗਿਆ। ਉਦੋਂ ਜਿਹੜਾ ਫੌਜਦਾਰ ਸੀ ਜਿਹਨੇ ਜਿਹੜਾ ਗਵਰਨਰ ਸੀ ਉਦੋਂ ਪੰਜਾਬ ਦਾ, ਉਹਦਾ ਨਾਂ ਜਹਾਨ ਖਾਨ ਹੈ। ਇਹ ਇਸ ਕਰਕੇ ਇਹਨਾਂ ਦੇ ਨਾਂ ਬਹੁਤ ਇੰਪੋਰਟੈਂਟ ਨਹੀਂ, ਕਦੀ ਵਾਰੀ ਆਏ ਨੇ ਤੇ ਇੱਕ ਅੱਧਾ ਸਾਲ ਹੀ ਇਹਨਾਂ ਦਾ ਹਕੂਮਤ ਉੱਥੇ ਰਹੀ ਹੈ। ਹੁਣ ਤੁਸੀਂ ਦੇਖੋਗੇ ਇੱਕ ਅਜੀਬ ਗੱਲ ਹੋਣ ਵਾਲੀ ਹੈ ਪੰਜਾਬ ਵਿੱਚ। ਹੁਣ ਚੂੰਕਿ ਅਫਗਾਨ ਵੀ ਸਿੱਖਾਂ ਨੂੰ ਕੰਟਰੋਲ ਨਹੀਂ ਕਰ ਪਾਏ, ਮੁਗਲ ਵੀ ਸਿੱਖਾਂ ਨੂੰ ਕੰਟਰੋਲ ਨਹੀਂ ਕਰ ਪਾਏ, ਸਿੱਖਾਂ ਦੇ ਉੱਤੇ ਹੋਏ ਹਮਲੇ ਵੀ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਾਏ। ਹੁਣ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਅਦੀਨਾ ਬੇਗ ਸੀ ਕਿ ਫੌਜਦਾਰ ਸੀ ਜਲੰਧਰ ਦਾ, ਉਹਨੇ ਮਹਾਰਾਸ਼ਟਰ ਇੱਕ ਸੰਦੇਸ਼ਾ ਭੇਜਿਆ ਤੇ ਮਰਾਠਿਆਂ ਨੂੰ ਕਿਹਾ ਤੁਸੀਂ ਆ ਕੇ ਪੰਜਾਬ ਤੇ ਕਬਜ਼ਾ ਕਰ ਲਓ। ਹੁਣ ਅਸੀਂ ਅਗਲੇ ਵੀਕ ਦੇਖਾਂਗੇ ਕਿ ਪੰਜਾਬ ਦੇ ਉੱਤੇ ਕਬਜ਼ਾ ਕਰਨ ਮਰਾਠੇ ਆਉਣਗੇ। ਔਰ ਇਹ ਵੀ ਚਾਲ ਸਾਰੀ ਸੀ। ਖੈਰ ਉਹਨਾਂ ਨੇ ਕੋਈ ਆ ਕੇ ਇੱਥੇ ਸਿੱਖਾਂ ਦੇ ਨਾਲ ਦੋਸਤੀ ਰੱਖੀ ਹੈ, ਕੋਈ ਖੂਨ ਖਰਾਬਾ ਨਹੀਂ ਕੀਤਾ, ਲੇਕਿਨ ਉਹਨਾਂ ਦੇ ਉੱਤੇ ਵੀ ਅਹਿਮਦ ਸ਼ਾਹ ਅਬਦਾਲੀ ਆਏਗਾ ਔਰ ਉਹਨਾਂ ਨੂੰ ਵੀ ਖਤਮ ਕਰਨ ਵਾਸਤੇ ਅਟੈਕ ਕਰੇਗਾ। ਫਿਰ ਉਹ ਪੰਜਾਬ ਛੱਡ ਕੇ ਦਿੱਲੀ ਚਲੇ ਜਾਣਗੇ। ਫਿਰ ਦਿੱਲੀ ਜਾਏਗਾ ਅਹਿਮਦ ਸ਼ਾਹ ਅਬਦਾਲੀ ਮਰਾਠਿਆਂ ਦੇ ਪਿੱਛੇ, ਔਰ ਉੱਥੇ ਉਹਨਾਂ ਦੀ ਤਕਰੀਬਨ ਲੱਖ ਦੇ ਕਰੀਬ ਮਰਾਠੇ ਮਾਰੇ ਜਾਣਗੇ। ਐਂਡ ਦੇ ਵਿਲ ਲੂਜ਼ ਦੈਟ ਬੈਟਲ ਅਗੇਂਸਟ ਅਹਿਮਦ ਸ਼ਾਹ ਅਬਦਾਲੀ ਤੇ ਦੈਨ ਦੈਟ ਚੈਪਟਰ ਵਿਲ ਫਿਨਿਸ਼। ਸੋ ਅੱਜ ਜਿਹੜੀ ਤੁਸੀਂ ਮੇਨ ਚੀਜ਼ ਪੜ੍ਹੀ ਹੈ ਇਤਿਹਾਸ ਵਿੱਚ, ਇਹ ਪੜ੍ਹਿਆ ਦੀ 6 or 7 years ਕਿ ਜਦੋਂ ਰਿਪੀਟਡ ਅਟੈਕ ਹੋਏ ਨੇ ਅਹਿਮਦ ਸ਼ਾਹ ਅਬਦਾਲੀ ਦੇ। ਨੈਕਸਟ ਵੀਕ ਅਸੀਂ ਪੜ੍ਹਾਂਗੇ 5th ਅਟੈਕ ਆਫ ਅਹਿਮਦ ਸ਼ਾਹ ਅਬਦਾਲੀ, ਔਰ ਅਸੀਂ ਉਹਦੇ 'ਚ ਦੇਖਾਂਗੇ ਵੀ ਉਹ ਕਿੰਨਾ ਕੁ ਨੁਕਸਾਨ ਕਰਦਾ ਪੰਜਾਬ ਨੂੰ, ਕਿੰਨਾ ਕੁ ਨੁਕਸਾਨ ਪਹੁੰਚਾਉਂਦਾ ਸਿੱਖਾਂ ਨੂੰ। ਪਰ ਤੁਸੀਂ ਇਹ ਦੇਖਦੇ ਜਾਣਾ ਕਿ ਜਿਉਂ-ਜਿਉਂ ਸਿੱਖਾਂ ਦਾ ਨੁਕਸਾਨ ਹੋ ਰਿਹਾ ਨਾ, ਜਿਉਂ-ਜਿਉਂ ਸਿੱਖਾਂ ਦੀਆਂ ਮੌਤਾਂ ਹੋ ਰਹੀਆਂ, ਤਿਉਂ-ਤਿਉਂ ਉਹਨਾਂ ਦੇ ਨੰਬਰ ਵੱਧ ਰਹੇ ਨੇ। ਹੁਣ ਜਿਹੜਾ ਬੰਦਾ ਫੜਿਆ ਜਾਂਦਾ ਨਾ ਜਸਵੀਰ, ਜੇ ਉਹਦੇ ਸਿਰ ਉੱਤੇ ਪੱਗ ਨਹੀਂ ਵੀ ਹੈਗੀ, ਜੇ ਉਹਦੇ ਉੱਤੇ ਦਾੜੀ ਨਹੀਂ ਵੀ ਹੈਗੀ, ਤੇ ਉਹਨੂੰ ਫੜਦੇ ਨੇ ਤੇ ਉਹਨੂੰ ਕਹਿੰਦੇ ਨੇ ਅੱਛਾ ਨਹੀਂ ਇਹ ਸਿੱਖ ਨਹੀਂ, ਇਹਨੂੰ ਛੱਡ ਦਿਓ। ਉਹ ਕਹਿੰਦਾ ਨਹੀਂ ਮੈਂ ਸਿੱਖ ਹੀ ਆ, ਮਾਰੋ ਮੈਨੂੰ, ਮਾਰ ਦਿਓ। ਇੰਨਾ ਜਜ਼ਬਾ ਤੁਹਾਡੇ ਅੰਦਰ, ਜਿਹੜਾ ਤੁਹਾਡੇ ਅੰਦਰ ਖੂਨ ਹੈ ਉਹਦੇ ਅੰਦਰ ਉਹ ਅੰਮ੍ਰਿਤ ਹੈ ਜਿਹੜਾ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ। ਔਰ ਪਰਮਜੀਤ ਜੀ ਉਹ ਕਹਿ ਰਹੇ ਨੇ ਕਿ ਟਰੈਕਟਰ ਦੀ ਜਿਹੜੀ ਅਗਵਾਈ ਹੈ ਦਵਿੰਦਰ ਔਰ ਜਿਹੜੇ ਲੇਡੀਜ਼ ਬੈਠੀਆਂ ਇੱਥੇ ਬਬਲੀ ਤੇ ਜਸਵੀਰ, ਜਿਹੜਾ ਟਰੈਕਟਰਾਂ ਦਾ ਅੱਗੇ ਜੱਥਾ ਹੈ ਉਹ ਲੇਡੀਜ਼ ਦਾ। ਟਰੈਕਟਰਾਂ ਦੀ ਜਿਹੜੀ ਅਗਵਾਈ ਹੈ ਉਹ ਕਿਸਾਨਾਂ ਦੀਆਂ ਬੀਬੀਆਂ ਕਰ ਰਹੀਆਂ। that will be a great ਕਰ ਦਿਓ ਕਿ ਜਿਹੜੇ ਉਹ ਟਰੈਕਟਰ ਦੀ ਰੈਲੀ ਤੇ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਝੰਡੇ ਉਹ 3 ਰੰਗ ਦੇ ਹੋਣਗੇ। ਨਹੀਂ ਦੇਖੋ ਉਹ ਕਹਿੰਦੇ ਨੇ ਅਸੀਂ ਪੱਕੇ ਹਿੰਦੁਸਤਾਨੀ ਹਾਂ, ਉਹ ਹੈ ਹਿੰਦੁਸਤਾਨੀ। ਸਾਰੀ ਜ਼ਿੰਦਗੀ ਤੇ ਅਸੀਂ ਹਿੰਦੁਸਤਾਨ ਦੀ ਰੱਖਿਆ ਕੀਤੀ ਹੈ। ਅਸੀਂ ਕਦੋਂ ਹਿੰਦੁਸਤਾਨ ਤੋਂ ਬਾਹਰ ਹਾਂ? ਤੁਸੀਂ ਨਹੀਂ ਸਾਨੂੰ ਹਿੰਦੁਸਤਾਨੀ ਸਮਝਦੇ। ਤੁਸੀਂ ਉਹ ਚੀਜ਼ਾਂ ਸਾਡੇ ਕੋਲ ਕਰਵਾਉਣਾ ਚਾਹੁੰਦੇ ਹੋ ਜਿਹੜੀ ਅਸੀਂ ਨਹੀਂ ਕਰਨਾ ਚਾਹੁੰਦੇ। ਹਿੰਦੁਸਤਾਨ ਤੇ ਸਾਡੀ ਜਨਮ ਭੂਮੀ ਹੈ। ਪੰਜਾਬ ਕਿੱਥੇ ਹੈ? ਸਾਰੇ ਗੁਰੂਆਂ ਨੇ, ਸਾਰੇ ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਫੌਜ ਵਿੱਚ ਜਾ ਕੇ ਤੇ ਫੌਜ ਤੋਂ ਬਾਹਰ ਹਿੰਦੁਸਤਾਨ ਦੀ ਰੱਖਿਆ ਲਈ। ਹਿੰਦੁਸਤਾਨ ਦੀ ਸਰਹੱਦ ਦੇ ਚਾਰੇ ਪਾਸੇ ਚਲੇ ਜਾਓ, ਕੋਈ ਇੱਟ ਪੁੱਟ ਕੇ ਦੇਖ ਲਓ, ਤੁਹਾਨੂੰ ਇੱਕ ਸਰਦਾਰ ਦਾ ਖੂਨ ਮਿਲੇਗਾ, ਇੱਕ ਸਿੱਖ ਦਾ ਖੂਨ ਮਿਲੇਗਾ, ਇੱਕ ਪੰਜਾਬੀ ਦਾ ਖੂਨ ਮਿਲੇਗਾ। ਤੁਹਾਡੇ ਤੇ ਤੁਹਾਡੀਆਂ ਕੁਰਬਾਨੀਆਂ ਨੂੰ ਤੇ ਇਹਨਾਂ ਨੇ ਕਦੀ ਸਮਝਿਆ ਹੀ ਨਹੀਂ। ਤੁਹਾਡੀ ਤੇ ਜ਼ਿੰਦਗੀ ਇੱਕ ਕੁਰਬਾਨੀ ਸੀ ਫॉर योर ओन ਕੰਟਰੀ, ਫॉर ਦੀ ਸੇਫਟੀ ਆਫ ਐਵਰੀਬਡੀ ਐਲਸ, ਜਿਹਦੇ ਤੇ ਵੀ ਅਤਿਆਚਾਰ ਹੋ ਰਿਹਾ ਉਹ ਤੁਸੀਂ ਨਹੀਂ ਸੀ ਦੇਖ ਸਕਦੇ। ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ, ਕਿਉਂ ਦਿੱਤਾ? ਯੂ ਆਲ ਨੋ, ਹਿੰਦੂ ਧਰਮ ਦੀ ਰੱਖਿਆ ਲਈ। ਗੁਰੂ ਅਰਜਨ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਦੀ ਸਾਰੇ ਪਰਿਵਾਰ ਦੀ ਸ਼ਹਾਦਤ ਹਿਊਮਨ ਰਾਈਟਸ ਲਈ ਸੀ। ਔਰ ਉਦੋਂ ਹਿਊਮਨ ਕੌਣ ਸਨ? ਹਿੰਦੂ, ਉਹਨਾਂ ਦੀ ਰੱਖਿਆ ਲਈ ਸੀ। ਔਰ ਅੱਜ ਵੀ ਅਸੀਂ ਹਿਊਮਨ ਰਾਈਟਸ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ। ਕੋਈ ਅਸੀਂ ਸਾਡਾ ਇੱਕ ਜੈਨੂਇਨ ਇੱਕ
ਗਵਰਨਮੈਂਟ ਅੱਗੇ ਇੱਕ ਤੁਸੀਂ ਕਹਿ ਲਓ ਇੱਕ ਪ੍ਰਸਤਾਵ ਹੈ, ਇੱਕ ਰੈਜ਼ੋਲੂਸ਼ਨ ਹੈ ਕਿ ਪਲੀਜ਼ ਸਾਨੂੰ ਇਹ ਜਿਹੜੇ ਤੁਸੀਂ ਐਕਟ ਸਾਡੇ ਲਈ ਬਣਾਏ ਨੇ ਸਾਨੂੰ ਨਹੀਂ ਪਸੰਦ, ਇਹਨਾਂ ਨੂੰ ਪੁਲਿਸ ਵਿਡਰਾ ਕਰ ਲਓ। ਇਹਨਾਂ ਦੇ ਵਿੱਚੋਂ ਕੈਪੀਟਲਿਜ਼ਮ ਦੀ ਬੋ ਆਉਂਦੀ ਹੈ ਔਰ ਕਲੀਅਰ ਪਤਾ ਸਭ ਨੂੰ ਪਤਾ ਹੈ ਇਹ ਕਾਹਦੇ ਲਈ ਬਣ ਰਹੇ ਨੇ, ਕਿਹਦੇ ਲਈ ਬਣ ਰਹੇ ਨੇ। ਔਰ ਪੰਜਾਬ ਦੀ ਸਾਰੇ ਕਿਸਾਨ, ਪੰਜਾਬ ਦੀ ਸਾਰੀ ਜ਼ਮੀਨ ਦੇ ਉੱਤੇ ਕਿਹੜੇ ਕੈਪੀਟਲਿਸਟ ਨੇ ਜਿਨ੍ਹਾਂ ਦਾ ਕਬਜ਼ਾ ਹੋ ਜਾਏਗਾ। ਚਲੋ ਅੱਜ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਬਸ ਤੁਸੀਂ ਸਟੇ ਸੇਫ ਔਰ ਆਈ ਐਮ ਗੋਇੰਗ ਟੂ ਨਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।